ਇੱਥੋਂ ਹੀ ਆਪਣਾ ਦੂਸਰਾ ਜਿਹੜਾ ਟੈਕਨੀਕਲ ਸੈਸ਼ਨ ਹੈ ਉਹਦੀ ਅਸੀਂ ਸ਼ੁਰੂਆਤ ਕਰਦੇ ਹਾਂ। ਤੇ ਇਸ ਵਿੱਚ ਡਾਕਟਰ ਬਲਜਿੰਦਰ ਨਸਰਾਲੀ ਜੋ ਕਿ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਨੇ, ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ। ਸਾਡੇ ਨਾਲ ਜੁੜ ਗਏ ਨੇ ਡਾਕਟਰ ਸਾਹਿਬ। ਡਾਕਟਰ ਸਾਹਿਬ ਵੈਲਕਮ ਤੁਹਾਡਾ। ਹਾਂਜੀ, ਸ਼ੁਕਰੀਆ ਜੀ, ਧੰਨਵਾਦ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਹਾਂਜੀ, ਮੈਨੂੰ ਲੱਗਦਾ ਵਿੱਚ ਨੂੰ ਸਾਡੀ ਹੋ ਸਕਦਾ ਜਿਹੜਾ ਵੀਡੀਓ ਡਿਸਟਰਬਟ ਹੋ ਰਹੀ ਹੋਏ, ਪਰ ਆਵਾਜ਼ ਮੈਨੂੰ ਲੱਗਦਾ ਕਿ ਸਾਡੀ ਠੀਕ ਆ ਰਹੀ ਹੈ। ਸਿਗਨਲਸ ਦੀ ਥੋੜੀ ਜਿਹੀ ਪ੍ਰੋਬਲਮ, ਤੁਹਾਡੀ ਆਵਾਜ਼ ਠੀਕ ਆ ਰਹੀ ਹੈ। ਹਾਂਜੀ ਹਾਂਜੀ। ਤੇ ਇਸ ਸੈਸ਼ਨ ਦੇ ਵਿੱਚ ਡਾਕਟਰ ਸਾਹਿਬ 5 ਪੇਪਰ ਪੜ੍ਹੇ ਜਾਣਗੇ ਔਰ ਸਾਡੇ ਇਸ ਸੈਸ਼ਨ ਦੇ ਵਿੱਚ ਲੰਡਨ ਤੋਂ ਪੰਜਾਬੀ ਦੇ ਇੱਕ ਚਰਚਿਤ ਸਾਹਿਤਕਾਰ ਔਰ ਜਿਨ੍ਹਾਂ ਨੇ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਕਾਫੀ ਜਿਹੜਾ ਸਰਗਰਮੀ ਨਾਲ ਹਿੱਸਾ ਲਿਆ ਔਰ ਇੱਕ ਪਿਕਚਰ ਵੀ ਬਣਾਈ, ਤੇ ਉਹਨਾਂ ਦਾ ਜਿਹੜਾ ਮੈਮੋਇਰਸ ਜਿਹੜੇ ਆ ਬਾਲੀਵੁੱਡ ਦੇ ਨਾਲ ਸੰਬੰਧਿਤ, ਉਹ ਪ੍ਰਕਾਸ਼ਨ ਦੇ ਰੂਪ ਦੇ ਵਿੱਚ ਸਾਹਮਣੇ ਵੀ ਆ ਰਹੇ ਆ। ਔਰ ਉਹਨਾਂ ਨੇ ਆਪਣੀ ਲਾਈਫ ਸਿਨੇਮਾ ਉਹਦੇ ਬਾਰੇ ਉਹ ਲਿਖਤਾਂ ਲਿਖੀਆਂ। ਉਹ ਐਕਸਪੀਰੀਅੰਸ ਜਿਹੜਾ ਸਾਡਾ ਉਹਨਾਂ ਦਾ, ਉਹ ਸਾਹਿਤ ਬਿਰਤਾਂਤ ਨਾਲੋਂ ਜਿਹਨੂੰ ਅਸੀਂ ਸਕ੍ਰਿਪਟ ਦਾ ਪਟਕਥਾ ਦਾ ਰੂਪ ਨੇ, ਉਹਦੇ ਬਾਰੇ ਵੀ ਇਸ ਸੈਮੀਨਾਰ ਦੇ ਵਿੱਚ ਇੱਕ ਪੇਪਰ ਪੜ੍ਹਿਆ ਜਾਣਾ ਇਸ ਸੈਸ਼ਨ ਦੇ ਵਿੱਚ। ਤੇ ਮੈਂ ਗੁਰਚਰਨ ਸੱਗੂ ਜੀ ਦਾ ਸਵਾਗਤ ਕਰਦਾ, ਤੁਹਾਨੂੰ ਜੀ ਆਇਆਂ ਕਹਿੰਦਾ। ਤੇ ਤੁਹਾਡੀ ਪਿੱਛੇ ਬੈਕਗਰਾਊਂਡ ਦੇਖ ਕੇ ਉਹ ਤੁਹਾਡੇ ਘਰ ਦੀਆਂ ਮਿੱਠੀਆਂ ਯਾਦਾਂ ਜਿਹੜੀਆਂ ਦੁਬਾਰਾ ਸਜੀਵ ਹੋ ਗਈਆਂ ਨੇ। ਤੁਹਾਡਾ ਵੈਲਕਮ ਹੈ। ਤੇ ਮੈਂ ਡਾਕਟਰ ਬਲਜਿੰਦਰ ਨਸਰਾਲੀ ਜੀ ਨੂੰ, ਕਿਉਂਕਿ ਜੇ ਅਸੀਂ ਆਫਲਾਈਨ ਹੁੰਦੇ ਤਾਂ ਜ਼ਰੂਰ ਤੁਹਾਡਾ ਸਾਰਿਆਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਅਸੀਂ ਸਵਾਗਤ ਕਰਦੇ, ਪਰ ਇਹ ਵੀ ਚੰਗੀ ਗੱਲ ਹੈ ਕਿ ਐਟਲੀਸਟ ਅਸੀਂ ਆਨਲਾਈਨ ਇੰਨੇ ਲੋਕ ਜੁੜ ਸਕੇ ਹਾਂ ਔਰ ਇੱਕ ਦੂਸਰੇ ਨਾਲ ਗੱਲ ਕਰ ਸਕਦੇ ਹਾਂ। ਤਾਂ ਇਸ ਸੈਮੀਨਾਰ ਦੀ ਹੋਰ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਇਜਾਜ਼ਤ ਚਾਹਾਂਗਾ ਕਿ ਅਸੀਂ ਸ਼ੁਰੂ ਕਰਦੇ ਹਾਂ। ਮੇਰੇ ਖਿਆਲ ਚੇਅਰਪਰਸਨ ਤੋਂ ਅਸੀਂ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਆਰੰਭ ਕਰਦੇ ਹਾਂ। ਪਹਿਲਾ ਪੇਪਰ ਜਿਹੜਾ ਹੈ ਉਹ ਡਾਕਟਰ ਇਕਬਾਲ ਕੌਰ ਜੀ ਦਾ ਹੈ, ਜਿਹੜੇ ਕਿ ਮਾਤਾ ਸੁੰਦਰੀ ਕਾਲਜ ਦਿੱਲੀ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਨੇ। ਉਹਨਾਂ ਦਾ ਪੇਪਰ ਨਦੀਮ ਪਰਮਾਰ ਦੇ ਨਾਵਲ ਨਿਪੱਥਾ ਰੁੱਖ ਉਹਦੇ ਅਧਿਐਨ ਦੇ ਨਾਲ ਸੰਬੰਧਿਤ ਹੈ। ਮੈਂ ਡਾਕਟਰ ਇਕਬਾਲ ਕੌਰ ਨੂੰ ਕਹਾਂਗਾ ਕਿ ਉਹ ਆਪਣਾ ਪੇਪਰ ਜਿਹੜਾ ਉਹ ਪ੍ਰਸਤੁਤ ਕਰਨ, ਸਮੇਂ ਸੀਮਾ ਦਾ ਖਿਆਲ ਰੱਖਦੇ ਹੋਏ, ਕਿਉਂਕਿ ਅਸੀਂ ਥੋੜਾ ਜਿਹਾ ਨਹੀਂ ਸ਼ਾਇਦ ਪਿੱਛੇ ਥੈਂਕ ਯੂ ਰਵਿੰਦਰ। ਹਾਂ ਪਲੀਜ਼ ਤੁਸੀਂ। मैं पेपर शुरू कर रही हूँ डायरेक्ट। निपत्ता रुख नदीम परमार। नदीम परमार ने अपने विचार अनुसार ये नावल कुछ अलोप सुंदर व्यक्तियां, घटनावां ਅਤੇ ਥਾਵਾਂ ਦੇ ਨਾਮ ਹੈ ਜਿਨ੍ਹਾਂ ਨੇ ਇਸ ਨਾਵਲ ਨੂੰ ਜਨਮ ਦਿੱਤਾ। ਇਹ ਨਾਵਲ ਵੰਡ ਤੋਂ ਪਹਿਲਾਂ ਅਤੇ ਪਿੱਛੋਂ ਦੇ ਪੰਜਾਬ ਦੀ ਤਸਵੀਰ ਪੇਸ਼ ਕਰ ਰਿਹਾ ਹੈ। ਵੰਡ ਤੋਂ ਪਹਿਲਾਂ ਦੇ ਪੰਜਾਬ ਦਾ ਜਨ ਜੀਵਨ, ਸਮਾਜਿਕ ਕਾਰ ਵਿਹਾਰ ਕਿਸ ਤਰ੍ਹਾਂ ਦਾ ਸੀ ਅਤੇ ਵੰਡ ਨੇ ਇਸ ਨੂੰ ਕਿਵੇਂ ਪ੍ਰਭਾਵਿਤ ਕੀਤਾ। ਨਾਵਲ ਵਿੱਚ 1945 ਤੋਂ ਲੈ ਕੇ 72 ਤੱਕ ਦਾ ਇੱਕ ਲੰਮਾ ਦੌਰ ਪੇਸ਼ ਕੀਤਾ ਹੈ। ਨਾਵਲ ਦੀ ਕਹਾਣੀ ਦੇ ਤਾਣੇ ਪੇਟੇ ਵਿੱਚ ਅਪ੍ਰੈਲ 1945 ਤੋਂ 72 ਤੱਕ ਦੀਆਂ ਸਮਕਾਲੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਦੀ ਪੇਸ਼ਕਾਰੀ ਵੀ ਹੋਈ ਹੈ ਔਰ ਇਹਨਾਂ ਇਤਿਹਾਸਿਕ ਘਟਨਾਵਾਂ ਨਾਲ ਜੁੜੇ ਹੋਏ ਜਿਹੜੇ ਨੇਤਾ ਲੋਕ ਨੇ ਉਹਨਾਂ ਦੇ ਅਸਲੀ ਨਾਮ ਨਾਵਲ ਦੇ ਵਿੱਚ ਲਏ ਨੇ ਔਰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਭਲੀ ਭਾਂਤ ਜਾਣਦੇ ਵੀ ਹਾਂ। ਮੈਂ ਸ਼ਾਰਟ ਕਰ ਰਹੀ ਹਾਂ। ਨਾਵਲ ਦੇ ਵਿੱਚ ਜਿਹੜੀ ਦੂਜੀ ਗੱਲ ਮੇਨ ਆਈ ਹੈ, ਅਸੀਂ ਨਾਵਲ ਪੜ੍ਹਦੇ ਹੋਏ ਮਹਿਸੂਸ ਕਰਦੇ ਹਾਂ ਕਿ ਸਾਨੂੰ ਉਸ ਸਮੇਂ ਦੇ ਲੋਕਾਂ ਦਾ ਰਹਿਣ ਸਹਿਣ, ਪਹਿਰਾਵਾ, ਖਾਣਾ ਪੀਣਾ, ਵੱਡੇ ਵੱਡੇ ਸਾਂਝੇ ਪਰਿਵਾਰ, ਖੇਤਾਂ ਵਿੱਚ ਉੱਗਣ ਵਾਲੀਆਂ ਫਸਲਾਂ, ਬਾਗਾਂ ਵਿੱਚ ਲੱਗੇ ਫਲ ਫੁੱਲਾਂ ਦੇ ਨਾਮ, ਪੰਛੀਆਂ ਦੇ ਨਾਮ ਆਦਿ ਦਾ ਵਰਣਨ ਨਾਵਲਕਾਰ ਨੇ ਬੜੀ ਸੂਖਮਤਾ ਨਾਲ ਕੀਤਾ ਹੈ ਅਤੇ ਵੇਰਵੇ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੇ ਹਨ। ਨਾਵਲ ਦੀ ਕਹਾਣੀ ਦੀ ਸ਼ੁਰੂਆਤ ਮੁੱਖ ਪਾਤਰ ਅੰਬੇਰ ਸਿੰਘ ਨਾਲ ਹੁੰਦੀ ਹੈ। ਅੰਬੇਰ 18 ਸਾਲ ਦਾ ਠਾਕੁਰਾਂ ਦਾ ਪਿੰਡ ਦੇ ਠਾਕੁਰਾਂ ਦਾ ਮੁੰਡਾ ਹੈ। ਇੱਕ ਹੋਣਹਾਰ ਵਿਦਿਆਰਥੀ, ਉੱਭਰਦਾ ਹੋਇਆ ਫੁੱਟਬਾਲ ਦਾ ਖਿਡਾਰੀ ਅਤੇ ਇੰਡੀਅਨ 에ਅਰ ਫੋਰਸ ਵਿੱਚ ਪਾਇਲਟ ਬਣਨ ਦਾ ਸੁਪਨਾ ਲੈਂਦਾ ਹੈ, ਪਰ ਪਰਿਵਾਰਿਕ ਹਾਲਾਤ ਉਸਦੇ ਰਾਹ ਵਿੱਚ ਰੋੜਾ ਬਣ ਜਾਂਦੇ ਹਨ। ਇਹ ਸਮਾਂ ਦੂਜੇ ਵਿਸ਼ਵ ਯੁੱਧ ਦਾ ਦਿਖਾਇਆ ਹੈ। ਲੇਖਕ ਦੇ ਆਪਣੇ ਵਿਚਾਰ ਅਨੁਸਾਰ ਇਸ ਲੜਾਈ ਦਾ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਹਰ ਪਰਿਵਾਰ ਦੀ ਆਰਥਿਕ ਤੇ ਵਿਅਕਤੀਗਤ ਸਥਿਤੀ ਤੇ ਬਹੁਤ ਅਸਰ ਪੈ ਰਿਹਾ ਸੀ।
ਘਰ ਘਰ ਵਿੱਚ ਸੱਥਰਾਂ ਵਿਛੀਆਂ ਹੋਈਆਂ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਜਾਂ ਤਾਂ ਪੰਜਾਬੀ ਮਰ ਗਏ ਸਨ ਜਾਂ ਲਾਪਤਾ ਸਨ। ਜੋ ਜਵਾਨ ਸਨ ਉਹਨਾਂ ਨੂੰ ਬਿਰਧ ਦਾਦੇ ਦਾਦੀਆਂ, ਅਧਖੜ ਮਾਵਾਂ, ਭਾਬੀਆਂ, ਜਵਾਨ ਹੋ ਰਹੇ ਭੈਣ ਭਰਾਵਾਂ ਤੇ ਭਤੀਜੇ ਭਤੀਜੀਆਂ ਦੀ ਦੇਖਭਾਲ ਦਾ ਫਿਕਰ ਖਾਣ ਲੱਗ ਪਿਆ ਸੀ। ਇਸ ਕਰਕੇ ਨਾਵਲਕਾਰ ਦਿਖਾਉਂਦਾ ਹੈ ਕਿ ਜਿਹੜੇ ਲਾਹੌਰ ਦੇ ਕਾਲਜ ਨੇ ਉੱਥੋਂ ਬੱਚੇ ਵਾਪਿਸ ਆ ਰਹੇ ਨੇ ਆਪਣੇ ਘਰਾਂ ਦੇ ਵਿੱਚ ਪੜ੍ਹਾਈ ਛੱਡ ਕੇ। ਅੰਬੇਡ ਦਾ ਜੀਵਨ ਅਤੇ ਉਸਦਾ ਪਰਿਵਾਰ ਇਹਨਾਂ ਹਾਲਾਤਾਂ ਦੀ ਹੀ ਤਸਵੀਰ ਪੇਸ਼ ਕਰਦਾ ਹੈ। ਅੰਬੇਡ ਦੇ ਆਪਣੇ ਦੋ ਭਰਾ, ਉਹਦੇ ਤਾਏ ਦੇ ਮੁੰਡੇ, ਪਿੰਡ ਦੇ ਹੋਰ ਮੁੰਡੇ ਸਾਰੇ ਅੰਗਰੇਜ਼ਾਂ ਲਈ ਦੂਜੀ ਵਿਸ਼ਵ ਜੰਗ ਵਿੱਚ ਲੜਨ ਲਈ ਗਏ ਹੋਏ ਨੇ ਤੇ ਸਾਰੇ ਇਸ ਵਕਤ ਲਾਪਤਾ ਨੇ। ਉਹਨਾਂ ਦਾ ਕੋਈ ਪਤਾ ਨਹੀਂ। ਘਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਅੰਬੇਡ ਸਾਡਾ ਇੱਕੋ ਇੱਕ ਸਹਾਰਾ ਹੈ। ਅੰਬੇਡ ਦੀ ਤਾਈ ਉਸਨੂੰ ਇੱਥੋਂ ਤੱਕ ਕਹਿੰਦੀ ਹੈ ਕਿ ਹੁਣ ਉਹ ਕੱਲਾ ਇਸ ਜ਼ਮੀਨ ਜਾਇਦਾਦ ਦਾ ਮਾਲਿਕ ਹੈ ਤੇ ਉਹ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲੇ। ਅੰਬੇਡ ਇਸ ਦੁਚਿੱਤੀ ਦਾ ਸ਼ਿਕਾਰ ਹੈ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰੇ ਜਾਂ ਸਾਂਝੀ ਸਾਰੀ ਜ਼ਮੀਨ ਜਾਇਦਾਦ ਦੀ ਰਾਖੀ ਕਰੇ। ਉਹ ਇਹ ਵੀ ਸੋਚਦਾ ਹੈ ਕਿ ਅਗਰ ਉਸਦੇ ਲਾਪਤਾ ਫੌਜੀ ਭਰਾ ਵਾਪਿਸ ਆ ਗਏ ਤੇ ਫਿਰ ਉਸਦਾ ਕੀ ਬਣੇਗਾ। ਹੁੰਦਾ ਵੀ ਕੁਝ ਇਸੇ ਤਰ੍ਹਾਂ ਹੈ। ਨਾ ਤਾਂ ਉਹ ਫੁੱਟਬਾਲ ਦਾ ਖਿਡਾਰੀ ਬਣਿਆ ਤੇ ਨਾ ਹੀ ਇੰਡੀਅਨ 에ਅਰ ਫੋਰਸ ਵਿੱਚੋਂ ਪਾਇਲਟ ਬਣ ਸਕਿਆ। ਉਸਦੇ ਤਾਏ, ਚਾਚੇ ਅਤੇ ਆਪਣੇ ਸਕੇ ਭਰਾ ਜੋ ਦੂਜੀ ਜੰਗ ਸਮੇਂ ਲਾਪਤਾ ਸਨ, ਸਮਾਂ ਪਾ ਕੇ ਵਾਪਿਸ ਆ ਜਾਂਦੇ ਨੇ। ਅੰਬੇਡ ਆਪਣੇ ਭਰਾਵਾਂ ਦੀ ਨਜ਼ਰ ਵਿੱਚ ਨਿਕੰਮਾ ਸਾਬਿਤ ਹੁੰਦਾ ਹੈ। ਉਸਨੇ ਭਰਾਵਾਂ ਦੀ ਗੈਰ ਹਾਜ਼ਰੀ ਵਿੱਚ ਜੋ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਆਪਣੇ ਪਿਆਰ ਅਤੇ ਆਪਣੀ ਮੰਗੇਤਰ ਵੱਲ ਧਿਆਨ ਨਾ ਦਿੱਤਾ। ਮਾਂ ਦੇ ਬਾਰ-ਬਾਰ ਕਹਿਣ ਤੇ ਵੀ ਉਹ ਕੈਨੇਡਾ ਵਸਦੀ ਆਪਣੀ ਮੰਗੇਤਰ ਕੋਲ ਨਹੀਂ ਜਾਂਦਾ। ਸਮਾਂ ਪਾ ਕੇ ਰਿਸ਼ਤੇ ਉਸਦੇ ਹੱਥੋਂ ਨਿਕਲ ਗਏ। ਅੰਬੇਡ ਪਿੰਡ ਦੇ ਠਾਕੁਰਾਂ ਦਾ ਪੁੱਤਰ ਸੀ ਤੇ ਇਹ ਠਕੁਰਾਈ ਵਾਲਾ ਰੂਪ ਹੌਲੀ-ਹੌਲੀ ਸਾਹਮਣੇ ਆਣਾ ਵੀ ਸ਼ੁਰੂ ਹੋ ਗਿਆ। ਨਾਵਲਕਾਰ ਲਿਖਦਾ ਹੈ ਕਿ ਉਹ ਖੇਤਾਂ ਬੰਨੇ ਫੇਰਾ ਮਾਰਦਾ, ਜ਼ਮੀਨ ਸਾਂਭਣ ਦੇ ਵਿਚਾਰ ਨਾਲ ਘੱਟ ਤੇ ਉਹਨਾਂ ਵਿੱਚ ਘਾਹ ਖੋਤਦੀਆਂ ਆਜ਼ਾਦ ਤੇ ਗੈਰ ਜ਼ਿਮੀਦਾਰ ਮੁਟਿਆਰਾਂ ਨੂੰ ਗੱਭਰੂ ਰਈਸਜ਼ਾਦਿਆਂ ਦੀ ਤੱਕਣੀ ਤੱਕਦਾ। ਜੇ ਕੋਈ ਕੱਲੀ ਦੁਕੱਲੀ ਨੇੜੇ ਖੜਾ ਦੇਖ ਕੇ ਘਾਹ ਦੀ ਪੰਡ ਚੁਕਾਈ ਜਾਂ ਪਰੀ ਨੂੰ ਹੱਥ ਪਵਾਈ ਆਖਦੀ ਤਾਂ ਉਹ ਸੱਚਮੁੱਚ ਦਾ ਹੱਥ ਪਾ ਲੈਂਦਾ। ਉਸਦਾ ਇਹ ਰੂਪ ਜ਼ਿਆਦਾ ਦਿਨ ਛੁਪ ਨਹੀਂ ਸਕਦਾ। ਆਪਣੇ ਸਾਹਮਣੇ ਆਪਣੇ ਹੱਥੀ ਵਿਆਹੀ ਅਨਾਰਾ ਨਾਲੋਂ ਜ਼ਬਰਦਸਤੀ ਕਰਦਾ ਹੈ। ਅਨਾਰਾ ਦੀ ਮਾਂ ਬਰਕਤੇ ਉਸਨੂੰ ਚੁੱਪ ਕਰਾਉਂਦੀ ਹੋਈ ਕਹਿੰਦੀ ਹੈ ਕਿ ਧੀਏ ਸਾਡਾ ਨਸੀਬਾ, ਜ਼ਮੀਨਾਂ ਵਾਂਗ ਸਾਡੇ ਸ਼ਰੀਰਾਂ ਤੇ ਵੀ ਇਹਨਾਂ ਦਾ ਹੱਕ, ਅੰਦਾਤੇ ਜੋ ਹੋਏ। ਅੰਬੇਡ ਦੀ ਮਾਂ ਈਸ਼ਰੋ ਬਰਕਤੇ ਦਾ ਮੂੰਹ ਪੈਸਾ ਦੇ ਕੇ ਬੰਦ ਕਰਾ ਦਿੰਦੀ ਹੈ ਤੇ ਉਸਨੂੰ ਕਹਿੰਦੀ ਹੈ ਕਿ ਅਨਾਰਾ ਦਾ ਮੁਕਲਾਵਾ ਤੋੜ ਦਵੋ। ਇਸ ਤਰ੍ਹਾਂ ਅੰਬੇਡ ਦੀ ਕਰਤੂਤ ਵੀ ਢੱਕੀ ਜਾਂਦੀ ਹੈ। ਅੰਬੇਡ ਨੂੰ ਇੱਕ ਜੋਤਸ਼ੀ ਕਹਿੰਦਾ ਹੈ ਕਿ ਉਸਦਾ ਵਿਆਹ ਤੇ ਸਫਲ ਨਹੀਂ ਹੋਏਗਾ ਪਰ ਉਸਦੇ 4 ਪੁੱਤਰ ਹੋਣਗੇ। ਅੰਬੇਡ ਆਪਣੀ ਠਕੁਰਾਈ ਅਤੇ ਆਪਣੀ ਅਵਾਰਗੀ ਵਾਲੀ ਆਦਤ ਦੇ ਨਾਲ ਪੰਡਿਤ ਦੀ ਭਵਿੱਖਬਾਣੀ ਸੱਚੀ ਕਰ ਦਿੰਦਾ ਹੈ। ਕੇਵਲ ਬਾਹਰ ਹੀ ਨਹੀਂ ਸਗੋਂ ਆਪਣੇ ਹੀ ਘਰ ਆਪਣੀ ਵਿਚਕਾਰਲੀ ਭਰਜਾਈ ਰਤੋ ਤੋਂ ਉਸਦਾ ਪੁੱਤਰ ਮਨਬੀਰ ਸਿੰਘ ਪੈਦਾ ਹੁੰਦਾ ਹੈ। ਕਾਲਜ ਟਾਈਮ ਦੀ ਪ੍ਰੇਮਿਕਾ ਗੁਰਸ਼ਰਨ ਕੌਰ ਬਿਸੰਬਰ ਸਿੰਘ ਨੂੰ ਜਨਮ ਦਿੰਦੀ ਹੈ। ਅਨਾਰਾ ਤੋਂ ਬਖਤਾਵਰ ਅਤੇ ਖੁਸ਼ਹਾਲ ਦੀ ਪਤਨੀ ਨਸਰੀਨ ਅਮੀਰ ਦੀ ਮਾਂ ਬਣਦੀ ਹੈ। ਕੁਇਟ ਇੰਡੀਆ ਮੂਵਮੈਂਟ ਵਿੱਚ ਅਰੁਣਾ ਆਸਿਫ ਅਲੀ ਦੇ ਨਾਲ ਲਾਠੀਆਂ ਖਾਣ ਵਾਲਾ ਅੰਬੇਡ ਆਪਣਾ ਇਹ ਕਿਹੜਾ ਰੂਪ ਦਿਖਾ ਰਿਹਾ ਸੀ। ਉਹ ਆਪਣੇ ਕੀਤੇ ਕਰਮਾਂ ਉੱਤੇ ਕਿਧਰੇ ਵੀ ਬਹੁਤਾ ਸ਼ਰਮਸਾਰ ਨਹੀਂ ਦਿਖਾਇਆ। ਅਖੀਰ ਵਿੱਚ ਕਲੀਨ ਚਿੱਟ ਲੈਣ ਲਈ ਉਹ ਆਪਣੀ ਸਾਰੀ ਜਾਇਦਾਦ, ਪੈਸਾ, ਕਾਰੋਬਾਰ ਆਪਣੇ 4 ਪੁੱਤਰਾਂ ਦੇ ਨਾਮ ਕਰਕੇ ਦੁਨੀਆ ਨੂੰ ਅਲਵਿਦਾ ਕਹਿ ਦਿੰਦਾ ਹੈ। ਅਸੀਂ ਨਾਵਲ ਵਿੱਚ ਇਹ ਵੀ ਦੇਖਦੇ ਹਾਂ ਕਿ ਅਨਾਰਾ ਤੋਂ ਇਲਾਵਾ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ। ਭਾਵ ਗੁਰਸ਼ਰਨ, ਨਸਰੀਨ, ਰਤੋ ਕੀ ਇਹ ਸਾਰਾ ਕੁਝ ਸਭ ਦੀ ਸਹਿਮਤੀ ਨਾਲ ਹੋਇਆ। ਅੱਗੇ ਅਸੀਂ ਦੇਖਦੇ ਹਾਂ ਕਿ ਜਿਹੜੇ ਉਸਦੇ 4 ਪੁੱਤਰ ਨੇ ਅਖੀਰ ਤੇ ਉਸਨੂੰ ਅਗਨੀ ਭੇਂਟ ਕਰਦੇ ਨੇ ਤੇ ਰਿਸ਼ਤੇ ਉੱਪਰ ਮੋਹਰ ਲੱਗ ਜਾਂਦੀ ਹੈ। ਦਿੱਲੀ ਵਾਪਿਸ ਆਏ ਬਿਸੰਬਰ ਨੂੰ ਗੁਰਸ਼ਰਨ ਕੌਰ ਪੁੱਛਦੀ ਹੈ ਕਿ ਉਸਦੀ ਚਿਖਾਂ ਨੂੰ ਅੱਗ ਕਿਸ ਲਗਾਈ। ਬਿਸੰਬਰ ਦੱਸਦਾ ਹੈ ਕਿ ਉਸਦੇ ਭਤੀਜਿਆਂ ਨੇ। ਮਾਂ ਕੋਲੋਂ ਸੱਚਾਈ ਛੁਪਾ ਕੇ ਬਿਸੰਬਰ ਆਪਣੇ ਪਿਤਾ ਦੇ ਕਾਰਨਾਮਿਆਂ ਤੇ ਵੀ ਪਰਦਾ ਪਾ ਦਿੰਦਾ ਹੈ ਤੇ ਆਪਣੇ ਪਰਿਵਾਰਿਕ ਜੀਵਨ ਨੂੰ ਵੀ ਬਚਾ ਲੈਂਦਾ ਹੈ। ਨਾਵਲ ਦੇ ਅਖੀਰ ਵਿੱਚ ਬੜੇ ਨਾਟਕੀ ਜਿਹੇ ਢੰਗ ਨਾਲ ਅਸੀਂ ਦੇਖਦੇ ਹਾਂ ਕਿ ਅੰਬੇਡ ਦੇ ਜਿਹੜੇ 4 ਪੁੱਤਰ ਨੇ ਉਹ ਇੱਕ ਦੂਸਰੇ ਨੂੰ ਦੇਖ ਰਹੇ ਨੇ, ਇੱਕ ਦੂਜੇ ਵਿੱਚੋਂ ਆਪਣੇ ਨਕਸ਼ ਵੀ ਪਹਿਚਾਨ ਰਹੇ ਨੇ ਪਰ ਕੋਈ ਕੁਝ ਨਹੀਂ ਬੋਲਦਾ। ਪਤਾ ਨਹੀਂ ਕਿਉਂ। ਨਾਵਲਕਾਰ ਨੇ ਸਾਡੇ ਸਮਾਜ ਵਿੱਚ ਪਸਰੀ ਜਾਤ ਪਾਤ ਤੇ ਠਾਕੁਰਾਂ ਦੀ ਠਕੁਰਾਈ ਬੜੇ ਨਿਸੰਗ ਹੋ ਕੇ ਪੇਸ਼ ਕੀਤੀ ਹੈ। ਇਹ ਸਾਡੇ ਸਮਾਜ ਦਾ ਇੱਕ ਨਕਾਰਾਤਮਕ ਪਹਿਲੂ ਹੈ। ਅੰਬੇਡ ਦਾ ਦੋਸਤ ਨਾਮਾ ਆਪਣੇ ਪੁੱਤਰ ਦਾ ਨਾਮ ਅੰਬੇਡ ਰੱਖਣਾ ਚਾਹੁੰਦਾ ਹੈ ਪਰ ਰੱਖਦਾ ਨਹੀਂ। ਕਿਉਂ? ਕਿਉਂਕਿ ਉਸਨੂੰ ਡਰ ਹੈ ਕਿ ਉਸਦੀ ਇਸ ਹਰਕਤ ਨਾਲ ਠਾਕੁਰ ਲੋਕ ਨਾਰਾਜ਼ ਹੋ ਜਾਣਗੇ। ਨੀਵੀਂ ਜਾਤ ਵਾਲਾ ਉੱਚੀ ਜਾਤ ਵਾਲੇ ਦਾ ਨਾਮ ਵੀ ਨਹੀਂ ਰੱਖ ਸਕਦਾ। ਨਾਵਲ ਦੀ ਕਹਾਣੀ ਦੇ ਤਾਣੇ ਪੇਟੇ ਵਿੱਚ ਜਿਵੇਂ ਜਿਵੇਂ ਅੰਬੇਡ ਦੀ ਕਹਾਣੀ ਅੱਗੇ ਵਧਦੀ ਹੈ ਤੇ ਨਾਲ-ਨਾਲ ਨਾਵਲਕਾਰ ਸਮਕਾਲੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਉਸੇ ਇਤਿਹਾਸਿਕ ਕ੍ਰਮ ਵਿੱਚ ਪੇਸ਼ ਕਰੀ ਜਾਂਦਾ ਹੈ। ਨਾਵਲ ਦੀ ਇਹ ਜੁਗਤ ਜਿੱਥੇ ਕਹਾਣੀ ਵਿੱਚ ਵਾਸਤਵਿਕਤਾ ਲਿਆਂਦੀ ਹੈ ਉੱਥੇ ਨਾਵਲ ਨੂੰ ਇਤਿਹਾਸਿਕ ਰੰਗਨ ਵੀ ਦਿੰਦੀ ਹੈ।
ਗੱਲ ਦੂਜੇ ਵਿਸ਼ਵ ਯੁੱਧ ਨਾਲ ਸ਼ੁਰੂ ਹੋਈ ਸੀ, ਜਿਸ ਵਿੱਚ ਰੂਸ, ਜਰਮਨੀ, ਅਮਰੀਕਾ, ਜਾਪਾਨ ਤੇ ਹੋਰ ਕਈ ਦੇਸ਼ ਲੜ ਰਹੇ ਨੇ। ਅਮਰੀਕਾ ਨੇ ਜਾਪਾਨ ਦੇ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਐਟਮ ਬੰਬ ਸੁੱਟੇ, ਜਾਪਾਨ ਨੇ ਹਥਿਆਰ ਪਾ ਦਿੱਤੇ ਤੇ ਸਤੰਬਰ ਵਿੱਚ ਦੂਜਾ ਵਿਸ਼ਵ ਯੁੱਧ ਖਤਮ ਹੋ ਜਾਂਦਾ ਹੈ। ਬਾਅਦ ਵਿੱਚ ਇਹ ਦਿਖਾਇਆ ਹੈ ਕਿ ਜਿਹੜੇ ਫੌਜੀ ਸਨ ਉਹ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਵਿੱਚ ਵੀ ਭਰਤੀ ਹੋ ਜਾਂਦੇ ਨੇ ਕਈ। ਬਾਅਦ ਵਿੱਚ ਅੰਗਰੇਜ਼ ਨੇ ਜਿਹੜੇ ਆਜ਼ਾਦ ਹਿੰਦ ਫੌਜ ਦੇ ਕੈਦੀਆਂ ਦੇ ਉੱਤੇ ਮੁਕੱਦਮਾ, ਉਹਨਾਂ ਨੂੰ ਕੈਦ ਕਰ ਲੈਂਦੇ ਨੇ ਤੇ ਉਹਨਾਂ ਦੀ ਰਿਹਾਈ ਲਈ ਦਿਖਾਉਂਦੇ ਨੇ ਕਿਵੇਂ ਪੰਡਿਤ ਨਹਿਰੂ ਨੇ ਉਹਨਾਂ ਦੀ ਪੈਰਵੀ ਕੀਤੀ। ਉਸ ਸਮੇਂ ਅਕਸਰ ਕਹਿੰਦੇ ਨੇ ਮਾਹੌਲ ਦੇ ਵਿੱਚ ਇਹ ਨਾਰੇ ਵੱਜਦੇ ਹੁੰਦੇ ਸੀ ਕਿ ਸੈਗਲ ਢਿੱਲੋਂ ਸ਼ਾਹ ਨਵਾਜ਼ ਆਦਿ, ਲਾਲ ਕਿਲੇ ਸੇ ਆਈ ਆਵਾਜ਼ ਸੈਗਲ ਢਿੱਲੋਂ ਸ਼ਾਹ ਨਵਾਜ਼। ਮਤਲਬ ਅਜਿਹੇ ਕਈ ਪ੍ਰਸੰਗ ਉਹਨੇ ਨਾਲ ਨਾਲ ਕਹਾਣੀ ਦੇ ਵਿੱਚ ਪੇਸ਼ ਕੀਤੇ ਨੇ। ਅੰਗਰੇਜ਼ ਸਰਕਾਰ ਨੇ 1948 ਦੀ ਬਜਾਏ 47 ਵਿੱਚ ਭਾਰਤ ਆਜ਼ਾਦ ਕਰਨ ਦਾ ਐਲਾਨ ਕੀਤਾ। ਭਾਰਤ ਵੰਡ ਦੇ ਨਤੀਜੇ ਵਜੋਂ ਪਾਕਿਸਤਾਨ ਦਾ ਹੋਂਦ ਵਿੱਚ ਆਉਣਾ, ਦੇਸ਼ ਵਿੱਚ ਸੰਪਰਦਾਇਕ ਦੰਗੇ, ਲੱਖਾਂ ਲੋਕਾਂ ਦਾ ਕਤਲੇਆਮ, ਲੁੱਟ ਖਸੂਟ, ਔਰਤਾਂ ਦੀ ਬੇਪਤੀ ਤੇ ਹੋਰ ਬਹੁਤ ਕੁਝ ਨਾਵਲਕਾਰ ਨੇ ਬੜੀ ਹੀ ਬਰੀਕੀ ਨਾਲ ਪੇਸ਼ ਕੀਤਾ ਹੈ। ਗੁਰਸ਼ਰਨ ਕੌਰ ਅਤੇ ਅਨਾਰਾਂ ਦੀ ਰੈਫਰੈਂਸ ਦੇ ਰਾਹੀਂ ਉਹਨਾਂ ਨੇ ਔਰਤਾਂ ਦੇ ਉੱਪਰ ਹੋਣ ਵਾਲੇ ਜ਼ੁਲਮ ਨੂੰ ਬਾਰ-ਬਾਰ ਬੜੇ ਅੱਛੇ ਤਰੀਕੇ ਨਾਲ ਦਿਖਾਇਆ ਹੈ। ਬਾਅਦ ਵਿੱਚ ਦਿਖਾਉਂਦੇ ਨੇ ਕਿ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦਾ ਕਤਲ, ਭਾਰਤ ਉੱਤੇ ਕਬਾਇਲੀਆਂ ਦਾ ਹਮਲਾ, ਮੁੜ ਮਸਾਓ ਮਹਿਕਮੇ ਦੇ ਕੰਮ, ਚੀਨ ਦਾ ਭਾਰਤ ਤੇ ਹਮਲਾ, 63 ਵਿੱਚ ਨਹਿਰੂ ਦੀ ਮੌਤ, ਲਾਲ ਬਹਾਦੁਰ ਸ਼ਾਸਤਰੀ ਦਾ ਪ੍ਰਧਾਨ ਮੰਤਰੀ ਬਣਨਾ, 65 ਦੀ ਲੜਾਈ, ਤਾਸ਼ਕੰਦ ਦਾ ਸਮਝੌਤਾ ਤੇ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ, ਇਹ ਸਾਰੇ ਇਤਿਹਾਸਿਕ ਵੇਰਵੇ, ਪੂਰਾ ਇਤਿਹਾਸ ਸਾਡੇ ਸਾਹਮਣੇ ਆ ਜਾਂਦਾ। ਐਵੇਂ ਲੱਗਦਾ ਕਿ ਅਸੀਂ ਹਿਸਟਰੀ ਦੀ ਕਿਤਾਬ ਵੀ ਨਾਲ ਨਾਲ ਪੜ੍ਹੀ ਜਾ ਰਹੇ ਹਾਂ। ਔਰ ਜਿਹੜੀਆਂ ਇਹ ਸਾਰਾ ਘਟਨਾਵਾਂ ਹੈ ਇਹ ਕਿੱਥੇ ਆ ਕੇ ਖਤਮ ਹੁੰਦੀਆਂ ਨੇ? 71 ਦੀ ਲੜਾਈ, ਜਦੋਂ ਬੰਗਲਾਦੇਸ਼ ਹੋਂਦ ਵਿੱਚ ਆਉਂਦਾ ਹੈ। ਨਾਵਲ ਵਿੱਚ ਇਹਨਾਂ ਘਟਨਾਵਾਂ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਅੰਬੇਰ ਕਿੰਨਾ ਲੋਕਾਂ ਨੂੰ ਮਿਲਿਆ, ਲਾਲਾ ਲਾਜਪਤ ਰਾਏ, ਅਰੁਣਾ ਆਸਿਫ ਅਲੀ, ਲਾਲ ਬਹਾਦੁਰ ਸ਼ਾਸਤਰੀ, ਜੈ ਪ੍ਰਕਾਸ਼ ਨਾਰਾਇਣ, ਅਸ਼ੋਕ ਮਹਿਤਾ, ਸ਼ੇਖ ਅਬਦੁੱਲਾ, ਕਈ ਨੇਤਾਵਾਂ ਦੇ ਉਹ ਸੰਪਰਕ ਵਿੱਚ ਆਇਆ ਹੈ। ਇੱਥੋਂ ਤੱਕ ਕਿ ਪ੍ਰਸਿੱਧ ਪੰਜਾਬੀ ਗਾਇਕ ਸੰਖੇਪ ਕਰ ਦੇਣਾ ਮਸਤਾਨਾ ਉਸ ਦਾ ਸਹਿਪਾਠੀ ਸੀ। ਬਸ ਰਵਿੰਦਰ ਖਤਮ। ਇੱਕ ਗੱਲ ਇੱਥੇ ਹੋਰ ਆਈ ਹੈ ਕਿ ਸਾਨੂੰ ਉਹਨਾਂ ਨੇ ਦੱਸਿਆ ਕਿ ਜਦੋਂ ਅੰਗਰੇਜ਼ ਭਾਰਤੀਆਂ ਨੂੰ ਫੌਜ ਵਿੱਚ ਭਰਤੀ ਕਰਦੇ ਸੀ ਤੇ ਇੱਕ ਇਤਿਹਾਸਿਕ ਸੱਚ ਉਹ ਸਾਡੇ ਨਾਲ ਸਾਂਝਾ ਕਰ ਰਿਹਾ। ਅੰਬੇਰ ਨੂੰ ਪਿੰਡ ਵਿੱਚੋਂ ਪਤਾ ਚੱਲਦਾ ਹੈ ਕਿ ਫੌਜ ਵਿੱਚ ਭਰਤੀ ਹੋਣ ਦੇ ਬਦਲੇ ਉਹਨਾਂ ਨੂੰ ਜ਼ਮੀਨ ਦਾ ਲਾਲਚ ਦਿੱਤਾ ਜਾਂਦਾ ਸੀ। ਇਹ ਗੱਲ ਦਾ ਕਦੋਂ ਪ੍ਰੂਵ ਉਹਨੂੰ ਮਿਲ ਜਾਂਦਾ ਹੈ ਕਿ ਜਦੋਂ ਉਸਦੇ ਲਾਪਤਾ ਫੌਜੀ ਭਰਾ ਵਾਪਿਸ ਆਉਂਦੇ ਹਨ ਤਾਂ ਉਸਦੇ ਤਾਏ ਨੇ ਜੋ ਉਸਦੇ ਭਰਾਵਾਂ ਦੀ ਭਰਤੀ ਵੇਲੇ ਮਿਲੀ ਹੋਈ ਜ਼ਮੀਨ ਸੀ ਆਪਣੇ ਨਾਮ ਕਰਵਾ ਲਈ ਸੀ। ਈਸ਼ਰੋ ਇਸ ਸਦਮੇ ਜੋ ਉਸਦੀ ਮਾਂ ਹੈ ਕਮਲੀ ਹੋਈ ਰੁਲ ਰੁਲ ਕੇ ਮਰ ਜਾਂਦੀ ਹੈ। ਕੁੱਲ ਮਿਲਾ ਕੇ ਅਸੀਂ ਇੰਨਾ ਕਹਿ ਸਕਦੇ ਹਾਂ ਕਿ ਨਾਵਲਕਾਰ ਨੇ ਅਤੀਤ ਦੀਆਂ ਯਾਦਾਂ ਨੂੰ ਇੱਥੇ ਸਾਡੇ ਨਾਲ ਸਾਂਝਾ ਕੀਤਾ ਹੈ ਔਰ ਇੰਨੀ ਬਰੀਕੀ ਨਾਲ ਇੰਨੇ ਵਿਸਥਾਰ ਵਿੱਚ ਉਹਨਾਂ ਨੇ ਪੂਰੇ ਵੇਰਵੇ ਦਿੱਤੇ ਨੇ ਕਿ ਸਾਨੂੰ 1945 ਦੇ ਦੌਰ ਦੇ ਵਿੱਚ ਜਾ ਕੇ ਖੜਾ ਕਰ ਦਿੰਦੇ ਨੇ। ਐਵੇਂ ਲੱਗਦਾ ਸਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੈ। ਬਾਕੀ ਬਹੁਤ ਸਾਰੀ ਡਿਟੇਲ ਪਰਚੇ ਵਿੱਚ ਹੈ। ਥੈਂਕ ਯੂ। ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਪਰ ਪੇਸ਼ ਕੀਤਾ ਹੈ ਡਾਕਟਰ ਇਕਬਾਲ ਕੌਰ ਜੀ ਨੇ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਔਰ ਧੰਨਵਾਦ। ਅਗਲਾ ਪੇਪਰ ਜਿਹੜਾ ਹੈ ਉਹ ਡਾਕਟਰ ਹਰਵੰਤ ਸਿੰਘ ਜੀ ਦਾ ਹੈ। ਬਹੁਤ ਹੀ ਚੰਗੇ ਦੋਸਤ ਹੈ ਸਾਡੇ ਔਰ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ ਇਹ ਐਸੋਸੀਏਟ ਪ੍ਰੋਫੈਸਰ ਨੇ। ਇਹਨਾਂ ਦੇ ਪੇਪਰ ਦਾ ਜਿਹੜਾ ਵਿਸ਼ਾ ਹੈ ਉਹ ਰਾਣੀ ਨਗੇਂਦਰ ਦੀ ਕਹਾਣੀ ਗ੍ਰੀਨ ਕਾਰਡ ਦੇ ਅਧਿਐਨ ਦੇ ਨਾਲ ਸੰਬੰਧਿਤ ਹੈ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਤੁਸੀਂ ਆਪਣਾ ਪੇਪਰ ਪੇਸ਼ ਕਰੋ ਔਰ ਸਮੇਂ ਦਾ ਪਲੀਜ਼ ਥੋੜਾ ਜਿਹਾ ਖਿਆਲ ਰੱਖਣਾ ਔਰ ਸੰਖੇਪ ਦੇ ਵਿੱਚ ਆਪਣੇ ਫਾਰਮੂਲੇਸ਼ਨਸ। ਥੈਂਕ ਯੂ। ਓਕੇ। ਸਤਿਕਾਰਯੋਗ ਗੁਰਦੇਵ ਪ੍ਰੋਫੈਸਰ ਜਗਬੀਰ ਸਿੰਘ, ਸੈਮੀਨਾਰ ਦੇ ਕਨਵੀਨਰ ਪ੍ਰੋਫੈਸਰ ਦਵਿੰਦਰ ਸਿੰਘ ਜੀ, ਅਰਜੀਤ ਜੀ, ਦਰਸ਼ਨ ਬੁਲੰਦਵੀ ਜੀ ਤੇ ਇਸ ਸੈਮੀਨਾਰ ਦੇ ਸਮੂਹ ਪ੍ਰਬੰਧਕ ਸਾਰੇ ਵਧਾਈ ਦੇ ਪਾਤਰ ਨੇ। ਬਹੁਤ ਹੀ ਵਧੀਆ ਸਮੇਂ ਦੇ ਅਨੁਸਾਰ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਬੁਲਾਰੇ ਖੋਜ ਪੱਤਰ ਪੜ੍ਹਨ ਵਾਲੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੈਂ ਔਰ ਬਹੁਤ ਵਧੀਆ ਤਰੀਕੇ ਨਾਲ ਪੇਪਰ ਪੇਸ਼ ਕੀਤੇ ਗਏ। ਮੇਰਾ ਜਿਹੜਾ ਪੇਪਰ ਹੈਗਾ ਉਹਦਾ ਸੰਬੰਧ ਰਾਣੀ ਨਗੇਂਦਰ ਕੌਰ ਦੀ ਪ੍ਰਵਾਸੀ ਪੰਜਾਬੀ ਕਹਾਣੀ ਗ੍ਰੀਨ ਕਾਰਡ, ਜਿਹੜੀ ਕਿ ਸਾਡੇ ਦਿੱਲੀ ਯੂਨੀਵਰਸਿਟੀ ਦੇ BA ਆਨਰਸ ਦੇ ਵਿੱਚ ਪੜ੍ਹਾਈ ਜਾਂਦੀ ਹੈ, ਉਹਦੇ ਨਾਲ ਸੰਬੰਧਿਤ ਹੈ। ਰਾਣੀ ਨਗੇਂਦਰ ਕੌਰ ਜੰਮੂ ਦੀ ਜੰਮਪਲ ਤੇ ਨਿਊਯਾਰਕ ਸ਼ਹਿਰ ਦੇ ਵਿੱਚ ਫਿਜ਼ੀਸ਼ੀਅਨ ਐਸੋਸੀਏਟ ਦੇ ਰੂਪ ਵਿੱਚ ਕਾਰਜਸ਼ੀਲ ਹੈਗੀ ਆ ਔਰ ਇਹ ਆਪਣੀਆਂ ਕਹਾਣੀਆਂ ਦੇ ਰਾਹੀਂ ਪੰਜਾਬੀ ਸਾਹਿਤ ਵਿੱਚ ਆਪਣਾ ਸਥਾਨ ਬਣਾ ਚੁੱਕੀ ਹੈ।
ਇਸ ਦੀ ਕਹਾਣੀ ਮੈਂ ਪੂਰੀ ਉਹਦੇ ਵੇਰਵੇ ਵਿੱਚ ਨਹੀਂ ਜਾਵਾਂਗਾ, ਸਿਰਫ ਕਿਉਂਕਿ ਸਮੇਂ ਦੀ ਘਾਟ ਹੈ, ਜਿਸ ਤਰ੍ਹਾਂ ਸਾਰੇ ਤੁਸੀਂ ਜਾਣਦੇ ਹੋ। ਸਿਰਫ ਇਹਦੇ ਦੋ ਨੁਕਤੇ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕਹਾਣੀ ਦੀ ਸ਼ੁਰੂਆਤ ਮੈਂ ਪਾਤਰ ਨਗਿੰਦਰ ਰਾਣੀ ਖੁਦ ਹੀ ਹੈਗੀ, ਇਸ ਵਿੱਚ ਮੈਂ ਪਾਤਰ ਦੇ ਰੂਪ ਵਿੱਚ ਹੈਗੀ ਆ। ਨਿਊਯਾਰਕ ਦੇ ਭੀੜ ਭੜੱਕੇ ਚੌਂਕ ਤੋਂ ਆਰੰਭ ਕਰਦੀ ਹੈਗੀ ਆ ਤੇ ਅੱਧੇ ਪੌਣੇ ਘੰਟੇ ਦੀ ਥੱਕ ਹਾਰ ਤੋਂ ਬਾਅਦ ਟੈਕਸੀ ਉਸ ਨੂੰ ਮਿਲਦੀ ਹੈ ਤੇ ਉਸ ਵਿੱਚ ਬੈਠ ਜਾਂਦੀ ਹੈਗੀ ਆ। ਟੈਕਸੀ ਦਾ ਡਰਾਈਵਰ ਚੁੱਪ ਅਵਸਥਾ ਵਿੱਚ ਹੈਗਾ ਔਰ ਇਹ ਇੱਥੋਂ ਹੀ ਉਹ ਕਹਾਣੀ ਆਪਣਾ ਆਰੰਭ ਕਰ ਦਿੰਦੀ ਆ। ਅਸੀਂ ਇਸ ਨੁਕਤੇ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਚੁੱਪ ਆਖਰ ਕਿਸ ਰਹੱਸ ਦੇ ਨਾਲ ਸੰਬੰਧਿਤ ਹੈਗੀ। ਕਹਾਣੀਕਾਰ ਡਰਾਈਵਰ ਨੂੰ ਕਹਿੰਦੀ ਹੈ, ਤੁਸੀਂ ਫੋਰੈਸਟ ਹਿਲਸ ਮੈਨੂੰ ਲੈ ਚਲੋ। ਡਰਾਈਵਰ ਚੁੱਪ ਰਹਿੰਦਾ। 2-3 ਵਾਰੀ ਉਹ ਡਰਾਈਵਰ ਨੂੰ ਬੁਲਾਉਂਦੀ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਆ, ਪਰ ਡਰਾਈਵਰ ਅੱਗੋਂ ਕੋਈ ਹੁੰਗਾਰਾ ਨਹੀਂ ਦਿੰਦਾ। ਐਤਕੀ ਪਤਲੀ ਜਹੀ ਦੇਸੀ ਆਵਾਜ਼ ਮੈਨੂੰ ਕੁਝ ਚੌਂਕਾਇਆ, ਕਿਊਨ ਗਾਰਡਸ। ਫਿਰ ਚੁੱਪ ਵਰਤ ਗਈ। ਕੁਝ ਸਮਾਂ ਬੀਤਣ ਤੋਂ ਬਾਅਦ ਮੈਂ ਪਾਤਰ ਪੁੱਛਦੀ ਹੈ, ਪਿੱਛੋਂ ਕਿੱਥੋਂ ਦੇ ਹੋ। ਐਤਕ ਵੀ ਉਸ ਮੇਰੀ ਗੱਲ ਦਾ ਕੋਈ ਨਾ ਗੋਲੀ। ਅਜੀਬ ਸ਼ੈ ਹੈ, ਮੈਂ ਦਿਲ 'ਚ ਸੋਚਿਆ, ਹੋ ਸਕਦਾ ਹੈ ਉੱਚਾ ਸੁਣਦਾ ਹੋਵੇ। ਇਸ ਕਹਾਣੀ ਦਾ ਇਹ ਚਿੱਤਰ ਮਹੱਤਵਪੂਰਨ ਹੈ ਕਿਉਂਕਿ ਇਹ ਚੁੱਪ ਸਹਿਜ ਚੁੱਪ ਨਹੀਂ, ਇਸ ਪਿੱਛੇ ਕੋਈ ਨਾ ਕੋਈ ਮਨ ਅੰਦਰ ਤੌਖਲਾ ਹੈ, ਕੋਈ ਦੁਬਦਾ ਹੈ, ਕੋਈ ਉਡੀਕ ਹੈ। ਇਹ ਅਜਿਹੀ ਉਡੀਕ ਜੋ ਫਾਇਦੇਮੰਦ ਵੀ ਹੋ ਸਕਦੀ ਹੈ ਤੇ ਨੁਕਸਾਨਦੇਹ ਵੀ। ਹਾਂ ਪੱਖੀ ਭਵਿੱਖ ਨਾਲ ਸੰਬੰਧਿਤ ਹੋ ਸਕਦੀ ਹੈ ਜਾਂ ਨਾ ਪੱਖੀ ਭਵਿੱਖ ਦੀ ਦਸ਼ਾ ਤੇ ਦਿਸ਼ਾ ਵੀ ਬਦਲ ਸਕਦੀ ਹੈ। ਇਸ ਚੁੱਪ ਦੇ ਰਹੱਸ ਨੂੰ ਅਸੀਂ ਮੈਂ ਪਾਤਰ ਦੁਆਰਾ ਸ਼ਨਾਖਤੀ ਰੂਪ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਹਾਣੀ ਦਾ ਇੱਥੇ ਅੱਖ, ਮੈਂ ਉਸ ਨੂੰ ਪਹਿਲੀ ਵਾਰ ਸਿਰ ਤੋਂ ਪੈਰ ਤੱਕ ਤੱਕਿਆ। ਕੱਦ ਕਾਠ ਚੰਗਾ, ਰੰਗ ਸਾਵਲਾ, ਬੁੱਝੀਆਂ ਅੱਖਾਂ, ਲੰਬੇ ਹਿੱਪੀ ਵਰਗੇ ਸਿਰ ਦੇ ਵਾਲ, ਕਟੀ ਤੇ ਵਧੀ ਦਾੜੀ, ਪਾਟੀ ਉਧੜੀ ਜੀਨ ਤੇ ਜੈਕਟ ਚ ਉਹਦਾ ਸਾਰਾ ਸਰਾਪਾ ਮੈਨੂੰ ਘਸਮੈਲਾ ਤੇ ਕੁਮਲਾਇਆ ਜਿਹਾ ਲੱਗਾ। ਕਹਾਣੀ ਦਾ ਪਾਤਰ ਚੁੱਪਧਾਰੀ ਅਜੇ ਵੀ ਬੈਠਾ, ਜਿਸ ਦੀਆਂ ਅੱਖਾਂ ਬੁੱਝੀਆਂ, ਚਿੰਤਤ ਤੇ ਪ੍ਰਸ਼ਨਧਾਰਕ ਮੁਦਰਾ ਵਿੱਚ ਹਨ। ਉਹ ਭਵਿੱਖਮੁਖੀ ਦਿਸ਼ਾ ਦੀ ਸੋਚ ਵਿੱਚ ਵਿਚਰ ਰਿਹਾ ਹੈ। ਅਜਿਹੀ ਅਸਾਧਾਰਨ ਤਣਾਉਗਤ ਸਥਿਤੀ ਮਨ ਅੰਦਰ ਬੇਚੈਨੀ ਪੈਦਾ ਕਰ ਰਹੀ ਹੈ। ਰਾਣੀ ਨਗਿੰਦਰ ਕੌਰ ਅਜਿਹੀ ਸਥਿਤੀ ਨੂੰ ਬੁੱਝੀਆਂ ਅੱਖਾਂ ਦੇ ਪ੍ਰਤੀਕ ਰਾਹੀਂ ਗੰਭੀਰਤਾ ਵੱਲ ਮੋੜਾ ਦਿੰਦੀ ਹੈ। ਇਹ ਬੁੱਝੀਆਂ ਅੱਖਾਂ ਤੇ ਜਵਾਨ ਚੁੱਪ, ਇਹ ਚੁੱਪ ਦਾ ਸੁਭਾਅ ਬੜਾ ਮਾਰਖੋਰਾ ਹੁੰਦਾ। ਚੁੱਪ ਵਿੱਚ ਵੀ ਮਨ ਮੁਕਤ ਅਵਸਥਾ ਵਿੱਚ ਨਹੀਂ ਹੁੰਦਾ। ਮਨੁੱਖੀ ਮਨ ਅੰਦਰ ਕਲਪਨਾਵਾਂ, ਸੁਪਨੇ, ਇੱਛਾਵਾਂ, ਵਿਉਂਤਾਂ ਅਤੇ ਸੰਭਾਵਨਾ ਸਭ ਅੰਗ ਸੰਗ ਚੱਲਦੀਆਂ ਨੇ। ਚੁੱਪ ਮਨ ਨੂੰ ਸਵੈ ਸੰਵਾਦ ਵੱਲ ਮੋੜਨ ਦਾ ਇਸ਼ਾਰਾ ਹੋ ਰਿਹਾ ਇਹਦੇ ਵਿੱਚ। ਕੁਝ ਸਮੇਂ ਲਈ ਲੱਗਦਾ ਹੈ ਕਿ ਪਾਤਰ ਕੁਝ ਸਮੇਂ ਲਈ ਆਪਣੀ ਵਾਸਤਵਤਾ ਵੱਲੋਂ ਪਿੱਠ ਜੋੜ ਕੇ ਕੁਝ ਹੋਰ ਹੀ ਸੋਚਣ ਦੇ ਯਤਨ ਵਿੱਚ ਹੈ। ਅਜਿਹੀ ਸਥਿਤੀ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਤੁਕ ਹੈ, ਨਰ ਚਾਹਤ ਕੁਛ ਔਰ, ਔਰੇ ਕੀ ਔਰੇ ਵੇ। ਇਸ ਚੁੱਪ ਵਿੱਚ ਘਿਰਿਆ ਇਹ ਪਾਤਰ ਮਨ ਦੇ ਵਿੱਚ ਜਿਹੜੀ ਚਾਹਤ ਲਈ ਬੈਠਾ ਹੈਗਾ, ਉਸ ਨੂੰ ਲੱਗਦਾ ਕਿ ਉਹਦੀ ਇਹ ਚਾਹਤ ਹੋ ਸਕਦਾ ਪੂਰੀ ਹੋਵੇ ਜਾਂ ਨਾ ਹੋਵੇ। ਇਹ ਚੁੱਪ ਦੀ ਘਟਨਾ ਸਥਿਤੀ ਨਿਊਯਾਰਕ ਦੇ ਭੀੜ ਭੜੱਕੇ ਚੌਂਕ ਤੋਂ ਸ਼ੁਰੂ ਹੁੰਦੀ ਹੈਗੀ ਆ, ਜਿੱਥੇ ਵਸਦਾ ਸ਼ਹਿਰ ਹੈ, ਪਰ ਉਹ ਵਸਦੇ ਸ਼ਹਿਰ ਦੇ ਵਿੱਚ ਇਹ ਪਾਤਰ ਚੁੱਪਚਾਪ ਸ਼ਾਂਤ, ਕਿਸੇ ਨਾਲ ਕੋਈ ਗੱਲ ਨਹੀਂ ਕਰਦਾ। ਮੈਂ ਪਾਤਰ ਫੇਰ ਪੁੱਛਦੀ ਹੈ ਉਸਨੂੰ, ਨਾਂ ਕੀ ਹੈ ਤੁਹਾਡਾ? ਜੀ ਦੀਪਕ, ਪਰ ਸਾਰੇ ਮੈਨੂੰ ਸਿੱਪੀ ਕਹਿੰਦੇ ਨੇ। ਸਿੱਪੀ? ਹਾਂ ਜੀ ਸਿੱਪੀ, ਕਾਰਗੋ ਸ਼ਿਪ 'ਚ ਕੰਮ ਕਰਦਾ ਸਾਂ। ਇੱਕ ਵਾਰੀ ਸਾਡਾ ਸ਼ਿਪ ਨਿਊਯਾਰਕ ਹਾਰਬਰ ਤੇ ਆ ਲੱਗਾ, ਸਾਨੂੰ ਸ਼ੋਰ ਲੀਵ ਮਿਲੀ ਜੋ ਹਾਲੇ ਤੱਕ ਨਹੀਂ ਮੁੱਕੀ। ਉਹ ਦਿਨ
ਤੇ ਇਹ ਦਿਨ। ਦੀਪਕ ਦੇਸ਼ ਰਹਿ ਗਿਆ, ਸਿੱਪੀ ਪ੍ਰਦੇਸ਼ ਵਸ ਗਿਆ। ਖੈਰ, ਸਿੱਪੀ ਨਾ ਤਾਂ ਦਿਲਚਸਪ ਹੈ। ਮੈਂ ਪਾਤਰ ਬੋਲੀ। ਚੁੱਪ ਪਾਤਰ ਕਹਿੰਦਾ, ਮੈਂ ਕਹਿੰਦਾ ਇਹ ਨਾਂ ਤੁਸੀਂ ਰੱਖ ਲਓ ਤੇ ਹਰਾ ਪੱਤਾ ਮੈਨੂੰ ਦੇ ਦਿਓ। ਹਰਾ ਪੱਤਾ? ਉਹ ਜੀ ਗ੍ਰੀਨ ਕਾਰਡ। ਕਿੰਨੀ ਦੇਰ ਹੋਈ ਇੱਧਰ ਆਏ ਨੂੰ? 8 ਸਾਲ। ਪਰ ਜੀ ਆਉਣਾ ਕਿਸੇ ਅਰਥ ਨਹੀਂ ਆਇਆ। ਨਾ ਘਰ ਜੋਗੇ, ਨਾ ਇੱਥੇ ਰਹਿਣ ਜੋਗੇ। ਧੋਬੀ ਦੇ ਕੁੱਤੇ ਹਾਂ। ਉਹਦਾ ਦਿਲ ਨੱਕੋ ਨਿੱਕ ਭਰ ਆਇਆ। ਇਹੋ ਜਿਹੀ ਸਥਿਤੀ ਆਮ ਕਰਕੇ ਪ੍ਰਵਾਸੀਆਂ ਦੀ ਬਣੀ ਰਹਿੰਦੀ ਹੈ ਜਦ ਤੱਕ ਉਹਨਾਂ ਦਾ ਭਵਿੱਖ ਕੋਈ ਸੁਰੱਖਿਅਤ ਸਥਾਨ ਤੇ ਨਹੀਂ ਪਹੁੰਚਦਾ। 8 ਸਾਲ ਦੇ ਲੰਬੇ ਸਫ਼ਰ ਵਿੱਚ ਉਹ ਸਿਰਫ ਟੈਕਸੀ ਚਲਾ ਰਿਹਾ। ਐਸਾ ਉਹਨੇ ਪ੍ਰੋਫੈਸ਼ਨ ਚੁਣਿਆ ਜਿਹਦੇ ਵਿੱਚ ਨਾ ਤਾਂ ਉਹਦੇ ਕੋਲ ਪੈਸਾ ਹੀ ਜੁੜਿਆ ਤੇ ਨਾ ਹੀ ਉਹਨੂੰ ਆਪਣੇ ਜੋਗੀ ਕਦੇ ਵੇਲ ਮਿਲੀ। ਕਹਾਣੀਕਾਰ ਪ੍ਰਵਾਸ ਵਿੱਚ ਪੰਜਾਬੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਚਿੱਤਰਦੀ ਹੈ ਕਿ ਸਿੱਪੀ ਵੱਲੋਂ ਗ੍ਰੀਨ ਕਾਰਡ ਲੈਣ ਲਈ ਆਪਣੇ ਵਿਰਾਸਤੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਉਹ ਛੱਡ ਦਿੰਦਾ ਹੈਗਾ, ਵਾਲ ਕਟਾ ਲੈਂਦਾ ਹੈਗਾ, ਪਹਿਰਾਵਾ ਬਦਲ ਲੈਂਦਾ ਹੈਗਾ। ਸਭ ਕੁਝ ਤਿਆਗ ਦੇਣ ਤੋਂ ਬਾਅਦ ਵੀ, ਇਹਨਾਂ ਕਦਰਾਂ ਕੀਮਤਾਂ ਦੇ ਪਿਛੋਕੜ ਨੂੰ ਤਿਆਗਣ ਤੋਂ ਬਾਅਦ ਵੀ ਉਸ ਨੂੰ ਫੇਰ ਵੀ ਉਹ ਦੁਖਾਂਤ ਬਾਹਰ ਨਹੀਂ ਕੱਢ ਪਾਉਂਦਾ। ਅਜੇ ਵੀ ਉਹ ਦੁਖਾਂਤ ਦੇ ਵਿੱਚ ਹੀ ਚੁੱਪ ਹੈਗਾ। ਚੁੱਪ ਦੇ ਬਿਰਤਾਂਤ ਤੋਂ ਨਿਊਯਾਰਕ ਦੇ ਆਰੰਭ ਕਰਕੇ ਰਾਣੀ ਨਗੇਂਦਰ ਪੰਜਾਬ ਦੇ ਸੰਕਟ ਤੱਕ ਲੈ ਆਉਂਦੀ ਹੈ। ਇਹ ਉਸ ਦਾ ਕਹਾਣੀ ਦਾ ਦੂਸਰਾ ਮੱਧ ਫਿਰ ਸ਼ੁਰੂ ਹੋ ਜਾਂਦਾ ਹੈ। ਜਿਸ ਵੇਲੇ ਅੰਮ੍ਰਿਤਸਰ ਜਾਣ ਦਾ ਮੈਂ ਪਾਤਰ ਕਹਿੰਦੀ ਆ, ਜਿਸ ਵੇਲੇ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾਉਂਦੀ ਤਾਂ ਘਰ ਦੇ ਇਹ ਕਹਿ ਕੇ ਪ੍ਰੋਗਰਾਮ ਰੱਦ ਕਰ ਦਿੰਦੇ ਕਿ ਪੰਜਾਬ ਦਾ ਵਾਤਾਵਰਣ ਬੜਾ ਖਰਾਬ ਹੈ, ਜ਼ਿੰਦਗੀ ਸੁਰੱਖਿਅਤ ਨਹੀਂ। ਮਨ ਬੋਝਲ ਤੇ ਉਦਾਸ ਹੋ ਜਾਂਦਾ। ਮੈਂ ਪਾਤਰ ਫਿਰ ਅੱਗੇ ਪੰਜਾਬ ਦੀ ਸਥਿਤੀ ਵਿੱਚ ਆ ਜਾਂਦੀ ਆ ਤੇ ਆਪਣੇ ਆਪ ਨੂੰ ਇੱਥੋਂ ਦੇ ਬਿਰਤਾਂਤ ਨਾਲ ਸੰਬੰਧਿਤ ਕਰਦੀ ਹੈ। ਉਹ ਕਹਿੰਦੀ ਹੈ, ਖੂਨ ਨਾਲ ਲਿਬੜਿਆ ਇਹ ਵਰਕਾ 1984 ਵਿੱਚ ਦਰਬਾਰ ਸਾਹਿਬ ਤੇ ਹੋਇਆ ਹਮਲਾ, ਜੰਗਨੁਮਾ ਵਾਤਾਵਰਣ, ਹਵਾਈ ਗੰਨਾਂ, ਰਾਈਫਲਾਂ, ਸਟੇਨ ਗੰਨਾਂ, ਤੋਪ, ਟੈਂਕ, ਲਾਸ਼ਾਂ, ਅਕਾਲ ਤਖਤ ਦੀ ਤਬਾਹੀ ਤੇ ਅੰਮ੍ਰਿਤਸਰ ਸਾਰਾ ਉਦਾਸ ਨਜ਼ਰ ਆਉਂਦਾ। ਰਾਣੀ ਨਗੇਂਦਰ ਕੌਰ ਪੰਜਾਬ ਨੂੰ ਖੂਨੀ ਰਾਜਨੀਤਿਕ ਇਤਿਹਾਸ ਵੱਲ ਪਰਤਦੀ ਹੈ। ਪੰਜਾਬ ਵੈਦਿਕ ਕਾਲ ਤੋਂ ਹੀ ਮੁਗਲ ਕਾਲ ਤੋਂ ਗੁਜ਼ਰਦਾ ਹੋਇਆ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਰਾਜਸੀ ਬਲ ਦੁਆਰਾ ਲਹੂ ਲੁਹਾਨ ਹੀ ਹੁੰਦਾ ਆਇਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਚਿਤਰਿਆ। ਪਾਪ ਕੇ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਬਿਲਾ, ਸ਼ਰਮ ਧਰਮ ਦੇ ਛਪ ਖਲੋਏ, ਕੂੜ ਫਿਰੇ ਪ੍ਰਧਾਨ ਬਿਲਾ। ਪੰਜਾਬ ਵਿੱਚ ਰਾਜਸੀ ਧੱਕੇ ਸ਼ੁਰੂ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਲਲਕਾਰਿਆ ਵੀ, ਪਰ ਇਹ ਲਲਕਾਰ ਅੱਜ ਤੱਕ ਵੀ ਨਿਰੰਤਰ ਚੱਲਦੀ ਆ, ਜਿਹੜਾ ਕਿ ਅਸੀਂ ਹੁਣ ਵੀ ਦੇਖ ਰਹੇ ਹਾਂ ਕਿਸਾਨੀ ਸੰਘਰਸ਼ ਦੇ ਰੂਪ ਵਿੱਚ ਸਾਨੂੰ ਇਸ ਮੌਜੂਦਾ ਸਥਿਤੀ ਵਿੱਚ ਨਜ਼ਰ ਆਉਂਦੀ ਹੈ। ਇਸ ਰਾਜਸੀ ਧੱਕੇ ਸ਼ਾਹੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਰੂਪਾਂਤਰ ਹੁੰਦੀ ਆਈ ਆ ਔਰ ਇਹ ਲਗਾਤਾਰ ਅੱਗੇ ਵੱਧਦੀ ਗਈ। ਇਸ ਸੰਕਟ ਨੂੰ ਬਾਰੇ ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰਾ ਸਾਹਿਤ ਔਰ ਬਹੁਤ ਸਾਰਾ ਇਹ ਬਿਰਤਾਂਤ ਸਿਰਜਿਆ ਗਿਆ। ਇਸ ਬਿਰਤਾਂਤ ਦੀ ਹੋਰ ਅੱਗੇ ਵਿਆਖਿਆ ਦੇਣ ਵਾਸਤੇ ਮੈਂ ਇੱਕ ਨਸਰਾਲੀ ਜੀ ਦੀ ਕਹਾਣੀ ਦਾ ਥੋੜਾ ਜਿਹਾ ਹਵਾਲਾ ਦੇਣਾ ਚਾਹੁੰਦਾ, ਤਾਂ ਕਿ ਇਸ ਬਿਰਤਾਂਤ ਨੂੰ ਬਹੁਤ ਅਸੀਂ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਜਿਹੜੀ ਰਾਣੀ ਨਗੇਂਦਰ ਨੇ ਆਪਣੇ ਇਸ ਕਹਾਣੀ ਵਿੱਚ ਸਿਰਜਿਆ। ਆਪ ਸਾਹਿਬ ਥੋੜਾ ਜਿਹਾ ਸੰਖੇਪ ਰੱਖਣਾ ਹੁਣ ਤਾਂ ਨਾ। ਬਿਲਕੁਲ ਮੈਂ ਸੰਖੇਪ, ਬਸ ਹੁਣ ਲਾਸਟ ਤੇ ਹਾਂ ਮੈਂ ਇਹ, ਕਿਉਂਕਿ ਹੁਣ ਬਹੁਤਾ ਹਵਾਲਾ ਨਹੀਂ ਦੇਵਾਂਗਾ। ਬਲਜਿੰਦਰ ਨਸਰਾਲੀ ਆਪਣੇ ਕਹਾਣੀ ਸੰਗ੍ਰਹਿ ਡਾਕਖਾਨਾ ਖਾਸ ਦੀ ਕਹਾਣੀ ਸੂਰਜਵੰਸ਼ੀ ਵਿੱਚ ਪੰਜਾਬ ਸੰਕਟ ਨੂੰ ਵਿਗਿਆਨਕ ਨਜ਼ਰੀਏ ਤੋਂ ਚਿੱਤਰਦਾ। ਇਹ ਸੰਕਟ ਲੋਕ ਵਿਰੋਧੀ ਤੇ ਫਿਰਕੂ ਸਿਆਸਤ ਦੀ ਪੈਦਾਇਸ਼ ਹੈ। ਬਲਜਿੰਦਰ ਨਸਰਾਲੀ ਨੇ ਰਾਜਸੀ ਪਾਤਰ ਦਲਸ਼ੇਰ ਸਿੰਘ ਤੇ ਸਰਕਾਰੀ ਤੰਤਰ ਦੇ ਵਿੱਚ
ਸੰਬੰਧਿਤ ਮੁਲਾਜ਼ਮ ਥਾਣੇਦਾਰ ਦੀ ਕਾਰਗੁਜ਼ਾਰੀ ਨੂੰ ਬਹੁਤ ਬਖੂਬੀ ਨਿਭਾਇਆ। ਅਸੀਂ ਇਹ ਦੇਖਦੇ ਹਾਂ ਕਿ ਇਸ ਕਹਾਣੀ ਦੇ ਅੰਤ ਦੇ ਵਿੱਚ ਇਹ ਦੁਖਾਂਤ ਕਹਾਣੀ ਹੋ ਗਈ ਆ। ਮੈਂ ਪਾਤਰ ਵਾਪਸ ਨਿਊਯਾਰਕ ਮੁੜਦੀ ਆ। ਇਹ ਸਾਰਾ ਸੀਨ ਦੇਖ ਕੇ ਉਹਦਾ ਮਨ ਉਦਾਸ। ਹੁਣ ਇਹ ਮੈਂ ਪਾਤਰ ਕੱਲਾ ਨਹੀਂ ਹੈਗਾ, ਇਹਦੇ ਨਾਲ ਇਹ ਸਾਰੇ ਪਾਤਰ ਸੰਬੰਧਿਤ ਹੋ ਜਾਂਦੇ ਆ। ਹੁਣ ਇਹ ਚੁੱਪ ਨਿਜ ਤੋਂ ਸਮੂਹਿਕ ਬਲ ਰੂਪ ਧਾਰਨ ਕਰ ਲੈਂਦੀ ਹੈ। ਇਹ ਚੁੱਪ ਵਿੱਚ ਨਿਰੀ ਚੁੱਪ ਹੀ ਨਹੀਂ, ਸਗੋਂ ਇਸ ਚੁੱਪ ਮਾਨਵੀ ਹਿੱਤਾਂ ਪ੍ਰਤੀ ਹਮਦਰਦੀ ਹੈ ਤੇ ਆਪਣਿਆਂ ਨੂੰ ਇਸ ਸੰਕਟ ਤੇ ਕਿਸ ਤਰ੍ਹਾਂ ਨਿਗਲਿਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਸੀਨ ਉਸਾਰਦੀ ਹੈ ਔਰ ਮਹਿਸੂਸ ਕਰਦੀ ਹੈ ਕਿ ਇਹ ਦੁਖਾਂਤ ਸਿਰਫ ਇੱਕ ਦਾ ਨਹੀਂ, ਸਗੋਂ ਇਹ ਦੁਖਾਂਤ ਜਨ ਸਮੂਹ ਦੇ ਵਿੱਚ ਵਾਸਤੇ ਸਾਰੇ ਸੰਸਾਰ ਦੇ ਪੰਜਾਬੀਆਂ ਦਾ ਹੈਗਾ। ਇਸ ਤਰ੍ਹਾਂ ਇਹ ਕਹਾਣੀ ਤੇ ਹੋਰ ਬਹੁਤ ਸਾਰੇ ਪੱਖ ਨੇ, ਪਰ ਕਿਉਂਕਿ ਇਸ ਦੇ ਬਾਰੇ ਜਿਵੇਂ ਪ੍ਰੋਫੈਸਰ ਰਵਿੰਦਰ ਸਿੰਘ ਨੇ ਸਾਡਾ ਭਾਰ ਹਲਕਾ ਕਰ ਦਿੱਤਾ ਕਿ ਅਸੀਂ ਇਹਨੂੰ ਮੁੜ ਕੇ ਸਾਰੇ ਪਰਚਿਆਂ ਨੂੰ ਆਪਣੀ ਆਵਾਜ਼ 'ਚ ਰਿਕਾਰਡ ਕਰਕੇ ਇਹਨਾਂ ਨੂੰ ਭੇਜ ਸਕਦੇ ਹਾਂ ਤੇ ਇਹ ਜਿੱਥੇ ਵੀ ਕਿਸੇ ਨੂੰ ਸੰਬੰਧਿਤ ਹੋਣਗੇ ਉਹ ਇਹਨਾਂ ਦੇ ਬਾਰੇ YouTube ਤੋਂ ਲਾਹਾ ਲੈ ਸਕਦਾ। ਰਵਿੰਦਰ ਸਿੰਘ ਜੀ ਨਸਰਾਲੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ, ਸਭ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਹਰਵੰਸ ਸਿੰਘ ਜੀ। ਹੁਣ ਮੈਂ ਇਸ ਤੋਂ ਪਹਿਲਾਂ ਕਿ ਅਗਲੇ ਵਕਤਾਂ ਨੂੰ ਸੱਦਾ ਦੇਵਾਂ, ਮੈਨੂੰ ਨਜ਼ਰ ਆ ਰਿਹਾ ਕਿ ਅਕਾਲ ਅੰਮ੍ਰਿਤ ਜੀ ਨੇ ਜੁਆਇਨ ਕਰ ਲਿਆ ਤੇ ਹੋਰ ਵੀ ਜਿਹੜੇ ਸੱਜਣ ਕੁਝ ਸਾਡੇ ਨਾਲ ਜੁਆਇਨ ਹੈ। ਤੁਹਾਡਾ ਸਵਾਗਤ ਹੈ ਜੀ। ਇੱਕ ਹੋਰ ਖਬਰ ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਕਿ 2 ਵਜੇ ਤੋਂ ਬਾਅਦ ਜਾਂ 2 ਵਜੇ ਤੋਂ ਇੱਕ ਜਿਹੜਾ ਪੈਰਲਰ ਸੈਸ਼ਨ ਹੈ ਜਿਹਦੀ ਪ੍ਰਧਾਨਗੀ ਡਾਕਟਰ ਅਕਾਲ ਗਿੱਲ ਜੀ ਨੇ ਕਰਨੀ ਹੈ ਤੇ ਉਹਦੇ ਵਿੱਚ ਸ਼੍ਰੀ ਵਰਿਆਮ ਮਸਤ ਉਹ ਮੁੱਖ ਮਹਿਮਾਨ ਉਹਦੇ ਵਿੱਚ ਹੋਣਗੇ ਤੇ ਉਹਦੇ ਵਿੱਚ 6 ਪੇਪਰ ਪੜ੍ਹੇ ਜਾਣਗੇ ਤੇ ਮੈਂ ਇੱਕ ਵਾਰੀ ਉਹਨਾਂ ਦਾ ਨਾਮ ਲੈਣਾ ਕਿ ਉਹ 2 ਵਜੇ ਦੇ ਕਰੀਬ ਇੱਕ ਜਿਹੜਾ ਲਿੰਕ ਹੈ ਉਹਨਾਂ ਨੂੰ ਗਰੁੱਪ ਦੇ ਵਿੱਚ ਹੁਣੇ ਸ਼ੇਅਰ ਕਰ ਦਿੱਤਾ ਗਿਆ, ਉਸ ਲਿੰਕ ਦੇ ਨਾਲ ਉਹ ਜੁਆਇਨ ਕਰ ਲੈਣਗੇ। ਉਹਦੇ ਵਿੱਚ ਡਾਕਟਰ ਪ੍ਰਿਥਵੀਰਾਜ ਥਾਪਰ, ਡਾਕਟਰ ਹਲਵਿੰਦਰ ਸਿੰਘ, ਸੰਦੀਪ ਕੌਰ ਰਿਸਰਚ ਸਕਾਲਰ ਹੈ, ਗਗਨਦੀਪ ਸਿੰਘ, ਕੁਲਜੀਤ ਸਿੰਘ ਤੇ ਡਾਕਟਰ ਸਿਮਰਨਜੀਤ ਕੌਰ। ਇਹ ਜਿਹੜੇ ਪੇਪਰ 6 ਪ੍ਰੈਜ਼ੈਂਟਰਸ ਹੈਗੇ ਆ, ਇਹ 2 ਵਜੇ ਦੇ ਕਰੀਬ ਤੁਸੀਂ ਦੂਸਰੇ ਲਿੰਕ ਨਾਲ ਜੁਆਇਨ ਕਰ ਲਓਗੇ। ਤੇ ਇਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਪੇਪਰ ਹੈ ਉਹ ਡਾਕਟਰ ਕਮਲਜੀਤ ਸਿੰਘ ਦਾ ਹੈ, ਇਸੇ ਕਾਲਜ ਤੋਂ ਹੀ, ਦਿਆਲ ਸਿੰਘ ਕਾਲਜ ਤੋਂ ਹੀ ਹੈ, ਮੇਰੇ ਨਾਲ ਹੀ ਮੇਰੇ ਅਧਿਆਪਕ ਸਾਥੀ ਨੇ ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਆਪਣਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਰਵਿੰਦਰ ਸਿੰਘ ਜੀ ਦਾ। ਚूंकि समय की बहुत घाट है तो सैशन सानू 2 बजे तक चलाना सीगा ते अगले 2 पैरलर सैशन का टाइम 2 बजे का। तो मैं अपने लम्मा समा ना लैके मैं जिहड़े नुकते हैगे ने उन्हां उत्ते गल करांगा। सब तो पहला मैं तह दिलों जिहड़ा स्वागत करता गुरचरण सग्गू जी का, जिहड़े कि सैशन विच मुख मेहमान के तौर पर शिरकत कर रहे हैं ते इस पूरे सैशन की प्रधानगी कर रहे बलजिंदर नसराली जी ते मेरे गुरुवर प्रोफैसर जगबीर सिंह ਨੂੰ ਨਮਨ ਕਰਦਾ ਹੋਇਆ ਮੇਰਾ ਜਿਹੜਾ ਸੈਮੀਨਾਰ ਦੇ ਪੇਪਰ ਦਾ ਜਿਹੜਾ ਟਾਈਟਲ ਹੈ ਉਹ ਦਰਸ਼ਨ ਸਿੰਘ ਧੀਰ ਦੇ ਨਾਵਲਾਂ ਅੰਦਰ ਦਰਪੇਸ਼ ਮਨੁੱਖੀ ਸਰੋਕਾਰਾਂ ਦੀ ਪਰਖ ਪੜਚੋਲ ਨਾਲ ਸੰਬੰਧਿਤ ਹੈ। ਕਿਉਂਕਿ ਇੱਕ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਪ੍ਰਵਾਸ ਨੇ ਸਮਾਜ ਅਤੇ ਸਾਹਿਤ ਦੀ ਸਿਰਜਣਾ ਵਿੱਚ ਇੱਕ ਵਿਲੱਖਣ ਭੂਮਿਕਾ ਨੂੰ ਨਿਭਾਇਆ ਹੈ ਤੇ ਪ੍ਰਵਾਸੀ ਪੰਜਾਬੀ ਸਾਹਿਤ ਸਿਰਜਣਾ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਕਹਾਣੀ, ਕਵਿਤਾ, ਨਾਵਲ ਆਦਿ ਰਾਹੀਂ ਇਹ ਆਪਣੇ ਇੱਕ ਨਿਵੇਕਲੇ ਅਨੁਭਵਾਂ ਦੀ ਪੇਸ਼ਕਾਰੀ ਕਰਦਿਆਂ ਪੰਜਾਬੀ ਸਾਹਿਤ ਨੂੰ ਇਹਨਾਂ ਨਿਵੇਕਲੇ ਅਨੁਭਵਾਂ ਦੀ ਛੋਹ ਪ੍ਰਾਪਤ ਕਰਾਉਂਦਾ ਹੈ। ਮੇਰਾ ਜਿਹੜਾ ਮੁੱਖ ਵਿਸ਼ਾ ਜਿਵੇਂ ਮੈਂ ਆਪਣੇ ਟਾਈਟਲ ਦੇ ਵਿੱਚ ਤੁਹਾਨੂੰ ਦੱਸਿਆ ਹੈ ਦਰਸ਼ਨ ਸਿੰਘ ਧੀਰ ਨਾਲ ਸੰਬੰਧਿਤ ਹੈ। ਉਹਨਾਂ ਦੇ ਜਿਹੜੇ ਪ੍ਰਮੁੱਖ ਨਾਵਲ ਨੇ ਆਪਣੇ ਆਪਣੇ ਰਾਹ, ਸੰਘਰਸ਼, ਧੁੰਦਲਾ ਸੂਰਜ, ਲਕੀਰਾਂ ਤੇ ਮਨੁੱਖ, ਪੈੜਾਂ ਦੇ ਆਰ ਪਾਰ, ਘਰ ਤੇ ਕਮਰੇ, ਇਸ ਤਰ੍ਹਾਂ ਕਰਦਿਆਂ ਹੋਇਆ ਉਹਨਾਂ ਦੇ ਕੁਝ ਪ੍ਰਮੁੱਖ ਨਾਵਲ ਇਹ ਲੋਕ, ਰਣਭੂਮੀ, ਵੈਣ ਤੇ ਇਹਨਾਂ ਨਾਵਲਾਂ ਦੇ ਅੰਦਰ
ਜਿਵੇਂ ਵਹਿਣ ਦੀ ਮੈਂ ਗੱਲ ਕਰਾਂ ਤੇ ਇਤਿਹਾਸਕ ਨਾਵਲ ਦੀ ਸੰਗਿਆ ਵਿੱਚ ਰੱਖਿਆ ਜਾ ਸਕਦਾ ਹੈ, ਉਸ ਦੇ ਰਾਹੀਂ ਬਿਰਤਾਂਤ ਨੂੰ ਜਿਹੜਾ ਬਿਆਨ ਕਰਦੇ ਨੇ। ਪਰ ਮੈਂ ਹੁਣ 1-2 ਮਿੰਟਾਂ ਦੇ ਨੁਕਤਿਆਂ ਦੀ ਗੱਲ ਕਰਕੇ, ਕਿਉਂਕਿ ਇਹ ਪੇਪਰ ਜਦੋਂ ਪ੍ਰੋਪਰ ਪੇਪਰ ਜਿਹੜਾ ਤੁਹਾਡੇ ਸਾਹਮਣੇ ਵੀਡੀਓ ਦੇ ਮਾਧਿਅਮ ਰਾਹੀਂ ਤੇ ਲਿਖਤ ਵਿੱਚ ਤੁਹਾਡੇ ਕੋਲ ਪਹੁੰਚ ਜਾਏਗਾ। ਇਹਨਾਂ ਵਿੱਚ ਸਾਰੇ ਨਾਵਲਾਂ ਵਿੱਚ ਮੈਂ ਇਹ ਦੇਖਿਆ ਕਿ ਪ੍ਰਵਾਸ ਦੇ ਵਿੱਚ ਜਿਹੜਾ ਮੂਲ ਨਿਵਾਸ ਕਰਦੇ ਹੋਇਆ ਸੱਭਿਆਚਾਰਕ ਜਿਹੜਾ ਵਖਰੇਵਾ ਹੈ ਭਾਰਤੀ ਤੇ ਪੱਛਮੀ, ਇਹ ਮੂਲ ਚੈਲੰਜ ਹੈ ਸਾਰਿਆਂ ਦੇ ਵਾਸਤੇ, ਕਿਉਂਕਿ ਭਾਰਤੀ ਸੱਭਿਆਚਾਰ ਨਾਲ ਜੁੜਦੇ ਹੋਏ ਤੇ ਪੱਛਮ ਦੇ ਸੱਭਿਆਚਾਰ ਦੇ ਨਾਲ ਰਲਗੱਡ ਹੁੰਦਿਆਂ ਹੋਇਆਂ ਜਿਹੜਾ ਇੱਕ ਬਹੁਤ ਉਹਨਾਂ ਨੂੰ ਇੱਕ ਸੰਘਰਸ਼ ਦੀ ਭੂਮਿਕਾ ਚ ਲੰਘਣਾ ਪੈਂਦਾ ਹੈ। ਤੇ ਦੂਸਰਾ ਪੁਆਇੰਟ ਹੈ ਕਿ ਜਾਗੀਰਦਾਰੀ ਸੋਚ ਨਾਲ ਉਹ ਸੰਘਰਸ਼ ਕਰਦੇ ਆ ਜਦੋਂ ਉੱਤੇ ਪਹੁੰਚਦੇ ਆ। ਤੇ ਇੱਕ ਇਹਦੇ ਵਿੱਚ ਜਿਹੜਾ ਅਹਿਮ ਨੁਕਤਾ ਸਾਰੇ ਨਾਵਲਾਂ ਚੋਂ ਮੈਨੂੰ ਵੇਖਣ ਨੂੰ ਮਿਲਿਆ ਉਹ ਹੈਗਾ ਕਿ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਜਿਹੜਾ ਫਾਸਲਾ ਹੈ, ਉਹ ਇਸ ਦੇ ਵਿੱਚ ਇੱਕ ਅਹਿਮ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਉੱਥੇ ਦੀ ਜੰਮਪਲ ਹੋਣ ਕਰਕੇ ਉੱਥੇ ਦੇ ਸੱਭਿਆਚਾਰ ਵਿੱਚ ਰਲ ਮਿਲ ਜਾਂਦੀ ਹੈ, ਤੇ ਜਿਹੜੀ ਪੁਰਾਣੀ ਪੀੜ੍ਹੀ ਹੈਗੀ ਆ ਉਹ ਕਈ ਪੈਮਾਨਿਆਂ ਦੇ ਵਿੱਚ ਉਹਨਾਂ ਨਾਲ ਜਿਹੜਾ ਰਲ ਮਿਲ ਨਹੀਂ ਪਾਉਂਦੀ, ਤੇ ਉੱਥੇ ਇੱਕ ਦਵੰਦ ਜਿਹੜਾ ਉਤਪੰਨ ਹੁੰਦਾ ਹੈ ਜਿਹੜਾ ਕਿ ਕਿਤੇ ਨਾ ਕਿਤੇ ਜਾ ਕੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਨੂੰ ਜਨਮ ਦਿੰਦਾ ਹੈ। ਤੇ ਇਹ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਇੱਕ ਫਾਸਲਾ ਆਪਣੇ ਆਪ ਦੇ ਵਿੱਚ ਇੱਕ ਮੂਲ ਸਮੱਸਿਆ ਬਣ ਕੇ ਉੱਭਰਦਾ ਹੈ। ਇਹਨਾਂ ਨਾਵਲਾਂ ਦੇ ਵਿੱਚ ਪ੍ਰਵਾਸ ਇੱਕ ਮੂਲ ਸਮੱਸਿਆ ਹੈ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇੱਥੋਂ ਦੀ ਜਿਹੜਾ ਜਾ ਕੇ ਉੱਥੇ ਪਹੁੰਚਣਾ ਤੇ ਉੱਥੇ ਵਸੇਬਾ ਕਰਨਾ, ਉੱਥੇ ਦੀ ਲਾਈਫ ਦੇ ਨਾਲ ਸੰਘਰਸ਼ ਕਰਨਾ, ਉੱਥੇ ਦੇ ਲੋਕਾਂ ਦੇ ਨਾਲ ਰਲਣਾ ਮਿਲਣਾ, ਇਹ ਇੱਕ ਪ੍ਰਵਾਸ ਦੀ ਮੂਲ ਸਮੱਸਿਆ ਹੈ। ਹੁਣ ਹੁੰਦਾ ਕਿ ਜਿਹੜੀ ਸਾਡੀ ਪੁਰਾਣੀ ਪੀੜ੍ਹੀ ਹੈਗੀ ਹੈ ਉਹ ਚਾਹੁੰਦੀ ਹੈ ਕਿ ਜਿਹੜੀ ਉਹਨਾਂ ਦੀ ਨਵੀਨ ਪੀੜ੍ਹੀ ਹੈ ਉਹ ਆਪਣੇ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਨਾਲ ਤਾਂ ਜੁੜੀ ਰਵੇ, ਪਰ ਜਿਹੜੀ ਕਮਾਈ ਹੈ ਉਹ ਡਾਲਰਾਂ ਦੇ ਵਿੱਚ ਕਰੇ। ਤਾਂ ਉੱਥੇ ਕਿਤੇ ਨਾ ਕਿਤੇ ਜੇ ਤਾਂ ਉਹ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਨਾਲ ਆਪਣੇ ਜੁੜੇ ਰਹਿੰਦੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਉਧਰ ਦੇ ਸੱਭਿਆਚਾਰ ਸਮਾਜ ਵਿੱਚ ਵਿਚਰਨਾ ਪੈਂਦਾ, ਜਿਸ ਦੇ ਨਾਲ ਕਿ ਉਹ ਆਪਣੇ ਰੁਜ਼ਗਾਰ ਦਾ ਜਿਹੜਾ ਜ਼ਰੀਆ ਹੈ ਉਸ ਦੇ ਵਿੱਚ ਪਹੁੰਚ ਸਕਣ। ਇੱਕ ਇਹਨਾਂ ਨਾਵਲਾਂ 'ਚ ਮੈਂ ਦੇਖਿਆ ਮੂਲ ਸਮੱਸਿਆ ਜਿਹੜੀ ਉੱਭਰਦੀ ਹੈ ਉਹ ਜਾਤ-ਪਾਤ ਤੇ ਨਸਲੀ ਭੇਦਭਾਵ ਦੀ ਹੈ। ਇਹ ਵੀ ਸਾਡੇ ਬੰਦਿਆਂ ਨੂੰ ਉੱਥੇ ਬਹੁਤ ਹੀ ਜਿਹੜਾ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਨਸਲੀ ਭੇਦਭਾਵ ਦੇ ਨਾਲ ਵੀ ਉਹਨਾਂ ਨੂੰ ਜੂਝਣਾ ਪੈਂਦਾ ਹੈਗਾ ਆ। ਤੇ ਇਸ ਦੇ ਵਿੱਚ ਅਸੀਂ ਵੇਖ ਸਕਦੇ ਹੈਗੇ ਹਾਂ ਕਿ ਇਹ ਮੂਲ ਕੁਝ ਨੁਕਤੇ ਨੇ ਜਿਨ੍ਹਾਂ ਨੂੰ ਕਿ ਮੈਂ ਬਹੁਤ ਹੀ ਵਿਸਤਾਰ ਦੇ ਨਾਲ ਆਪਣੇ ਪੇਪਰ ਦੇ ਵਿੱਚ ਸ਼ਾਮਿਲ ਕੀਤਾ। ਸੋ ਮੈਨੂੰ ਉਮੀਦ ਹੈਗੀ ਹੈ ਕਿ ਮੈਨੂੰ 2-3 ਮਿੰਟ ਦਾ ਪਿੱਠ ਪਿੱਛੇ ਉਹਨਾਂ ਨੇ ਹੁਕਮ ਕੀਤਾ ਸੀ, ਮੈਂ ਫਿਰ ਵੀ 4.5 ਮਿੰਟ ਲੈ ਗਿਆ। ਤੇ ਘਰ ਦੇ ਹੋਣ ਕਰਕੇ ਜਿਹੜਾ ਅਸੀਂ ਵਾਕਿਆਂ ਨੂੰ ਸੁਣਨਾ ਹੈ ਤੇ ਆਪਣੀ ਜਿਹੜੀ ਅਸੀਂ ਗਿਆਨ 'ਚ ਵਾਧਾ ਕਰਨਾ ਹੈ। ਮੈਂ ਇੱਕ ਵਾਰੀ ਫਿਰ ਤਹਿ ਦਿਲੋਂ ਧੰਨਵਾਦ ਕਰਦਾ ਬਲਜਿੰਦਰ ਨਸਰਾਲੀ ਜੀ ਦਾ ਤੇ ਗੁਰਚਰਨ ਸੱਗੂ ਜੀ ਦਾ ਕਿ ਜਿਹੜੇ ਕਿ ਇਸ ਸੈਸ਼ਨ ਦੇ ਵਿੱਚ ਮੈਂ ਉਹਨਾਂ ਦੇ ਨਾਲ ਸ਼ਾਮਿਲ ਹਾਂ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਰਵਿੰਦਰ ਸਿੰਘ ਜੀ, ਬਹੁਤ ਬਹੁਤ ਸਾਰੇ ਦਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਕਮਲਜੀਤ ਸੰਖੇਪ ਰੱਖਣ ਵਾਸਤੇ। ਤੇ ਹੋਰ ਜ਼ਿਆਦਾ ਵਕਤ ਨਾ ਲੈਂਦਾ ਹੋਇਆ ਮੈਂ ਆਪਣੇ ਅਗਲੇ ਵਕਤਾਂ ਨੂੰ ਬੁਲਾਵਾਂਗਾ, ਕਿਉਂਕਿ ਅਸੀਂ ਜੋ ਸਮਾਂ ਚਾਹੁੰਦੇ ਹਾਂ ਕਿ ਬਚੇ ਤੇ ਅਸੀਂ ਇੱਥੇ ਜਿਹੜੇ ਸਾਡੇ ਰਾਈਟਰ ਚੇਅਰਪਰਸਨ ਹੈ ਬਲਜਿੰਦਰ ਨਸਰਾਲੀ, ਉਹਨਾਂ ਦੀ ਗੱਲ ਸੁਣਾਂਗੇ। ਔਰ ਗੁਰਚਰਨ ਸੱਗੂ ਇੱਥੇ ਦੇ ਜਿਹੜੇ ਸਾਡੇ ਵਿਦਿਆਰਥੀ ਹੈ, ਖੋਜਾਰਥੀ ਹੈ, ਉਹ ਗੁਰਚਰਨ ਸੱਗੂ ਜੀ ਦੀ ਰਾਈਟਿੰਗ ਬਾਰੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਇੱਕ ਨਵੇਂ ਪੱਖ ਤੋਂ ਜਾਣੂ ਹੋ ਸਕਣਗੇ ਜਦੋਂ ਉਹ ਆਪਣੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਗੇ। ਤੇ ਮੈਂ ਹੁਣ ਕਹਿੰਦਾ ਡਾਕਟਰ ਲਖਵੰਤ ਸਿੰਘ ਨੂੰ ਕਿ ਉਹ ਇਹਨਾਂ ਦਾ ਵਿਸ਼ਾ ਜਿਹੜਾ ਪੇਪਰ ਜਿਹੜਾ ਹੈ ਉਹ ਗੁਰਚਰਨ ਸੱਗੂ ਜੀ ਦੀ ਪੁਸਤਕ ਸੱਚੇ ਮਾਰਗ ਚੱਲਦੇ ਆ ਉਸ ਦੀ ਮੁਲਾਂਕਣ ਨਾਲ ਸੰਬੰਧਿਤ ਹੈ। ਤੇ ਡਾਕਟਰ ਲਖਵੰਤ ਸਿੰਘ ਜਿਹੜੇ ਨਾ ਆਪਣਾ ਪਰਚਾ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਮੈਡਮ, ਸਤਿ ਸ਼੍ਰੀ ਅਕਾਲ। ਅਸੀਂ ਪੇਸ਼ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਸਰ ਸਭ ਨੂੰ ਜੀ, ਨਸਰਾਲੀ ਸਰ, ਸੱਗੂ ਜੀ, ਸਤਿ ਸ਼੍ਰੀ ਅਕਾਲ। ਸੱਚੇ ਮਾਰਗ ਚੱਲਦਿਆਂ ਇੱਕ ਮੁਲਾਂਕਣ। ਸੱਚੇ ਮਾਰਗ ਚੱਲਦਿਆਂ ਬਰਤਾਨਵੀ ਪ੍ਰਵਾਸੀ ਲੇਖਕ ਗੁਰਚਰਨ ਸੱਗੂ ਦਾ ਪਲੇਠਾ ਨਾਵਲ ਹੈ। ਇਸ ਤੋਂ ਪਹਿਲਾਂ ਉਸਨੇ 3 ਕਾਵਿ ਸੰਗ੍ਰਹਿ ਮੁਹੱਬਤ, ਜਦੋਂ ਰਾਤ ਜਾਗਦੀ ਹੈ ਅਤੇ ਤਾਰਿਆਂ ਦੇ ਅੱਗ ਸੰਗ, ਇੱਕ ਪਾਕਿਸਤਾਨੀ ਸਫ਼ਰਨਾਮਾ, ਜੜ੍ਹਾਂ ਦੀ ਪਰਿਕਰਮਾ, ਪੰਜਾਬੀ ਸਾਹਿਤ ਦੀ ਝੋਲੀ ਪਾਇਆ ਹੈ। ਗੁਰਚਰਨ ਸੱਗੂ ਦਾ ਇਹ ਨਾਵਲ ਇੰਗਲੈਂਡ ਦੀ ਧਰਤੀ ਤੇ ਜੰਮੀ ਪਲੀ ਨੀਲਮ ਨਾਂ ਦੀ ਔਰਤ ਦੀ ਸੰਘਰਸ਼ ਭਰੀ ਕਹਾਣੀ ਨੂੰ ਪੇਸ਼ ਕਰਦਾ ਹੈ। ਨੀਲਮ ਜੱਟ ਪਰਿਵਾਰ ਦੀ ਧੀ ਹੈ, ਜਿਸ ਦਾ ਬਾਪ ਗੁਰਪਾਲ ਸਿੰਘ ਅਤੇ ਮਾਤਾ ਜਸਬੀਰ ਕੌਰ ਭਾਰਤੀ ਪੰਜਾਬ ਤੋਂ ਇੰਗਲੈਂਡ ਜਾ ਵਸਦੇ ਹਨ। ਨੀਲਮ ਬਹੁਤ ਸੋਹਣੀ ਅਤੇ ਭੰਗੜੇ ਦੀ ਮਾਹਿਰ ਕੁੜੀ ਹੈ।
ਜਿਸ ਦਾ ਪਿਆਰ ਆਪਣੇ ਵਰਗੇ ਹੀ ਦਿਲਚਸਪ ਨੌਜਵਾਨ ਮੁਕੇਸ਼ ਨਾਲ ਹੋ ਜਾਂਦਾ ਹੈ। ਮੁਕੇਸ਼ ਭਾਰਤੀ ਪੰਜਾਬ ਤੋਂ ਚੰਗੀ ਕਮਾਈ ਦੀ ਆਸ ਖਾਤਰ ਇੰਗਲੈਂਡ ਪ੍ਰਵਾਸ ਧਾਰਨ ਕਰਦਾ ਹੈ, ਪਰੰਤੂ ਉਸ ਦੀ ਜਾਤ ਕੁਮਾਰ ਹੋਣ ਕਾਰਨ ਨੀਲਮ ਦੇ ਪਿਤਾ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦੇ, ਜਿਸ ਕਾਰਨ ਨੀਲਮ ਅਤੇ ਮੁਕੇਸ਼ ਘਰੋਂ ਭੱਜ ਕੇ ਵਿਆਹ ਕਰਾ ਲੈਂਦੇ ਹਨ। ਕਈ ਸਾਲ ਨੀਲਮ ਆਪਣੇ ਮਾਂ-ਬਾਪ ਤੋਂ ਅਲੱਗ ਰਹਿੰਦੀ ਹੈ। ਗਰਭਵਤੀ ਹੋਣ ਤੋਂ ਬਾਅਦ ਉਸ ਦਾ ਪਿਆਰ ਆਪਣੇ ਮਾਂ-ਬਾਪ ਪ੍ਰਤੀ ਜਾਗਦਾ ਹੈ। ਉਹਨਾਂ ਨੂੰ ਮਿਲਣ ਲਈ ਨੀਲਮ ਮੁਕੇਸ਼ ਨੂੰ ਰਾਜੀ ਕਰ ਲੈਂਦੀ ਹੈ ਅਤੇ ਰਸਤੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ, ਜਿਸ ਦੇ ਵਿੱਚ ਉਹ ਮੁਕੇਸ਼ ਅਤੇ ਉਸ ਦਾ ਜੋ ਬੱਚਾ ਸੀਗਾ ਉਹ ਵੀ ਖਤਮ ਹੋ ਜਾਂਦੇ ਹਨ। ਇਹ ਅਸਹਿ ਹਾਦਸੇ ਦੀ ਪੀੜ ਨੀਲਮ ਤੇ ਉਸਦੇ ਬਾਪ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਉਸ ਨੀਲਮ ਦਾ ਜੋ ਬਾਪ ਸੀਗਾ ਉਹ ਸ਼ਰਾਬ ਦਾ ਬਹੁਤਾਤ ਪੀਣ ਲੱਗ ਜਾਂਦੇ ਨੇ, ਆਦੀ ਹੋ ਜਾਂਦੇ, ਰਿਸ਼ਤੇ ਤੋਰੇ ਕਾਰਨ ਉਹਨਾਂ ਦਾ ਜਿਹੜਾ ਦੇਹਾਂਤ ਹੋ ਜਾਂਦਾ, ਮ੍ਰਿਤੂ ਹੋ ਜਾਂਦੀ ਹੈ। ਅਤੇ ਜਦੋਂ ਨੀਲਮ ਆਪਣੇ ਮਾਂ-ਬਾਪ ਕੋਲ ਦੁਬਾਰਾ ਇਸ ਹਾਦਸੇ ਤੋਂ ਬਾਅਦ ਦੁਬਾਰਾ ਆ ਕੇ ਰਹਿਣਾ ਸਟਾਰਟ ਕਰਦੀ ਹੈ ਤਾਂ ਉਸਦਾ ਇੱਕ ਮਤਰੇਆ ਮਾਮਾ ਪ੍ਰਕਾਸ਼ ਸਿੰਘ, ਜੋ ਪੰਜਾਬ ਤੋਂ ਇੰਗਲੈਂਡ ਗਿਆ ਹੁੰਦਾ ਬਿਜ਼ਨਸ ਦੇ ਸਿਲਸਿਲੇ 'ਚ, ਉੱਥੇ ਜਿਹੜਾ ਹੈਗਾ ਆ ਉਹ ਇੰਗਲੈਂਡ ਦੇ ਵਿੱਚ ਉਸਦੇ ਤਸ਼ੱਦਦ ਦਾ ਜਿਹੜਾ ਸ਼ਿਕਾਰ ਹੁੰਦੀ, ਉਹ ਬਲਾਤਕਾਰ ਕਰਦਾ ਆ ਨੀਲਮ ਦਾ। ਇਸ ਦਾ ਥੋੜਾ ਹਵਾਲਾ ਇਸ ਕਿਸਮ ਦੇ ਨਾਲ ਹੈ ਕਿ ਪ੍ਰਕਾਸ਼ ਸਿੰਘ ਇੱਕ ਦਿਨ ਦੇਰ ਰਾਤ ਤੱਕ ਸ਼ਰਾਬ ਪੀ ਰਿਹਾ ਹੁੰਦਾ ਹੈ ਤੇ ਨੀਲਮ ਵੀ ਨਸ਼ੇ ਦੀ ਹਾਲਤ 'ਚ ਕਿਸੇ ਪਾਰਟੀ ਤੋਂ ਵਾਪਸ ਮੁੜਦੀ ਹੈ ਅਤੇ ਉਸਦੇ ਮਾਂ-ਬਾਪ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਸ਼ਹਿਰ ਤੋਂ ਬਾਹਰ ਗਏ ਹੁੰਦੇ ਹਨ। ਪ੍ਰਕਾਸ਼ ਸਿੰਘ ਨੀਲਮ ਨੂੰ ਸ਼ਰਾਬ ਪੀਣ ਲਈ ਨਿਯੋਤਾ ਦਿੰਦਾ ਹੈ ਤੇ ਨਸ਼ੇ ਦੀ ਹਾਲਤ ਦੀ ਨੀਲਮ ਝੱਟ ਸਵੀਕਾਰ ਕਰ ਲੈਂਦੀ ਹੈ। ਅਜਿਹੇ ਹਾਲਤ ਨੀਲਮ ਬਹੁਤ ਜ਼ਿਆਦਾ ਸ਼ਰਾਬ ਪੀ ਜਾਂਦੀ ਹੈ ਤੇ ਉਸਦਾ ਮਾਮਾ ਨੀਲਮ ਦਾ ਬਲਾਤਕਾਰ ਕਰ ਦਿੰਦਾ ਹੈ। ਹੁਣ ਇੱਥੇ ਜਿਹੜਾ ਹੈਗਾ ਸਮੱਸਿਆ ਜਿਹੜੀ ਹੈਗੀ ਆ, ਉਧਰ ਦੇ ਜੰਮਪਲ ਜਿਹੜੇ ਬੱਚੇ ਹੈਗੇ ਨੇ ਜਾਂ ਉਧਰ ਦਾ ਜਿਹੜਾ ਸਮਾਜ ਸੱਭਿਆਚਾਰ ਹੰਢਾ ਰਹੇ ਨੇ ਜਾਂ ਉਹਨਾਂ ਦੀਆਂ ਨਸ਼ੇ ਦੀ ਜਿਹੜੀ ਆਦਤ ਨਹੀਂ ਕਵਾਂਗੇ, ਉਹਨਾਂ ਦਾ ਕਲਚਰ ਹੈ ਇਸ ਕਿਸਮ ਦੇ ਨਾਲ ਖਾਣਾ ਪੀਣਾ। ਤੇ ਨਾਵਲਕਾਰ ਵਿਕਸਿਤ ਮੁਲਕਾਂ ਅੰਦਰ ਵਸਦੇ ਪ੍ਰਵਾਸੀ ਪੰਜਾਬੀ ਦੀਆਂ ਜਿਹੜੀਆਂ ਔਰਤਾਂ ਦੀ ਉੱਥੇ ਆਜ਼ਾਦੀ ਹਟਾਉਂਦਿਆਂ ਤੇ ਦਰਸਾਉਂਦਾ ਹੈ, ਪਰ ਨਾਲ ਹੀ ਨਾਲ ਉਹ ਭਾਰਤੀ ਪਿੱਤਰੀ ਸੋਚ ਵਾਲੇ ਮਰਦ ਨੂੰ ਵੀ ਨਸ਼ਰ ਕਰਦਾ ਹੈ ਕਿ ਜੇਕਰ ਭਾਰਤੀ ਪਿੱਤਰੀ ਸਮਾਜ ਦਾ ਜਿਹੜਾ ਇੱਥੇ ਮੁਖੀਆ ਹੈ ਜਾਂ ਇੱਥੋਂ ਦੀ ਸੋਚ ਲੈ ਕੇ ਉੱਥੇ ਪਹੁੰਚਦਾ ਆ ਜਾਂ ਜਿਹਦਾ ਆਉਣ ਜਾਣ ਲੱਗਾ ਰਹਿੰਦਾ, ਉਹਨੂੰ ਲੱਗਦਾ ਹੈ ਕਿ ਜਿਹੜਾ ਉੱਥੋਂ ਦਾ ਜੰਮਪਲ ਬੱਚਾ ਆ ਜਾਂ ਉਹਦਾ ਲਾਈਫ ਸਟਾਈਲ ਇਸ ਕਿਸਮ ਦਾ ਆ ਤਾਂ ਉਹ ਸ਼ਾਇਦ ਵਿਗੜਿਆ ਹੋਇਆ ਹੈ ਜਾਂ ਉਹਦਾ ਕੋਈ ਕਲਚਰਲ ਕੋਈ ਪ੍ਰੋਬਲਮ ਹੈਗੀ ਆ। ਇਸ ਕਿਸਮ ਦੀ ਸਮੱਸਿਆ ਜਿਹੜੀ ਆ ਜਾਂ ਇਸ ਕਿਸਮ ਦੀ ਉਹ ਜਿਹੜੀ ਉਹਦੀ ਸ਼ਖਸੀ ਆਜ਼ਾਦੀ ਆ ਜਾਂ ਉਹਦਾ ਰਹਿਣ ਸਹਿਣ ਆ ਜਾਂ ਜਿਹੜਾ ਪਹਿਰਾਵਾ ਆ, ਉਹ ਜਿਹੜਾ ਭਾਰਤੀ ਮਰਦ ਦੀ ਜਿਹੜੀ ਸੋਚ ਆ ਉਹ ਉਹਨੂੰ ਜਿਹੜਾ ਹਜਮ ਨਹੀਂ ਕਰ ਪਾਉਂਦੀ ਹੈਗੀ। ਇਹ ਵੀ ਇੱਕ ਇਸ ਕਿਸਮ ਦਾ ਹਵਾਲਾ ਇੱਥੇ। ਤੇ ਸਗੋਂ ਮੌਕਾ ਮਿਲਣ ਤੇ ਆਪਣੇ ਹੀ ਮਾਮੇ ਭਾਣਜੀ ਵਾਲੇ ਰਿਸ਼ਤੇ ਨੂੰ ਭੁੱਲ ਕੇ ਔਰਤ ਦੇ ਸਰੀਰ ਨੂੰ, ਮਤਲਬ ਉਹਨੂੰ ਸਿਰਫ ਔਰਤ ਦਾ ਸਰੀਰ ਉਸ ਸਮੇਂ ਨਜ਼ਰ ਆਉਂਦਾ, ਤਸ਼ੱਦਦ ਦਾ ਨਿਸ਼ਾਨਾ ਬਣਾਉਂਦਾ। ਨਾਵਲਕਾਰ ਪੜ੍ਹੀ ਲਿਖੀ ਸਜਗ ਨਾਰੀ ਵਜੋਂ ਪੇਸ਼ ਹੋਈ ਨੀਲਮ ਨੂੰ ਆਜ਼ਾਦੀ ਦੀ ਅਲੰਬਰਦਾਰ ਤਸਲੀਮ ਕਰਦਾ ਹੈ ਤੇ ਉਹ ਜਾਤੀਵਾਦ ਦੇ ਗਲਬੇ ਨੂੰ ਤਲਾਂਜਲੀ ਦਿੰਦੀ ਹੈ ਤੇ ਪਿਆਰ ਵਿਆਹ ਕਰਵਾਉਂਦੀ ਹੈ ਤੇ ਬਲਾਤਕਾਰੀ ਮਤਰੇਈ ਮਾਮੇ ਤੋਂ ਬਦਲਾ, ਮਤਲਬ ਉਹ ਚੁੱਪ ਨਹੀਂ ਹੈਗੀ ਕਿ ਜਿਹੜੀ ਬਲਾਤਕਾਰ ਹੋਣ ਤੋਂ ਬਾਅਦ ਦਬ ਜਾਏਗੀ ਜਾਂ ਚੁੱਪ ਕਰਕੇ ਬੈਠੀ ਰਹੇਗੀ ਜਾਂ ਆਪਣੀ ਮਾਂ ਨਾਲ ਡਿਸਕਸ ਨਹੀਂ ਕਰੇਗੀ ਜਾਂ ਆਪਣੇ ਫਰੈਂਡਸ ਨਾਲ ਡਿਸਕਸ ਨਹੀਂ ਕਰੇਗੀ। ਉਹ ਖੁੱਲ ਕੇ ਇਸ ਚੀਜ਼ ਦੇ ਬਾਰੇ ਗੱਲ ਕਰਦੀ ਆ ਤੇ ਉਹ ਰਿਵੈਂਜਫੁਲ ਜਿਹੜਾ ਇੱਕ ਉਹ ਜਿਹੜਾ ਆਮ ਤੌਰ ਤੇ ਮਰਦ ਦੇ ਵਿੱਚ ਇਹ ਚੀਜ਼ ਜਾਂ ਇਹ ਸਿਲਸਿਲਾ ਦੇਖਿਆ ਜਾਂਦਾ ਕਿ ਉਹ ਉਤਾਵਲਾਪਨ, ਬਦਲਾ ਲੈਣ ਵਾਲੀ ਭਾਵਨਾ ਜਿਹੜੀ ਆ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਪੰਜਾਬ ਜਿਹੜੀ ਆ ਉਹ ਆ ਜਾਂਦੀ ਆ ਤੇ ਆਪਣੇ ਜਿਹੜਾ ਮਾਮਾ ਮਤਰੇਆ ਮਾਮਾ ਉਹਦੇ ਕੋਲੋਂ ਬਦਲਾ ਵੀ ਲੈਂਦੀ। ਇਸੇ ਕਿਸਮ ਦਾ ਦੂਸਰਾ ਜਿਹੜਾ ਕਿਰਦਾਰ ਆ ਸਤਬੀਰ ਆ, ਜਦੋਂ ਇੱਧਰ ਆਉਂਦੀ ਆ ਤੇ ਉਹ ਵੀ ਉਹਨੂੰ ਪਿਆਰ ਦੇ ਚੁੰਗਲ 'ਚ ਫਸਾ ਲੈਂਦਾ ਸਿਰਫ ਪ੍ਰਵਾਸ ਧਾਰਨ ਕਰਕੇ, ਜਦ ਕਿ ਵਿਆਹ ਹੋਇਆ ਉਹਦੇ ਬੱਚੇ ਨੇ। ਉਹਨੂੰ ਕਹਿੰਦਾ ਜੀ ਮੇਰਾ ਫੇਕ ਡਿਵੋਰਸ ਲੈ ਲੈਂਦਾ ਆ ਔਰ ਉਸਨੂੰ ਥੋੜਾ ਜਿਹੜਾ ਫੇਕਨੈਸ ਇਹ ਦਿਖਾ ਕੇ ਸਾਰੀ, ਔਰ ਉਹਦਾ ਇਰਾਦਾ ਜਿਹੜਾ ਹੁੰਦਾ ਉਹ ਪ੍ਰਵਾਸ ਧਾਰਨ ਦਾ ਹੁੰਦਾ, ਇੰਗਲੈਂਡ ਜਾਣ ਦਾ, ਤੇ ਉਸ ਤੋਂ ਵੀ ਐਂਡ ਤੇ ਉਹ ਬਦਲ ਲੈਂਦੀ ਹੈ। ਜਿਹੜਾ ਇਸ ਦਾ ਟਾਈਟਲ ਹੈਗਾ ਇਸ ਦਾ ਨਾਵਲ ਦਾ ਕਿ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ, ਉਸ ਨੂੰ ਮੈਂ ਥੋੜਾ ਇਸ ਤਰੀਕੇ ਨਾਲ ਦੇਖਦਾ ਕਿ ਉਹ ਕਦੇ ਵੀ ਸੱਚੇ ਮਾਰਗ ਦੇ ਚੱਲਣਾ ਆ ਤੇ ਇਹ ਨਹੀਂ ਹੈ ਕਿ ਤੁਹਾਡੇ ਨਾਲ ਕਿਤੇ ਅਨਿਆਂ ਹੋ ਰਿਹਾ ਤੁਸੀਂ ਚੁੱਪ ਕਰਕੇ ਬੈਠ ਗਏ, ਚਾਹੇ ਤੁਹਾਡਾ ਮਾਮਾ ਹੈ, ਚਾਹੇ ਉਹ ਤੁਹਾਡਾ ਪ੍ਰੇਮੀ ਆ, ਚਾਹੇ ਤੁਹਾਡੇ ਉਹ ਘਰ ਵਾਲੇ ਨੇ, ਤਾਂ ਉਹ ਸਾਹਮਣੇ ਖੜਦੀ ਆ, ਉਹ ਉਹਦੇ ਸਾਹਮਣੇ ਲੜਦੀ ਵੀ ਉਸ ਦੇ ਨਾਲ ਔਰ ਜਿੱਥੋਂ ਤੱਕ ਹੋ ਸਕਦਾ ਆ ਆਪਣੇ ਫਰੈਂਡਸ ਦੇ ਥਰੂ ਇਮੋਸ਼ਨਲੀ ਸਪੋਰਟ, ਧਾਰਮਿਕ ਗਾਣੇ ਸੁਣਦੀ ਆ, ਸ਼ਬਦ ਸੁਣਦੀ ਆ ਉਹ,
ਤਾਂ ਅੱਛਾ, ਇੱਕ ਚੀਜ਼ ਜਿਹੜੀ ਹੋਰ ਇਹਦੀ ਪੇਸ਼ਕਾਰੀ ਦੇ ਨਜ਼ਰੀਏ ਤੋਂ ਦੇਖਣ ਵਾਲੀ ਜਿਹੜੀ ਅਸੀਂ ਇੱਥੇ ਡਿਸਕਸ ਕੀਤੀ ਆ, ਉਹਦੇ ਬਾਰੇ ਮੈਂ ਗੱਲ ਕਰਨੀ ਚਾਹਾਂਗਾ ਕਿ ਇਸ ਨਾਵਲ ਦਾ ਬਿਰਤਾਂਤ ਪਰੰਪਰਾਗਤ ਨਾਵਲੀ ਬਿਰਤਾਂਤ ਤੋਂ ਆਪਣੀ ਵਿੱਥ ਸਿਰਜਦਾ ਹੋਇਆ ਅਜੋਕੇ ਸਮੇਂ ਦੇ ਪ੍ਰਚਲਿਤ ਵੈਬ ਸੀਰੀਜ਼ ਜਾਂ ਫਿਲਮੀ ਪਟਕਥਾ ਦੇ ਵਧੇਰੇ ਨੇੜੇ ਸਥਾਨ ਗ੍ਰਹਿਣ ਕਰਦਾ। ਉਹਦਾ ਮੈਂ ਰੀਜ਼ਨ ਦੱਸਦਾ ਕਿ ਕਿਵੇਂ ਸਾਨੂੰ ਇਹ ਕਿਵੇਂ ਲੱਗਾ, ਕਿਉਂਕਿ ਮੈਂ ਤਾਂ ਪੂਰਾ ਨਾਵਲ ਪੜ੍ਹ ਕੇ, ਮੈਂ ਸੱਗੂ ਜੀ ਹੁਣਾਂ ਬਾਰੇ ਮੈਨੂੰ ਬੈਕਗਰਾਉਂਡ ਨਹੀਂ ਸੀ ਪਤਾ ਕਿ ਉਹ ਫਿਲਮਾਂ ਦੇ ਵਿੱਚ ਨਿਰਮਾਤਾ ਵੀ ਰਹੇ ਨੇ, ਨਿਰਦੇਸ਼ਕ ਵੀ ਰਹੇ ਨੇ, ਸ਼ਾਇਦ ਐਕਟਿੰਗ ਵੀ ਕਰਦੇ ਰਹੇ ਨੇ, ਪਰ ਬੜੇ ਸਾਰੇ ਇਹਦੇ ਵਿੱਚ ਜਿਹੜੀਆਂ ਘਟਨਾਵਾਂ ਨੇ, ਜਿਵੇਂ ਨਾਰਮਲੀ ਸਾਨੂੰ ਲੱਗਦਾ ਹੁੰਦਾ ਹੈ ਕਿ ਇਹਦੇ ਕੋਲ ਬਦਲਾ ਲੈਣ ਜਾ ਰਿਹਾ, ਤਾਂ ਉਹ ਇੱਕਦਮ ਸਿਚੁਏਸ਼ਨ ਜਿਹੜੀ ਹੈ ਚੇਂਜ ਹੋ ਜਾਂਦੀ, ਜਾਂ ਇੱਕਦਮ ਸਥਿਤੀ ਵਿਸਫੋਟਕ ਹੋ ਜਾਂਦੀ ਆ, ਉਸਰਦੀ ਤੇ ਹੌਲੀ ਹੌਲੀ ਆ ਉਹ, ਪਰ ਉਹ ਬੜੀ ਜਲਦੀ ਜਿਹੜੀ ਇੱਕਦਮ ਪਟਾਕੇ ਵਾਂਗੂ ਫਟਦੀ ਆ ਉਹ ਸਿਚੁਏਸ਼ਨ। ਜਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ ਉਸ ਬਦਲਾ ਲੈਣ ਜਾਂਦੀ ਆ ਆਪਣੇ ਨੀਲਮ ਆਪਣੀ ਮਦਰ ਜਸਬੀਰ ਕੌਰ ਦੇ ਨਾਲ, ਤਾਂ ਉਹ ਇੱਕ ਕੁੱਤੇ ਨੂੰ ਦਾਰੂ ਪਿਲਾ ਕੇ, ਉਹਨੂੰ ਵੋਡਕਾ ਪਿਲਾ ਕੇ ਕਿ ਚੱਲ ਸ਼ੇਰੂ ਆਪਾਂ ਬਦਲਾ ਲੈਣਾ ਮਾਮੇ ਕੋਲ, ਤੇ ਉਹ ਮਾਮਾ ਰਾਈਫਲ ਚੱਕਣ ਲੱਗਦਾ ਤੇ ਉਹ ਸ਼ੇਰੂ ਜੀ ਨੂੰ ਇਸ਼ਾਰਾ ਕਰਦੀ ਆ ਤੇ ਉਹ ਉੱਤੇ ਹਮਲਾ ਕਰ ਦਿੰਦਾ। ਔਰ ਉਹਦੇ ਖਾਸ ਕਰਕੇ ਉਹ ਜਿਹੜਾ ਸਿੰਬਲ ਹੈਗਾ, ਸਾਈਨ ਆ ਉੱਥੇ, ਕਿ ਉਹਦੇ ਉਸ ਮਾਸ ਦੇ ਲੋਥੜੇ ਨੂੰ ਨੋਚਦਾ ਆ ਉਹ, ਤਾਂ ਉਹਨੂੰ ਉੱਥੇ ਛੱਡ ਦਿੰਦਾ। ਇਹ ਇਸ ਕਿਸਮ ਦੀਆਂ ਵਿਸਫੋਟਕ ਸਥਿਤੀਆਂ, ਜਿਵੇਂ ਉਹ ਸੁਸਾਈਡ ਕਰਨ ਵਾਸਤੇ ਇੱਕਦਮ ਤਿਆਰ ਹੁੰਦੀ ਆ ਤਾਂ ਉਹਦੀ ਸਹੇਲੀ ਪ੍ਰੀਤ ਕਿਤੋਂ ਆ ਜਾਂਦੀ ਆ। ਹਾਂਜੀ, ਇਸ ਕਿਸਮ ਦੀਆਂ ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਜਿਹੜੀਆਂ ਇਸ ਕਿਸਮ ਦੀ ਸਿਚੁਏਸ਼ਨ ਨੂੰ ਬਿਆਨ ਕਰਦੀਆਂ। ਦੂਸਰਾ ਇਹ ਹੈਗਾ ਜੀ, ਜਿਹੜਾ ਜਿਸ ਦਾ ਪ੍ਰਮੁੱਖ ਨਾਵਲਕਾਰ ਦਾ ਭਾਰਤੀ ਫਿਲਮ ਜਗਤ ਨਾਲ ਵੀ ਵਾਪਸਤਾ, ਇੱਥੋਂ ਆਪਾਂ ਗੱਲ ਫਿਰ ਦੁਬਾਰਾ ਆਪਣੀ ਸਟਾਰਟ ਕਰਾਂ। ਨਾਵਲੀ ਬਿਰਤਾਂਤ ਵਧੇਰੇ ਮੋਕਲਾ ਤੇ ਦਿਲਚਸਪੀ ਭਰਪੂਰ ਬਣਾਏ ਰੱਖਣੀ ਨਾਵਲਕਾਰ ਤਕਰੀਬਨ ਹਰ ਛੋਟੀ ਵੱਡੀ ਘਟਨਾ ਬਾਅਦ ਅਨੇਕਾਂ ਫਿਲਮੀ ਗੀਤਾਂ, ਗਾਣਿਆਂ, ਪੰਜਾਬੀ ਹਿੰਦੀ ਕਵਿਤਾਵਾਂ, ਗਜ਼ਲਾਂ, ਹਨਾ, ਉਹਦੇ ਵਿੱਚ ਉਰਦੂ ਗਜ਼ਲਾਂ ਵੀ ਹੈਗੀਆਂ, ਜਿਹੜੀਆਂ ਕਿ ਭਾਵ ਕਿ ਹਰ ਕਿਸਮ ਦੇ ਕਾਵਿਕ ਟੁਕਾਂ ਦਾ ਸਹਾਰਾ ਲੈਂਦਾ ਹੈ, ਜੋ ਨਾਵਲੀ ਗੀਤਾਂ ਗਾਣੇ ਦੇ ਪਲਾਟ ਨੂੰ ਗਲਪੀ ਰਸ ਬਣਾਈ ਰੱਖਦਾ ਹੈ ਅਤੇ ਨਾਵਲ ਦੀ ਕਲਾਤਮਕ ਰੰਗਣ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਹਨਾਂ ਕਾਵ ਟੋਟਿਆਂ ਨੂੰ ਬਹੁਤਾਤ ਨਾਵਲੀ ਬਿਰਤਾਂਤ ਕਿਧਰੇ ਵੀ ਅਕਾਊ ਜਾਂ ਨੀਰਸ ਨਹੀਂ ਹੋਣ ਦਿੰਦਾ। ਇਹਦੇ ਵਿੱਚ ਜਿਹੜੇ ਕਾਵ ਟੋਟੇ ਦਿੱਤੇ ਹੋਏ ਨੇ, ਅਸੀਂ ਨਾਵਲ ਦੀ ਪੇਸ਼ਕਾਰੀ ਦੇ ਨਾਲ ਗੱਲ ਕਰ ਰਹੇ ਹਾਂ ਕਿ ਪੇਸ਼ਕਾਰੀ ਕਿਸ ਕਿਸਮ ਦੀ ਆ, ਤੇ ਉਹ ਬੜੇ ਸਾਰੇ ਟੋਟੇ ਤਕਰੀਬਨ ਹਰ ਇੱਕ ਦੂਸਰੇ ਪੇਜ ਦੇ ਉੱਪਰ ਗਜ਼ਲਾਂ ਦੇ ਬਾਰੇ ਜਾਂ ਗੀਤਾਂ ਦੇ ਬਾਰੇ ਗੱਲ ਕੀਤੀ ਹੈ, ਜਿਹੜੇ ਉਸਦੀ ਸਿਚੁਏਸ਼ਨ ਨੂੰ ਅਗਾਂਹ ਤੋਂ ਅਗਾਂਹ ਤੋਰਦੇ ਨੇ, ਔਰ ਜਿਹੜੀ ਅਗਲੀ ਕੋਈ ਘਟਨਾ ਉਹਦੇ ਵਿੱਚ ਸਮੋਈ ਹੋਈ ਹੈ ਅੱਗੇ ਆਉਣ ਵਾਲੀ, ਉਹਦੀ ਪੇਸ਼ੀ ਨਗੋਈ ਵੀ ਕਰ ਜਾਂਦੇ ਨੇ। ਜਿਸ ਕਾਵ ਟੋਟਿਆਂ ਦੀ ਬਹੁਤਾਤ ਨਾਵਲੀ ਬਿਰਤਾਂਤ ਨੂੰ ਕਿਧਰੇ ਵੀ ਅਕਾਊ ਜਾਂ ਨੀਰਸ ਨਹੀਂ ਬਣਾਉਂਦੀ, ਸਗੋਂ ਪਾਠਕ ਦੀ ਰੁਚੀ ਅੱਗੇ ਤੋਂ ਅੱਗੇ ਜਾਣਨ ਵਿੱਚ ਬਣਾਈ ਰੱਖਦੀ ਹੈ। ਨਾਵਲੀ ਪਲਾਟ 'ਚ ਪੇਸ਼ ਇਹ ਕਾਵਕ ਜੁਗਤ ਇਸ ਨਾਵਲ ਨੂੰ ਰਵਾਇਤੀ ਨਾਵਲਾਂ ਦੀ ਬਿਰਤਾਂਤਕਾਰੀ ਤੋਂ ਅਲੱਗ ਖੜਾ ਕਰਦਾ ਹੈ। ਇਹ ਮੈਨੂੰ ਲੱਗਦਾ ਇਸ ਦਾ ਇੱਕ ਜਿਹੜਾ ਹੈਗਾ ਆ ਨਾਵਲ ਦਾ ਪੇਸ਼ਕਾਰੀ ਦਾ ਜਿਹੜਾ ਉਹ ਇੱਕ ਹਾਸਿਲ ਹੈ ਕਿ ਇਹਨਾਂ ਦੀ ਪੇਸ਼ਕਾਰੀ ਰਵਾਇਤੀ ਨਾਵਲਾਂ ਤੋਂ ਹਟ ਗਈ ਆ, ਔਰ ਬੜੀ ਕਲਾਮਈ ਤਰੀਕੇ ਨਾਲ ਔਰ ਰੁਚੀ ਬਣੀ ਰਹਿੰਦੀ ਉਹਦੇ ਵਿੱਚ ਪਾਠਕ ਦੀ। ਉਦਾਹਰਨ ਵਜੋਂ ਇਹ ਕਾਵ ਟੋਟਾ ਦੇਖਿਆ ਜਾ ਸਕਦਾ ਹੈ, ਮੈਂ ਕੁਝ ਕੋਟ ਕਰ ਰਿਹਾ ਛੋਟਾ ਜਿਹਾ, ਬੜਾ ਮਹੱਤਵਪੂਰਨ ਆ, ਜਿਹੜਾ ਵੈਸੇ ਤਾਂ ਆਪਾਂ ਕਿਤੋਂ ਵੀ ਕੋਈ ਕਾਵ ਟੋਟਾ, ਕੋਈ ਵੀ ਗੈਰ ਜ਼ਰੂਰੀ ਕਾਵ ਟੋਟਾ ਨਹੀਂ ਮੈਨੂੰ ਲੱਗਾ, ਮੈਂ ਬੜੇ ਥੋਰੋਲੀ ਨਾਵਲ ਨੂੰ ਪੜ੍ਹਿਆ, ਦੇਖਿਆ, ਵਾਚਿਆ, ਕੋਈ ਵੀ ਗੈਰ ਜ਼ਰੂਰੀ ਨਹੀਂ ਲੱਗਾ। ਕਾਰ ਫਿਰ ਸੜਕ ਤੇ ਦੌੜਨ ਲੱਗਦੀ ਹੈ ਤਾਂ ਸਤਬੀਰ ਨੇ ਧਰਮਿੰਦਰ ਦੇ ਪੁਰਾਣੀ ਫਿਲਮ ਬਲੈਕਮੇਲ ਦੀ ਸੀਡੀ ਲਗਾ ਦਿੱਤੀ। ਹੁਣ ਇਹ ਬੜਾ ਮਹੱਤਵਪੂਰਨ ਆ ਕਿ ਕਿਹੜੀ ਫਿਲਮ ਦੀ ਗਾਣੇ ਦੀ ਸੀਡੀ, ਬਲੈਕਮੇਲ ਦੀ, ਕਿਉਂਕਿ ਇੱਥੇ ਸਤਬੀਰ ਜੋ ਉਹਨੂੰ ਫੇਕ ਆਪਣੇ ਡਿਵੋਰਸ ਦਿਖਾ ਰਿਹਾ ਸੀਗਾ ਔਰ ਉਹਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਔਰ ਫਸਾ ਵੀ ਲੈਂਦਾ ਆ ਔਰ ਪ੍ਰਵਾਸ ਧਾਰਨ ਕਰ ਲੈਂਦਾ ਇਸ ਦੇ ਜਰੀਏ। ਦੇਖੋ ਇਸ ਕਿਸਮ ਦੀਆਂ ਜਿਹੜੇ ਚਿਹਨਕ ਵਰਤੇ ਗਏ ਨੇ ਵਿੱਚ ਕਿ ਉਹਨੇ ਧਰਮਿੰਦਰ ਦੇ ਬਲੈਕਮੇਲ ਮੂਵੀ ਦੀ ਜਿਹੜੀ ਸੀਡੀ ਸੀ ਉਹ ਲਗਾਈ, ਔਰ ਗਾਣਾ ਕਿਹੜਾ ਚੱਲਦਾ ਹੈ ਜੀ ਉਹਦੇ ਉੱਪਰ, पल पल दिल के पास तुम रहती हो, जीवन मीठी प्यास जे कहती हो। मतलब इस किस्म का जिहड़ा अगे घटना सतबीर विच और जो साडी मेन करैक्टर है इहदे विच नीलम, उहदे विच जो अगे संबंध बनन जा रहे ने, अगले घटनाक्रम जिधर नूं मोड़ लै रहे ने, उसे किस्म का यह जिहड़ा नावल आ, ਇਹ ਜਿਹੜਾ ਗਾਣਾ ਆ ਉਹ ਉਸਦੀ ਜਿਹੜਾ ਆ ਉਹ ਪੇਸ਼ੀਨਗੋਈ ਕਰਦਾ। ਤੇ ਅੱਗੋਂ ਜਿਹੜਾ ਥੋੜਾ ਜਿਹਾ ਇਹਦਾ ਹੋਰ ਕੋਟੇਸ਼ਨ ਹੈਗਾ ਸਰ, ਮੈਂ ਉਹ ਵੀ ਦੱਸਣਾ ਚਾਹਾਂਗਾ। ਬੜੇ ਚੋਣ ਕੇ ਗਾਣੇ ਰੱਖੇ ਨੇ ਤੂੰ ਸੱਤ, ਤੇਰੀ ਕਮਾਲ ਦੀ ਸਿਲੈਕਸ਼ਨ ਹੈ। ਇਹ ਗਾਣਾ ਮੇਰਾ ਤੇ ਮੁਕੇਸ਼ ਦਾ ਫੇਵਰਿਟ ਸੀ, ਮਤਲਬ ਜਿਹੜਾ ਉਹਦਾ ਪਤੀ ਵੀ ਸੀ, ਪ੍ਰੇਮੀ ਵੀ ਸੀ, ਜੋ ਹਾਦਸੇ ਵਿੱਚ ਮਰ ਜਾਂਦਾ,
ਤਾਂ ਇਹ ਅਸੀਂ ਸਟੇਜ ਤੇ ਗਾਇਆ ਵੀ ਕਰਦੇ ਸੀ, ਪਰ ਅੱਜ ਨੀਲਮ ਨੇ ਥੋੜਾ ਉਦਾਸ ਹੁੰਦਿਆਂ ਕਿਹਾ, ਡੋਂਟ ਵਰੀ ਨੀਲੂ, ਜੇ ਪਰਮਾਤਮਾ ਨੇ ਤੇਰੇ ਕੋਲ ਮੁਕੇਸ਼ ਨੂੰ ਖੋਲਿਆ ਤਾਂ ਮੁਕੇਸ਼ ਦੇ ਦੂਸਰੇ ਰੂਪ ਚ ਮੈਨੂੰ ਤੇਰੇ ਕੋਲ ਭੇਜ ਦਿੱਤਾ ਹੈ। ਮੈਂ ਮੁਕੇਸ਼ ਦੀ ਥਾਂ ਤਾਂ ਨਹੀਂ ਲੈ ਸਕਦਾ, ਪਰ ਕੋਸ਼ਿਸ਼ ਕਰਦਾ ਹਾਂ ਕਿ ਤੈਨੂੰ ਉਨਾ ਹੀ ਪਿਆਰ ਦੇ ਸਕਾਂ ਜਿੰਨਾ ਉਹ ਤੈਨੂੰ ਕਰਦਾ ਸੀ, ਸਤਬੀਰ ਨੇ ਯਕੀਨ ਦਿਵਾਉਂਦਿਆਂ ਕਿਹਾ। ਹੁਣ ਜਿਹੜਾ ਉਪਰੋਕਤ ਅਸੀਂ ਇਹ ਗਾਣੇ ਵਾਲਾ ਜਾਂ ਕਾਵ ਟੋਟਾ ਕਹਿ ਲਓ, ਇਹਦੇ ਵਿੱਚ ਇਹਦੀ ਸ਼ਮੂਲੀਅਤ ਹੈ ਨਾਵਲ ਦੇ ਵਿੱਚ, ਤਾਂ ਉਹ ਕਿਧਰੇ ਵੀ ਇਸ ਕਿਸਮ ਦਾ ਨਹੀਂ ਲੱਗਦਾ। ਅਸੀਂ ਕਿਤੇ ਵੀ ਕਿਸੇ ਵੀ ਕਾਵ ਟੋਟੇ ਨੂੰ ਜਾ ਕੇ ਦੇਖਦੇ ਆ ਤਾਂ ਉਹਦੇ ਨਾਲ ਇੱਕ ਤੇ ਕਹਾਣੀ ਦੀ ਜਿਹੜੀ ਤੋਰ ਆ ਉਹ ਹੋਰ ਮੋਕਲੀ ਹੋ ਜਾਂਦੀ ਆ, ਔਰ ਪਾਠਕ ਦਾ ਵੀ ਜਿਹੜਾ ਰੁਝੇਵਾਂ ਆ ਉਹ ਵਧੇਰੇ ਹੋ ਜਾਂਦਾ ਉਹਦੇ ਵਿੱਚ, ਉਹ ਨੀਰਸ ਨਹੀਂ ਹੋਣ ਦਿੰਦਾ ਉਹਨੂੰ। ਠੀਕ ਹੈ ਜੀ। ਤੇ ਨਾਵਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਫਿਲਮੀ ਪਟਕਥਾ ਦੇ ਵਾਂਗ ਜਿਹੜੀਆਂ ਨੇ ਨਾ ਉਹ ਵਾਪਰਦੀਆਂ ਲੱਗਦੀਆਂ, ਜਿਨ੍ਹਾਂ ਵਿੱਚ ਮੈਂ ਕੁਛ ਤੁਹਾਨੂੰ ਚੋਣਵੀਆਂ ਕਰਵਾਈਆਂ, ਜਿਹਦੇ ਵਿੱਚ ਸ਼ੇਰੂ ਦਾ ਮਾਮੇ ਨੂੰ ਪਕੜਨਾ ਮੈਂ ਪਹਿਲੇ ਵੀ ਦੱਸ ਚੁੱਕਾ ਜੀ। ਮੁਕੇਸ਼ ਦਾ ਐਕਸੀਡੈਂਟ ਜਿਹੜਾ ਪਿਆਰ ਵਿਆਹ ਹੁੰਦਾ ਨੀਲਮ ਦਾ, ਉਹਦੇ ਵਿੱਚ ਮੁਕੇਸ਼ ਦੀ ਤੇ ਉਹਦੇ ਜਿਹੜਾ ਗਰਭ ਵਿੱਚ ਬੱਚਾ ਸੀ ਉਹਦੀ ਮੌਤ, ਨੀਲਮ ਦਾ ਸਤਬੀਰ ਦੇ ਧੋਖੇ ਤੋਂ ਬਾਅਦ ਸੁਸਾਈਡ ਕਰਨਾ, ਉਸਦੇ ਜਿਹੜਾ ਬਾਪ ਗੁਰਪਾਲ ਦੀ ਸ਼ਰਾਬ ਦੀ ਬਹੁਤਾਤ ਕਾਰਨ ਮੌਤ ਹੋ ਜਾਣੀ, ਤੇ ਜਿਹੜਾ ਮੌਤ ਵੀ ਇਹਦੇ ਵਿੱਚ ਜਿਹੜਾ ਇੱਕ ਸਿੰਬਲ ਦੇ ਤੌਰ ਤੇ ਜਿਹੜਾ ਹੈਗਾ ਆ, ਇੱਕ ਸਿਗਨੀਫਾਇਰ ਦੇ ਤੌਰ ਤੇ ਜਿਹੜਾ ਆ ਉਹ ਯੂਜ਼ ਕੀਤਾ ਗਿਆ, ਜਿਹਦੇ ਨਾਲ ਮੈਨੂੰ ਖੁਦ ਨਾਵਲ ਪੜ੍ਹਦੇ ਐਵੇਂ ਲੱਗਾ ਕਿ ਮੈਂ ਕਈ ਵਾਰ ਉਹ ਬੜਾ ਮੈਨੂੰ ਲੱਗਾ ਜਿਵੇਂ ਫਿਲਮ ਵਿੱਚ ਹੁੰਦਾ ਨਾ ਸਾਡਾ ਫੇਵਰੇਟ ਕਰੈਕਟਰ ਆ, ਯਾਰ ਇਹਦੇ ਨਾਲ ਕਿਉਂ ਇਦਾਂ ਹੋ ਗਿਆ, ਚੱਲ ਬਾਪ ਹੀ ਨਾ ਇਹਦਾ ਮਰਦਾ, ਐਵੇਂ ਕਿਉਂ ਹੋ ਗਿਆ। ਉਹ ਬੜਾ ਪਾਠਕ ਨੂੰ ਵਧੇਰੇ ਜਿਹੜਾ ਉਹ ਵਲੂੰਦਰ ਦੀਆਂ ਮੌਤਾਂ, ਜਵਾਨ ਮੌਤ ਜਿਹੜੀ ਐਕਚੁਅਲੀ ਜੇ ਅਸੀਂ ਕਹਿ ਲਈਏ ਤਾਂ ਰਾਦਰ ਮੁਕੇਸ਼ ਦੀ, ਔਰ ਨੀਲਮ ਵੀ ਐਂਡ ਤੇ ਉਸ ਤੋਂ ਸਤਬੀਰ ਤੋਂ ਗੁਰਦੁਆਰੇ ਚੋਂ ਬਦਲਾ ਲੈ ਕੇ ਔਰ ਜਦੋਂ ਦੌੜ ਕੇ ਰੋਡ ਦੇ ਉੱਪਰ ਜਾਂਦੀ ਆ ਤਾਂ ਉਹਦੀ ਵੀ ਜਿਹੜੀ ਆ ਉਹ ਸੜਕ ਦੇ ਉੱਪਰ ਲਿਟ ਜਾਂਦੀ ਆ ਔਰ ਉਹਦੀ ਮੌਤ ਹੋ ਜਾਂਦੀ ਆ। ਔਰ ਮੌਤ ਵੀ ਜਿਹੜਾ ਇਹਦੇ ਵਿੱਚ ਆ ਕਿ ਸੱਚੇ ਮਾਰਗ ਤੇ ਚੱਲਦੇ ਆ, ਤੁਹਾਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਨਾਲ ਸਾਹਮਣਾ ਕਰਨਾ ਪੈਂਦਾ, ਤੁਹਾਡੇ ਆਲੇ ਦੁਆਲੇ ਦਾ, ਤੁਹਾਡੇ ਉੱਥੋਂ ਦੇ ਮਾਹੌਲ ਦਾ, ਪਰ ਫਿਰ ਵੀ ਤੁਸੀਂ ਮੌਤ ਦੇ ਰਾਹੀਂ ਵੀ ਲੰਘ ਕੇ ਜਿਹੜਾ ਉਹ ਤੁਹਾਡੀ ਜਿਹੜੀ ਜਿੱਤ ਪ੍ਰਾਪਤ ਹੁੰਦੀ। ਸਰ ਬਸ ਛੋਟਾ ਜਿਹਾ ਇੱਕ ਹਵਾਲਾ ਹੈਗਾ ਕਿ ਅੱਛਾ ਉਸ ਦਾ ਜਿਹੜਾ ਹੁਣ ਇਹ ਵੀ ਆਪਾਂ ਦੇਖਦੇ ਹਾਂ ਕਿ ਜਿਹੜੀ ਨੀਲਮ ਇਹਦੇ ਵਿੱਚ ਕਰੈਕਟਰ ਹੈਗੀ ਆ ਉੱਥੋਂ ਦੀ ਜੰਮਪਲ ਆ, ਉਹਦੀ ਜਿਹੜੀ ਤਰਜ਼ੇ ਜ਼ਿੰਦਗੀ ਆ ਨਾ ਉਹ ਨਾਇਕਾ ਵਰਗੀ ਆ। ਜੇ ਅਸੀਂ ਫਿਲਮ ਦਾ ਵੀ ਦੇਖੀਏ ਨਾ ਕਿ ਫਿਲਮੀ ਪਟਕਥਾ ਜਾਂ ਉਸ ਕਿਸਮ ਦੇ ਨਾਲ ਆ, ਤਾਂ ਇਸ ਨਾਵਲ ਦੀ ਕੇਂਦਰੀ ਪਾਤਰ ਜਿਹੜੀ ਉਹ ਨਾਇਕਾ ਵਰਗਾ ਉਹਦਾ ਲਾਈਫ ਸਟਾਈਲ ਆ। ਸ਼ੁਰੂ ਤੋਂ ਉਹ ਜਿਸ ਤਰੀਕੇ ਨਾਲ ਉਹ ਨੱਚਦੀ ਆ, ਗਾਉਂਦੀ ਆ, ਆਪਣੇ ਮਾਂ-ਬਾਪ ਨਾਲ ਖੁੱਲ੍ਹ-ਡੁੱਲੀ ਵਾਰਤਾਲਾਪ ਰੱਖਦੀ ਆ, ਫਰੈਂਡਸ ਨਾਲ ਵੀ, ਹੈਨਾ ਜੀ। ਜਦੋਂ ਉਹਦੇ ਫਰੈਂਡਸ ਵੀ ਆਉਂਦੇ, ਇੱਕ ਤੇ ਸ਼ਰਾਬ ਦੀ ਜਿਹੜੀ ਬਹੁਤ ਆਦਤ ਹੈਗੀ ਆ ਉਹ ਕਿਤੇ ਨਾ ਕਿਤੇ ਪਤਾ ਨਹੀਂ ਮੈਂ ਪੰਜਾਬੀ ਮਾਈਂਡ ਹੋਣ ਕਰਕੇ ਜਾਂ ਇੱਥੇ ਪੰਜਾਬ ਦਾ ਹੋਣ ਕਰਕੇ ਉਹ ਬੜੀ ਖਾਲੀ ਆ। ਹਰਜੀਤ ਅਟਵਾਲ ਜੀ ਹੁਣਾਂ ਨਾਲ ਵੀ ਇੱਕ ਵਾਰੀ ਗੱਲ ਹੋਈ ਸੀ ਸਾਊਥਾਲ ਦੇ ਹਵਾਲੇ ਨਾਲ, ਤਾਂ ਉਹਨਾਂ ਨੇ ਵੀ ਕਿਹਾ ਸੀਗਾ ਉਹ ਵੀ ਤੁਹਾਡੇ ਉਹ ਜਿਹਨ ਵਿੱਚ ਉਸ ਕਿਸਮ ਦੇ ਨਾਲ ਆ ਕਿ ਤੁਹਾਡਾ ਕਲਚਰ ਨਹੀਂਗਾ ਉਸ ਕਿਸਮ ਦਾ ਪੰਜਾਬ ਦਾ, ਇੱਥੇ ਬੜਾ ਕਾਮਨ ਆ। ਪਰ ਉਹ ਕਿਤੇ ਦੇਖੋ ਨਾ ਕਿ ਬਲਾਤਕਾਰ ਹੁੰਦਾ ਹੈ ਜਸਟ ਅਜੇ, ਤਾਂ ਉਸ ਤੋਂ ਬਾਅਦ ਜਿਹੜਾ ਆ ਉਹ ਫਿਰ ਉਹਦੇ ਜਿਹੜੇ ਫਰੈਂਡਸ ਆਉਂਦੇ ਨੇ ਉਹਨੂੰ ਕੰਸੋਲ ਕਰਨ ਲਈ ਵਾਈਨ ਦੀ ਬੋਤਲ ਖੁੱਲ ਰਹੀ ਹੈਗੀ। ਮਤਲਬ ਇਸ ਕਿਸਮ ਦੇ ਕੁਝ ਹਵਾਲੇ ਜਿਹੜੇ ਅਖੜਦੇ ਨੇ, ਤੇ ਬਾਕੀ ਇਸ ਕਿਸਮ ਦਾ ਮੈਂ ਇਹਦੇ ਵਿੱਚੋਂ ਇਹ ਕੁਝ ਦੇਖ ਪਾਇਆ ਜੀ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ, ਸਗੂ ਜੀ, ਰਸਰਾਲੀ ਸਰ ਜੀ, ਧੰਨਵਾਦ। ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਪੇਪਰ ਪੇਸ਼ ਕੀਤਾ। ਤੇ ਹੋਰ ਸਮਾਂ ਨਾ ਲੈਂਦਾ ਹਾਂ, ਮੈਂ ਅਗਲੇ ਸਪੀਕਰ ਨੂੰ ਬੁਲਾਵਾਂਗਾ, ਗੌਰਵ ਅਹਿਮਦ, ਜਿਹੜੇ ਕਿ ਮੇਰੇ PhD ਦੇ ਸਟੂਡੈਂਟ ਵੀ ਨੇ। ਮੈਂ ਇਹਨਾਂ ਨੂੰ ਕਹਿ ਸਕਦਾ ਕਿ ਆਪਣੇ ਪੇਪਰ ਦੀ ਜਿਹੜੀ ਫਾਰਮੂਲੇਸ਼ਨਸ ਹੈ ਸਿਰਫ ਉਹੀ 5 ਮਿੰਟ ਦੇ ਵਿੱਚ ਸਾਡੇ ਨਾਲ ਸਾਂਝੀ ਕਰ ਦੇਣ, ਕਿਉਂਕਿ ਅਸੀਂ ਬਹੁਤ ਜਿਹੜਾ ਨਾ ਟਾਈਮ ਥੋੜਾ ਜਿਹਾ ਸਾਡਾ ਅੱਗੇ ਜਾ ਰਿਹਾ। ਤੇ ਗੌਰਵ। ਸਤਿ ਸ਼੍ਰੀ ਅਕਾਲ ਜੀ। ਮੇਰੇ ਪੇਪਰ ਦਾ ਵਿਸ਼ਾ ਹੈ ਜਰਨੈਲ ਸਿੰਘ ਦੀ ਕਹਾਣੀ ਮੁਹਾਜ਼ ਦਾ ਸਮਕਾਲੀ ਸੰਦਰਭ। ਕਹਾਣੀ ਜਰਨੈਲ ਸਿੰਘ ਦੇ ਕਹਾਣੀ ਸੰਗ੍ਰਹਿ ਕਾਲੇ ਵਰਕੇ ਦਾ ਹਿੱਸਾ, ਜਿਹਨੂੰ ਢਾਹਾਂ ਦਾ ਸਾਹਿਤਕ ਸਨਮਾਨ ਵੀ ਮਿਲਿਆ ਹੋਇਆ। ਤੇ ਇਹ ਕਹਾਣੀ ਜਿਹੜੀ ਕੈਨੇਡਾ ਦੇ ਵਿੱਚ ਪ੍ਰਵਾਸੀ ਪਛਾਣਾਂ ਨੇ ਉਹਨਾਂ ਦੀ ਬਾਤ ਪਾਉਂਦੀ ਆ। ਜਿਹੜੇ ਮੁੱਖ ਪਾਤਰ ਨੇ ਉਹ ਕੈਨੇਡਾ ਦੇ ਵਿੱਚ ਜਿਹੜੇ ਫੌਜ ਦੀ ਨੌਕਰੀ ਕਰ ਰਹੇ ਨੇ ਜਾਂ ਸੁਰੱਖਿਆ ਕਰਮਚਾਰੀ ਉਹ ਨੇ, ਜਿਹੜੇ ਅਫਗਾਨਿਸਤਾਨ ਦੇ ਮੁਹਾਜ਼ ਤੋਂ ਜਾਣੀ ਕਿ ਅਫਗਾਨਿਸਤਾਨ ਦੇ ਜੰਗ ਤੋਂ ਵਾਪਸ ਪਰਤੇ ਨੇ।
ਕਹਿ ਸਕਦੇ ਹਾਂ ਕਿ ਕਹਾਣੀ ਦੇ ਪਿਛੋਕੜ ਜਿਹੜਾ ਬੈਕਗਰਾਉਂਡ ਆ ਕਹਾਣੀ ਉਹਦੇ ਵਿੱਚ ਅਫਗਾਨਿਸਤਾਨ ਸੰਕਟ ਪਿਆ ਤੇ ਇਸ ਲਈ ਉਹਦੇ ਬਾਰੇ ਜਿਹੜਾ ਮੇਰਾ ਪੇਪਰ ਹੈਗਾ ਉਹ ਇਸ ਕਹਾਣੀ ਦਾ ਸਮਕਾਲੀ ਸੰਦਰਭ ਉਹਦੇ ਬਾਰੇ ਹੈ ਤੇ ਇਸ ਲਈ ਉਸ ਸੰਕਟ ਤੇ ਗੱਲ ਕੀਤੇ ਬਿਨਾਂ ਇਹਦੇ ਪ੍ਰੈਜ਼ੈਂਟ ਕੰਟੈਕਸਟ ਨੂੰ ਅਸੀਂ ਨਹੀਂ ਸਮਝ ਸਕਦੇ। ਅਫਗਾਨਿਸਤਾਨ ਕ੍ਰਾਈਸਿਸ ਨੂੰ ਵੈਸੇ ਤਾਂ ਕਈ ਸਦੀਆਂ ਤੋਂ ਉੱਥੇ ਕਈ ਤਰ੍ਹਾਂ ਦੀਆਂ ਸਿਆਸੀ ਹਲਚਲਾਂ ਚੱਲ ਰਹੀਆਂ ਬਟ ਜਿਹੜੀ ਖਾਸ ਤੌਰ ਤੇ ਜਿਹੜੀ 20ਵੀਂ ਸਦੀ ਆ ਉਹਦੇ ਫਸਟ ਪੀਰੀਅਡ ਦੇ ਵਿੱਚ ਪਹਿਲੇ ਅੱਧ ਦੇ ਵਿੱਚ ਜਦੋਂ ਗ੍ਰੇਟ ਬ੍ਰਿਟੇਨ ਤੇ ਸੋਵੀਅਤ ਰੂਸ ਦੋਵੇਂ ਆਪਣੀ ਚੌਧਰ ਨੂੰ ਲੈ ਕੇ ਉੱਥੇ ਲੜਦੇ ਨੇ ਤੇ ਉਸ ਤੋਂ ਬਾਅਦ ਅਗਲੇ ਅੱਧ ਦੇ ਵਿੱਚ ਅਮਰੀਕਾ ਤੇ ਰੂਸ ਲਗਾਤਾਰ ਆਪਸ ਦੇ ਵਿੱਚ ਉੱਥੇ ਲੜਦੇ ਨੇ ਕਿ ਤਾਂ ਕਿ ਉਹ ਆਪਣੀ ਉੱਥੇ ਇੱਕ ਹੈਜਮਨੀ ਸਥਾਪਿਤ ਕਰ ਸਕਣ। ਰੂਸ ਉੱਥੋਂ ਦੀ ਜਿਹੜੀ ਪੋਲੀਟੀਕਲ ਸਿਸਟਮ ਉਹਨੂੰ ਸਪੋਰਟ ਕਰਦਾ, ਅਮਰੀਕਾ ਉੱਥੋਂ ਦੇ ਜਿਹੜੇ ਵਿਰੋਧੀ ਧਿਰ ਹੁੰਦੀਆਂ ਨੇ ਮੁਜਾਹਿਦੀਨ ਜਾਂ ਤਾਲਿਬਾਨ ਵਗੈਰਾ ਉਹਨਾਂ ਨੂੰ ਸਪੋਰਟ ਕਰਦਾ ਅਮਰੀਕਾ। ਤੇ ਇਸੇ ਹਲਚਲਾਂ ਦੇ ਕਰਕੇ ਜਿਹੜਾ ਸਿੱਟਾ ਅਫਗਾਨਿਸਤਾਨ ਦੇ ਵਿੱਚ ਕੀ ਨਿਕਲ ਕੇ ਆਉਂਦਾ ਕਿ ਉਹ ਪ੍ਰਗਤੀ ਦੇ ਪੱਧਰ ਤੇ ਕਦੇ ਅੱਗੇ ਨਹੀਂ ਵੱਧ ਪਾਇਆ। ਪਰ ਫਿਰ ਵੀ ਇੱਕ ਜਿਹੜੀ ਵੱਡੀ ਤਬਦੀਲੀ ਆਉਂਦੀ ਹੈ 9/11 ਤੋਂ ਬਾਅਦ ਕਿਉਂਕਿ ਜਦੋਂ ਅਮਰੀਕਾ ਅਫਗਾਨਿਸਤਾਨ ਤੇ ਸਿੱਧਾ ਇਲਜ਼ਾਮ ਲਾਉਂਦਾ ਕਿ ਹਾਂ ਕਿ ਜਿਹੜੇ 9/11 ਦੇ ਉਹ ਅਫਗਾਨਿਸਤਾਨ ਦੇ ਵਿੱਚ ਲੁਕੇ ਹੋਏ ਨੇ ਤੇ ਜਿਹਦੇ ਚੱਲਦੇ ਉਹ ਫੌਜਾਂ ਨੂੰ ਅਫਗਾਨਿਸਤਾਨ ਦੇ ਵਿੱਚ ਭੇਜਦਾ ਤੇ ਉੱਥੇ ਲਗਾਤਾਰ ਬੰਬਾਰੀ ਕਰਦਾ। ਇਹ ਜਿਹੜੀ ਸਾਰੀ ਮੁਹਿੰਮ ਆ ਮੁਹਾਜ਼ ਆ ਜਿਹੜਾ 2 ਦਹਾਕੇ ਚੱਲਦਾ ਤੇ ਹੁਣ ਜਿਹੜਾ ਇਸ ਮੁਹਾਜ਼ ਤੇ ਜੇਕਰ ਸਿੱਟਿਆਂ ਦੀ ਅਸੀਂ ਗੱਲ ਕਰੀਏ ਤਾਂ ਲਗਭਗ $2.5 ਟ੍ਰਿਲੀਅਨ ਜਿਹੜੇ ਆ ਉਹ ਅਮਰੀਕਾ ਨੇ ਇਸ ਮੁਹਾਜ਼ ਦੇ ਉੱਤੇ ਖਰਚ ਦਿੱਤੇ। 20,000 ਤੋਂ ਵੱਧ ਅਮਰੀਕੀ ਫੌਜੀ ਮਰੇ ਗਏ। ਜੇਕਰ ਅਫਗਾਨਿਸਤਾਨ ਦੇ ਜਿਹੜੇ ਲੋਕਲ ਅਫਗਾਨੀ ਅਫਸਰ ਆ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ 45,000 ਅਫਸਰਾਂ ਦੀ ਫੌਜੀਆਂ ਦੀ ਮੌਤ ਹੋ ਗਈ। ਅਮਰੀਕਾ ਤੋਂ ਬਿਨਾਂ ਹੋਰ ਕਈ ਜਿਹੜੇ ਅਮਰੀਕਾ ਦੇ ਫਰੈਂਡ ਜਿਹੜੇ ਕੰਟਰੀਜ਼ ਸੀਗੀਆਂ ਜਿਨ੍ਹਾਂ ਨੇ ਇਸ ਮੁਹਿੰਮ 'ਚ ਪਾਰਟਿਸਿਪੇਟ ਕੀਤਾ ਉਹਨਾਂ ਦੇ ਫੌਜੀ ਮੁਹਾਜ਼ ਦੇ ਵਿੱਚ ਆਏ ਸੀ ਤੇ ਉਹਨਾਂ ਦੀਆਂ ਹੀ 4,000 ਤੋਂ ਵੱਧ ਜਵਾਨਾਂ ਦੀ ਮੌਤ ਹੋਈ। ਇਹ ਜਿਹੜੀ ਕਹਾਣੀ ਆ ਮੁਹਾਜ਼ 2015 'ਚ ਛਪੀ ਸੀਗੀ ਤਾਂ ਉਦੋਂ ਉਸ ਵੇਲੇ ਤੱਕ ਮੁਹਾਜ਼ ਜਾਰੀ ਸੀਗਾ ਇਹ। ਪਰ ਕਿਉਂਕਿ ਹੁਣ ਜਿਹੜੇ ਅਸੀਂ ਅੱਜ ਦੇ ਜਿਸ ਸਮੇਂ ਦੇ ਵਿੱਚ ਪੇਪਰ ਪੜ੍ਹਿਆ ਜਾ ਰਿਹਾ ਉਦੋਂ ਸਾਨੂੰ ਪਤਾ ਕਿ ਜਿਹੜਾ ਮੁਹਾਜ਼ ਮੁੱਕ ਚੁੱਕੇ ਹੁਣ ਅਮਰੀਕਾ ਨੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਹੁਕਮ ਦਿੱਤਾ ਤਾਂ ਹੁਣ ਅਸੀਂ ਇਸ ਸਾਰੇ ਸਿਨੈਰੀਓ ਤੇ ਇੱਕ ਪ੍ਰੈਜ਼ੈਂਟ ਕੰਟੈਕਸਟ ਦੇ ਉੱਪਰ ਇਹਦੇ ਗੱਲ ਕਰ ਸਕਦੇ ਹਾਂ। ਹਾਲਾਂਕਿ ਇਸ ਜਿਹੜੇ ਫੌਜਾਂ ਨੂੰ ਵਾਪਸ ਬੁਲਾਉਣ ਦਾ ਜਿਹੜਾ ਹੁਕਮ ਹੈ ਇਹ ਜਿਹੜਾ ਪਿਛਲੇ ਸਾਲ ਦੋਹਾ ਸਮਝੌਤਾ ਹੋਇਆ ਸੀ ਉਹਦੇ ਨਾਲ ਹੀ ਬਚ ਗਿਆ ਸੀ ਬਟ ਹੁਣ ਇਹਦਾ ਇੱਕ ਅਮਲੀ ਜਾਮਾ ਪਹਿਨਣਾ ਸ਼ੁਰੂ ਕਰ ਦਿੱਤਾ ਗਿਆ ਕਿ ਪਰ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਜਾਂ ਇਸ ਸਾਰੇ ਅਫਗਾਨਿਸਤਾਨ ਕ੍ਰਾਈਸਿਸ ਤੇ ਨੂੰ ਪੜ੍ਹਨ ਤੋਂ ਬਾਅਦ ਜਾਂ ਸਾਰੇ ਤਫਸੀਲ ਤੋਂ ਬਾਅਦ ਸਾਡੇ ਕੋਲ ਕਈ ਸਵਾਲ ਪੈਦਾ ਹੁੰਦੇ ਨੇ ਕਿ ਕੀ ਸਾਨੂੰ ਇੱਕ ਇੰਨੇ ਲੰਬੇ ਮੁਹਾਜ਼ ਦੀ ਕੈਨੇਡਾ ਨੂੰ ਅਮਰੀਕਾ ਨੂੰ ਜਾਂ ਹੋਰ ਦੇਸ਼ਾਂ ਨੂੰ ਜਿਨ੍ਹਾਂ ਨੇ ਮੁਹਾਜ਼ ਲੜਿਆ ਇੰਨੇ ਲੰਬੇ ਮੁਹਾਜ਼ ਦੀ ਲੋੜ ਸੀ। ਜੇਕਰ ਅਮਰੀਕਾ ਦਾ ਜਿਹੜਾ ਅਸਲੀ ਮੰਤਵ ਜਿਹੜਾ ਸਿਰਫ 9/11 ਦੋਸ਼ੀਆਂ ਨੂੰ ਫੜਨਾ ਸੀ ਤਾਂ ਜਦੋਂ 2011 ਦੇ ਵਿੱਚ ਉਹਨਾਂ ਨੇ ਲਾਦੇਨ ਨੂੰ ਫੜ ਕੇ ਮਾਰ ਦਿੱਤਾ ਤਾਂ ਉਸ ਤੋਂ ਬਾਅਦ ਵੀ ਇੱਕ ਦਹਾਕਾ 2011 ਤੋਂ ਬਾਅਦ ਵੀ ਅਫਗਾਨਿਸਤਾਨ ਦੇ ਵਿੱਚ ਕੀ ਕਰਦਾ ਰਿਹਾ ਤੇ ਜੇਕਰ ਤਾਲਿਬਾਨ ਦੇ ਨਾਲ ਇੰਨੀ ਇੱਕ ਟਕਰਾਰ ਸੀਗਾ ਕਿ ਇਹ ਅਫਗਾਨਿਸਤਾਨ ਵਿੱਚ ਸ਼ਾਂਤੀ ਸਥਾਪਿਤ ਨਹੀਂ ਕਰ ਰਿਹਾ ਜਾਂ ਇੱਕ ਫਸਾਦ ਪੈਦਾ ਕਰ ਰਿਹਾ ਤਾਂ ਉਹ ਦੋਹਾ ਸਮਝੌਤੇ ਦੇ ਵਿੱਚ ਤਾਲਿਬਾਨ ਅਫਗਾਨਿਸਤਾਨ ਦੀ ਬਾਗਡੋਰ ਸੰਭਾਲਣ ਦੇ ਲਈ ਕਿਉਂ ਰਾਜੀ ਹੋਏ। ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਸੰਕਟ ਦੇ ਵਿੱਚ ਮੁਹਾਜ਼ ਦੇ ਵਿੱਚ ਜਿਹੜਾ 2.5 ਟ੍ਰਿਲੀਅਨ ਖਰਚ ਕੀਤਾ। ਜੇਕਰ ਅਸੀਂ ਮਿਡਲ ਈਸਟ ਦੇ ਜਿਹੜੇ ਫਲਸਤੀਨ ਸੀਰੀਆ ਲੈਬਨਾਨ ਵਗੈਰਾ ਸਾਰੇ ਕੈਂਪੇਨਸ ਨੂੰ ਮਿਲਾਈਏ ਤਾਂ 6 ਟ੍ਰਿਲੀਅਨ ਤੋਂ ਵੀ ਵੱਧ ਦਾ ਜਿਹੜਾ ਬਜਟ ਹੈ। ਤਾਂ ਹੁਣ ਜਿਹੜੇ ਅਮਰੀਕੀ ਟੈਕਸ ਪੇਅਰ ਨੇ ਜਿਹੜੇ ਨਾਗਰਿਕ ਮਿਹਨਤ ਪਸੀਨੇ ਦਾ ਜਿਹੜਾ ਉਹਨਾਂ ਦਾ ਪੈਸਾ ਹੈਗਾ ਕਿ ਜੇਕਰ ਇਹਨਾਂ ਮੁਹਾਜ਼ਾਂ ਤੇ ਜਿਹੜਾ ਖਰਚ ਕੀਤਾ ਜਾ ਰਿਹਾ ਤਾਂ ਫਿਰ ਸਾਨੂੰ ਸੋਚਣਾ ਬਣਦਾ ਕਿ ਇਹਨਾਂ ਮੁਹਾਜ਼ਾਂ ਦੀ ਕਿੰਨੀ ਉਚਿਤਤਾ ਆ, ਇਹਨਾਂ ਮੁਹਾਜ਼ਾਂ ਨੂੰ ਲੜਨਾ ਕਿੰਨੀ ਕੁ ਸਮਝਦਾਰੀ ਦਾ ਫੈਸਲਾ ਹੈ ਤੇ ਆਪਣੇ ਇੱਕ ਆਰਥਿਕ ਜਿਹੜੀਆਂ ਲੋੜਾਂ ਹੈਗੀ ਕਿ ਇਹਨਾਂ ਦੇਸ਼ਾਂ ਕਿ ਇਹਨਾਂ ਨੂੰ ਅਫਗਾਨਿਸਤਾਨ ਦੇ ਵਿੱਚੋਂ ਡਿਫੈਂਸ ਦੇ ਕੰਟਰੈਕਟ ਮਿਲਦੇ ਆ ਉੱਥੇ ਬਹੁਤ ਸਾਰੇ ਮਿਨਰਲਸ ਦੇ ਭੰਡਾਰ ਹੈਗੇ ਜਿਨ੍ਹਾਂ ਦੀ ਲੁੱਟ ਕਰਕੇ ਇਹ ਅਫਗਾਨਿਸਤਾਨ ਦੇ ਵਿੱਚ ਜੰਮੇ ਰਹਿਣਾ ਚਾਹੁੰਦੇ ਆ ਤਾਂ ਇਹ ਸਾਰੀ ਪਰ ਉਹਨਾਂ ਲੋੜਾਂ ਦੀ ਪੂਰਤੀ ਦੇ ਲਈ ਉੱਥੇ ਇੱਕ ਜੰਮੇ ਰਹਿਣਾ ਤੇ ਆਪਣੇ ਜਵਾਨਾਂ ਦੀ ਤੇ ਆਪਣੇ ਪੈਸੇ ਦੀ ਜਿਹੜੀ ਬਰਬਾਦੀ ਕਰਨਾ ਉਹ ਕਿੰਨੀ ਕੁ ਉਚਿਤ ਹੈ। ਇਹ ਸਾਰੇ ਸਵਾਲ ਜਿਹੜੇ ਆ ਉਹ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਲਗਾਤਾਰ ਸਾਡੇ ਮਨ ਦੇ ਵਿੱਚ ਚੱਲਦੇ ਆ ਪਰ ਜਿਹੜੇ ਕਹਾਣੀ ਦੇ ਪਾਤਰਾਂ ਦੀ ਕਿਉਂਕਿ ਉਹ ਇਹਨਾਂ ਸਾਰੀਆਂ ਗੱਲਾਂ ਜਾਂ ਇਸ ਇਤਿਹਾਸ ਤੋਂ ਜਾਣੂਗਾ ਕਿਉਂਕਿ ਉਹ ਸਿੰਪਲ ਨੇ ਉਹਨਾਂ ਦਾ ਕੰਮ ਲੜਨਾ ਤੇ ਉਹ
ਕਿ ਖੁਦ ਬਖੁਦ ਇੱਕ ਆਪਣੀ ਸਟੇਟ ਦੀ ਇੱਕ ਜਸਟੀਫਿਕੇਸ਼ਨ ਕਰਦੇ ਆ ਕਿ ਹਾਂ ਇਹ ਜੰਗ ਕਿੰਨਾ ਕੁ ਜ਼ਰੂਰੀ ਹੈ। ਕਹਾਣੀ ਦਾ ਪਾਤਰ ਇੱਕ ਸਟੀਵ, ਉਹ ਵੀ ਅਫਗਾਨਿਸਤਾਨ ਵਾਰ ਦੇ ਵਿੱਚ ਲੜਦਾ, ਤੇ ਜਦੋਂ ਉਹਨੂੰ ਇੱਕ ਸਾਥੀ ਵਾਪਸ ਆਉਣ ਤੋਂ ਬਾਅਦ ਪੁੱਛਦਾ ਕਿ ਹਾਂ ਤੁਸੀਂ ਉੱਥੇ ਕੀ ਕੰਮ ਕਰਦੇ ਹੋ, ਤਾਂ ਉਹ ਕਹਿੰਦਾ ਕਿ ਅਸੀਂ ਉੱਥੇ ਪੀਸ ਮੇਕਿੰਗ ਯਾਨੀ ਕਿ ਸ਼ਾਂਤੀ ਸਥਾਪਨਾ ਦਾ ਕੰਮ ਕਰਦੇ ਹਾਂ, ਤੇ ਜਿਹੜੇ ਪਛੜੇ ਉੱਥੋਂ ਦੇ ਕੌਮਾਂ ਨੇ ਉਹਨਾਂ ਨੂੰ ਅਸੀਂ ਤਹਿਜ਼ੀਬ ਸਿਖਾਉਂਦੇ ਹਾਂ। ਤਾਂ ਜਿਹੜੀ ਸਟੀਵ ਦੀ ਇਹ ਟਿੱਪਣੀ ਹੈ ਬਹੁਤ ਹੀ ਜੀ ਹੈ, ਕਿਉਂਕਿ ਇਹ ਸੋਚਣੀ ਜਾਂ ਇਹ ਵਿਚਾਰਧਾਰਾ ਉਸੇ ਤਰ੍ਹਾਂ ਦੀ ਹੈ ਜਿਵੇਂ ਬਸਤੀਕਾਰ ਦੇਸ਼ਾਂ ਦੀ ਹੁੰਦੀ ਹੈ ਕਿ ਅਸੀਂ ਬਹੁਤ ਸਿਵਲਾਈਜ਼ਡ ਆ ਤੇ ਅਸੀਂ ਕਿਸੇ ਹੋਰ ਕੌਮ ਨੂੰ, ਕਿਸੇ ਪਛੜੀ ਕੌਮ ਨੂੰ ਸਿਵਲਾਈਜੇਸ਼ਨ ਸਿਖਾ ਸਕਦੇ ਹਾਂ। ਪਲੱਸ ਕਿ ਇੱਥੋਂ ਇੱਕ ਇਹ ਵੀ ਗੱਲ ਹੈ ਕਿ ਅਸੀਂ ਉੱਥੇ ਸ਼ਾਂਤੀ ਸਥਾਪਨਾ ਵਾਸਤੇ ਜਾ ਰਹੇ ਹਾਂ ਕਿ ਜਦੋਂ ਅਮਰੀਕਾ ਨੇ ਉੱਥੇ ਲਗਾਤਾਰ 2 ਦਹਾਕੇ ਬੰਬਾਰੀ ਕੀਤੀ, ਤਾਂ ਜਦੋਂ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਥਾਂ ਤੇ ਬੰਬਾਰੀ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਸ਼ੱਕੀ ਥਾਂ ਤੇ ਕੀਤੀ ਤਾਂ ਉੱਥੇ ਸਿਰਫ ਅੱਤਵਾਦੀ ਹੀ ਮਾਰੇ ਜਾਣਗੇ, ਉੱਥੇ ਆਮ ਨਾਗਰਿਕ ਵੀ ਮਾਰੇ ਜਾਣਗੇ, ਉੱਥੇ ਉਹਨਾਂ ਦਾ ਜਿਹੜਾ ਆਮ ਲੋਕ ਨੇ ਉਹਨਾਂ ਦਾ ਨੁਕਸਾਨ ਵੀ ਹੋਊਗਾ। ਤੇ 2 ਦਹਾਕੇ ਅਫਗਾਨਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਜੰਗੀ ਹਾਲਾਤ, ਬੰਬਾਰੀ ਦੇ ਹਾਲਾਤ ਰਹੇ, ਤਾਂ ਉੱਥੇ ਕਿਸ ਤਰੀਕੇ ਦੀ ਸ਼ਾਂਤੀ ਸਥਾਪਨਾ ਹੋ ਸਕਦੀ ਹੈ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਤਾਂ ਜਰਨੈਲ ਸਿੰਘ ਦੀ ਜਿਹੜੀ ਇਸ ਕਹਾਣੀ ਦੇ ਵਿੱਚ ਜਿਹੜੀ ਅਫਗਾਨਿਸਤਾਨ ਸੰਕਟ ਤੋਂ ਬਿਨਾਂ ਉਹ ਹੋਰ ਕੁਝ ਨੁਕਤਿਆਂ ਤੇ ਵੀ ਗੱਲ ਕਰਦਾ ਕਿ ਮੁਹਾਜ਼ ਬਾਰੇ ਗੱਲ ਕਰਦਾ ਉਹ ਕਈ ਸਰਹੱਦਾਂ ਟੱਪ ਜਾਂਦਾ ਕਿ ਜਿਹੜਾ ਉਹਦਾ ਇੱਕ ਦੋਸਤ ਆ, ਉਹਦੇ ਵਿੱਚ ਇੱਕ ਪਾਤਰ ਡੇਵ ਨਵਤੇਜ ਪੰਜਾਬੀ ਹੈ, ਤੇ ਉਹ ਇੰਡੀਆ ਦੇ ਵਿੱਚ ਜੋਧਪੁਰ ਦੇ ਵਿੱਚ ਇੰਡੀਆ ਪਾਕਿਸਤਾਨ ਜਿਹੜੀ ਵਾਰ ਸੀਗੀ 1971 ਦੀ ਉਹਦੇ ਵਿੱਚ ਲੜ ਰਿਹਾ, ਤੇ ਉਹ ਜਿਸ ਵੇਲੇ ਉਹਦੀ ਨੌਕਰੀ ਪੂਰੀ ਹੋ ਚੁੱਕੀ ਸੀ ਉਹਨੇ ਆਉਣਾ ਸੀ, ਬਟ ਜੰਗ ਲੱਗੀ ਤੇ ਉਹ ਆ ਨਹੀਂ ਸਕਿਆ। ਤਾਂ ਉਸ ਵੇਲੇ ਜਦੋਂ ਜੰਗ ਲੱਗਾ ਕਿ ਚੰਗੀ ਰੋਟੀ ਦਾ ਕੀ ਜੰਗ ਨੇ ਉਹਨੂੰ ਸੰਖੇਪ ਕਰਕੇ ਇਹਨੂੰ ਸਮ ਅਪ ਕਰ ਦੇਣਾ ਹੈ ਨਾ। ਹਾਂਜੀ ਸਰ, ਕਰ ਰਿਹਾ ਜੀ। ਆਪਣੀ ਪਲੇਟ 'ਚ ਪਈ ਸੁੱਕੀ ਰੋਟੀ ਵੀ ਖਾਣ ਨਹੀਂ ਸੀ ਦਿੱਤੀ ਹਾਂਜੀ ਸਰ, ਕਿ ਇਸ ਤੋਂ ਪਹਿਲਾਂ ਕਿ ਰੋਟੀ ਖਾਂਦਾ ਉਹਨੂੰ ਗੋਲੀਆਂ ਨੇ ਫੌਜੀ ਦੀ ਰੋਟੀ ਇੰਨੀ ਮਹਿੰਗੀ ਕਿਉਂ ਹੁੰਦੀ ਹੈ। ਤਾਂ ਇਤੋਂ ਜਰਨੈਲ ਸਿੰਘ ਜਿਹੜਾ ਇੱਕ ਸਟੀਵ ਦੇ ਰਾਹੀਂ ਤੇ ਫਿਰ ਇੱਕ ਜਿਹੜਾ ਨਵਤੇਜ ਪਾਤਰ ਦੇ ਰਾਹੀਂ ਇੱਕ ਅਫਗਾਨਿਸਤਾਨ ਤੇ ਇੰਡੀਆ ਤੇ ਹੋਰ ਜਿਹੜੀ ਉਹਨੇ ਸੰਕੇਤ ਦੇ ਕੇ ਬੋਸਨੀਆ ਜਾਂ ਸੀਰੀਆ, ਲਬਨਾਨ, ਫਲਸਤੀਨ ਸਾਰੇ ਜਿਹੜੇ ਸੰਕੇਤ ਦਿੱਤੇ ਨੇ ਉਹਨੇ ਇੱਕ ਦੁਨੀਆ ਭਰ ਦੇ ਸਾਰੇ ਮੁਹਾਜ਼ਾਂ ਨੂੰ ਇੱਕ ਆਪਣੇ ਲਪੇਟ ਵਿੱਚ ਲੈ ਲਿਆ ਕਿ ਕੀ ਇਹਨਾਂ ਸਾਰੇ ਮੁਹਾਜ਼ਾਂ ਦੀ ਉਚਿਤਤਾ ਕੀ ਆ, ਕਿ ਜਿੱਥੇ ਉਹ ਖੁਦ ਵੀ ਕਹਿੰਦਾ ਕਿ ਜੇਕਰ ਅਸੀਂ ਇੱਕ ਪਾਤਰ ਦੇ ਮੂੰਹੋਂ ਅਖਵਾਉਂਦਾ ਕਿ ਜੇਕਰ ਅਸੀਂ ਸਾਰੀ ਦੁਨੀਆ ਦੇ ਹੁਣ ਤੱਕ ਲੜੇ ਗਏ ਮੁਹਾਜ਼ਾਂ ਦੀ ਜੇਕਰ ਛਾਣਬੀਣ ਕਰੀਏ ਤਾਂ ਸਿਰਫ ਕੁਝ ਕੁ ਮੁਹਾਜ਼ ਹੋਣਗੇ ਜਿਨ੍ਹਾਂ ਦੀ ਵੈਲਿਡਿਟੀ ਹੋਊਗੀ, ਵੈਲੀਡੇਸ਼ਨ ਹੋਊਗੀ, ਬਾਕੀ ਸਾਰੇ ਅਸੀਂ ਸਿਰਫ ਆਪਣੇ ਆਰਥਿਕ ਹਿੱਤਾਂ ਵਾਸਤੇ ਹੀ ਲੜੇ ਨੇ। ਤੇ ਇਹਨਾਂ ਫੌਜੀਆਂ ਤੋਂ ਇਲਾਵਾ ਇਹਨਾਂ ਦੇ ਪਰਿਵਾਰ ਦੀ ਬਾਅਦ ਚੋਂ ਕੀ ਹਾਲਤ ਹੁੰਦੀ ਆ ਉਹਦਾ ਵੀ ਜਰਨੈਲ ਸਿੰਘ ਨੇ ਨਾਲ ਬਿਆਨ ਕਰਦਾ ਹੈ। ਬਟ ਜਿਹੜੀ ਮੁੱਖ ਦੀ ਗੱਲ ਅਖੀਰ ਦੇ ਵਿੱਚ ਜਿਹੜਾ ਅਖੀਰਲਾ ਨੁਕਤਾ ਕਿ ਜਿਹੜੇ ਮੁਹਾਜ਼ ਸ਼ਬਦ ਦੇ ਹਵਾਲੇ ਨਾਲ ਜਰਨੈਲ ਸਿੰਘ ਪੂਰੇ ਦੁਨੀਆ ਦੇ ਵਿੱਚ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਮੁਹਾਜ਼ਾਂ ਦੀ ਗੱਲ ਛੇੜਦਾ, ਉਹ ਉਹਨਾਂ ਨੂੰ ਭਾਰਤ ਪਾਕ ਤੇ ਲੈ ਜਾਂਦਾ, ਕਸ਼ਮੀਰ ਤੱਕ ਤੇ ਲੈ ਜਾਂਦਾ ਸੰਕੇਤ ਦੇ ਪੱਧਰ ਤੇ, ਉਹਨਾਂ ਨੂੰ ਸੀਰੀਆ, ਲਬਨਾਨ, ਫਲਸਤੀਨ ਤੱਕ ਲੈ ਜਾਂਦਾ, ਤੇ ਉਹਨਾਂ ਗੱਲਾਂ ਕਰਕੇ ਉਹਨਾਂ ਨੁਕਤਿਆਂ ਕਰਕੇ ਮੈਨੂੰ ਇਸ ਕਹਾਣੀ ਦੀ ਇਹ ਪ੍ਰਾਪਤੀ ਲੱਗਦੀ ਹੈ ਕਿ ਇਹ ਕਹਾਣੀ ਸਿਰਫ ਇੱਕ ਛੋਟੇ ਜਿਹੇ ਕਰਕੇ ਇੱਕ ਮੁਹਾਜ਼ ਤੇ ਕਰਕੇ ਬਟ ਉਹ ਇੱਕ ਬਹੁਤ ਵੱਡੇ ਇੱਕ ਜਿਹੜੀ ਮਨੁੱਖਤਾਵਾਦੀ ਸੁਰਾ ਉਹਦੀ ਗੱਲ ਕਰਦੀ ਹੈ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਗੌਰਵ, ਬਹੁਤ ਚੰਗੀਆਂ ਫਾਰਮੂਲੇਸ਼ਨ ਤੁਸੀਂ ਇਸ ਕਹਾਣੀ ਬਾਰੇ ਜਿਹੜੀਆਂ ਨਾ ਬਣਾਈਆਂ, ਔਰ ਇਹਨੂੰ ਤੁਸੀਂ ਪੂਰਾ ਮੁਕੰਮਲ ਪੇਪਰ ਰਿਕਾਰਡ ਕਰਕੇ ਦਿਓਗੇ ਤਾਂ ਅਸੀਂ ਇਹਨੂੰ YouTube ਤੇ ਪਾ ਦਾਂਗੇ। ਤੇ ਇਸ ਪ੍ਰੈਜੈਂਟੇਸ਼ਨ ਤੋਂ ਬਾਅਦ ਸਾਡਾ ਇਹ ਸੈਸ਼ਨ ਜਿਹੜੀ ਹੈ ਪ੍ਰੈਜੈਂਟੇਸ਼ਨਸ ਖਤਮ ਹੁੰਦੀਆਂ ਹੈ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਇਸ ਸੈਸ਼ਨ ਵਿੱਚ ਮੌਜੂਦ ਸਾਡੇ ਮਹਿਮਾਨ ਸਾਹਿਤਕਾਰ ਗੁਰਚਰਨ ਸੱਗੂ ਜੀ ਨੂੰ ਕਿ ਉਹ ਇਹਨਾਂ ਪੇਪਰਾਂ ਬਾਰੇ ਔਰ ਜੋ ਪ੍ਰਵਾਸ ਬਾਰੇ ਆਪਣੇ ਜੋ ਉਹਨਾਂ ਦੇ ਅਨੁਭਵ ਕਹਿ ਲਓ ਜਾਂ ਸੰਖੇਪ ਵਿੱਚ ਜੋ ਇੰਪ੍ਰੈਸ਼ਨ ਉਹਨਾਂ ਨੇ ਇਸ ਸੈਮੀਨਾਰ ਦਾ ਲਿਆ ਉਹ ਸਾਡੇ ਨਾਲ ਸਾਂਝੇ ਕਰਨ, ਤੇ ਉਸ ਤੋਂ ਬਾਅਦ ਬਲਜਿੰਦਰ ਸਿੰਘ ਨਸਰਾਲੀ ਜੀ ਜੋ ਹੈ ਉਹ ਇਹਦੀ ਪ੍ਰਧਾਨਗੀ ਭਾਸ਼ਣ ਦੇਣਗੇ। ਗੁਰਚਰਨ ਸੱਗੂ ਜੀ। ਹਾਂਜੀ, ਸਭ ਡਾਕਟਰ ਰਵਿੰਦਰ ਜੀ,
ਤੇ ਨਸਰਾਲੀ ਸਾਹਿਬ ਤੇ ਬਾਕੀ ਸਾਰੇ ਮਹਿਮਾਨਾਂ ਨੂੰ ਮੇਰੇ ਵੱਲੋਂ ਲੰਡਨ ਤੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਔਰ ਗੁੱਡ ਮਾਰਨਿੰਗ ਜਾਂ ਗੁੱਡ ਆਫਟਰਨੂਨ। ਤੇ ਮੈਂ ਬਹੁਤ ਹੀ ਤੁਹਾਡਾ ਰਿਣੀ ਹਾਂ, ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਔਰ ਮੈਂ ਸ਼ਾਮਲ ਹੋ ਕੇ ਆਪਣੇ ਆਪ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਨਾਵਲ ਦੇ ਸਬੰਧ ਦੇ ਵਿੱਚ ਮੈਂ ਜ਼ਿਆਦਾ ਨਹੀਂ ਬੋਲਦਾ ਹੋਇਆ, ਸਿਰਫ ਇੰਨਾ ਕਿ ਹੀ ਕਹਾਂਗਾ ਕਿ ਇਹ ਜਿਸ ਤਰ੍ਹਾਂ ਮੈਂ ਆਪਣੇ ਨਾਵਲ ਦੇ ਸ਼ੁਰੂ ਵਿੱਚ ਲਿਖਿਆ ਕਿ ਇਹ ਇੱਕ ਸੱਚੀ ਕਹਾਣੀ ਦੇ ਆਧਾਰਿਤ ਨਾਵਲ ਹੈਗਾ। ਹਾਂ, ਨਾਵਲ ਦੀ ਲੜੀ ਜੋੜਨ ਲਈ ਕੁਛ ਜਿਹੜਾ ਹੈਗਾ ਫਿਕਸ਼ਨ ਪਾਉਣੀ ਪਈ ਆ, ਲੇਕਿਨ ਔਨ ਦੀ ਹੋਲ ਜਿਹੜੀ ਕਹਾਣੀ ਹੈ ਬਿਲਕੁਲ ਸੱਚਾਈ ਦੇ ਆਧਾਰਿਤ ਹੈ। ਇਹਦੇ ਵਿੱਚ ਜੋ ਮੈਂ ਇੱਥੇ ਦਾ ਕਲਚਰ ਜਿਹੜਾ ਹੈਗਾ ਉਹ ਜਿਹੜੀ ਨੀਲਮ ਆ ਉਹਦਾ ਬਿਲਕੁਲ ਉਹੋ ਹੀ ਇਸ ਨਾਵਲ ਨੂੰ ਇਸੇ ਸੰਦਰਭ ਦੇ ਵਿੱਚ ਹੀ ਪੜ੍ਹਿਆ ਜਾਣਾ ਚਾਹੀਦਾ ਕਿ ਕਲਚਰ ਦਾ ਬਹੁਤ ਡਿਫਰੈਂਟ ਹੈਗਾ। ਪੰਜਾਬ ਜਿਹੜੇ ਅਸੀਂ 40 50 60 ਸਾਲ ਪਹਿਲਾਂ ਆਏ ਸੀ ਔਰ ਅੱਜ ਦੇ ਬੱਚਿਆਂ ਦੇ ਬੱਚੇ ਵੀ ਅੱਗੇ ਜਿਹੜੇ ਹੈਗੇ ਹੁਣ ਜਵਾਨ ਹੋ ਗਏ ਕਿ ਇਸ ਪੀੜ੍ਹੀ ਦੇ ਵਿੱਚ ਅਸੀਂ ਤੀਸਰੀ ਪੀੜ੍ਹੀ ਚੱਲ ਰਹੀ ਹੈ ਔਰ ਉਹਦੇ ਵਿੱਚ ਕਲਚਰ ਦਾ ਡਿਫਰੈਂਟ ਬਹੁਤ ਕਲੈਸ਼ ਹੁੰਦਾ। ਸਭ ਤੋਂ ਵੱਡੀ ਗੱਲ ਜਿਹੜੀ ਇਸ ਮੈਂ ਨਾਵਲ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਹੈਗਾ ਜਾਤ ਪਾਤ। ਅਸੀਂ ਜਾਤ ਪਾਤਾਂ ਦੇ ਵਿੱਚ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਜਿੱਥੇ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਸੀ। ਅਸੀਂ ਪਹਿਲੇ ਰੋਜ਼ੀ ਰੋਟੀ ਦੀ ਖਾਤਰ ਬਾਹਰ ਆਏ, ਲੇਕਿਨ ਉਹ ਮਿਹਨਤਾਂ ਕਰਕੇ ਅਸੀਂ ਕਾਮਯਾਬੀ ਹਾਸਲ ਕੀਤੀ, ਫਿਰ ਸਾਡੇ ਬੱਚੇ ਜਵਾਨ ਹੋਏ, ਫਿਰ ਪਰ ਸਭ ਤੋਂ ਵੱਡੀ ਗੱਲ ਜਾਤ ਪਾਤ ਦਾ ਜਿਹੜਾ ਹੈਗਾ ਉਹ ਅੱਜ ਵੀ ਜਿਹੜਾ ਹੈਗਾ ਇੰਗਲੈਂਡ ਵਰਗੇ ਮੁਲਕ ਜਾਂ ਪੱਛਮੀ ਮੁਲਕਾਂ ਦੇ ਵਿੱਚ, ਕੈਨੇਡਾ ਹੋਵੇ ਦੂਸਰੇ ਵਿੱਚ, ਅੱਜ ਵੀ ਪਹਿਲੇ ਨਾਲੋਂ ਵੀ ਜ਼ਿਆਦਾ ਵੱਧ ਰਿਹਾ। ਉਹ ਇਸ ਕਰਕੇ ਵੱਧ ਰਿਹਾ ਕਿ ਜਿਹੜੀ ਪੁਰਾਣੀ ਪੀੜ੍ਹੀ ਉਹ ਆਪਣਾ ਉਹ ਜੋ ਵੀ ਆਪਣੀ ਜਾਤ ਵਿਵਾਦ ਜੋ ਵੀ ਦੂਸਰਾ ਹੈ ਜਾਂ ਕਾਮਾ ਸ਼੍ਰੇਣੀ ਆ ਦੂਸਰੀ ਹੈ, ਉਹ ਗੈਪ ਅਜੇ ਤੱਕ ਵੀ ਖਤਮ ਨਹੀਂ ਹੋ ਰਿਹਾ। ਤੇ ਇਸ ਨਾਵਲ ਦੇ ਵਿੱਚ ਮੈਂ ਜੋੜਨ ਦੀ ਕੋਸ਼ਿਸ਼ ਕੀਤੀ ਆ, ਜਾਤ ਪਾਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ। ਬਾਕੀ ਜਿਹੜਾ ਹੈ ਮੈਂ ਬਹੁਤ ਹੀ ਤੁਹਾਡਾ ਧੰਨਵਾਦੀ ਹਾਂ। ਜਿਹੜਾ ਹੈ ਇਸ ਨਾਵਲ ਦੇ ਵਿੱਚ ਬੜਾ ਕੁਛ ਮੈਂ ਜਿਹੜਾ ਹੈਗਾ ਰਿਸਰਚ ਕਰਕੇ ਕਵਿਤਾਵਾਂ ਨੂੰ ਟੋਟ ਕੇ ਫਿਲਮੀ ਸਾਰਾ ਕੁਛ ਇੱਕ ਲੜੀ ਜੋੜਨ ਲਈ ਮੈਂ ਕੋਸ਼ਿਸ਼ ਕੀਤੀ ਆ ਔਰ ਇਹਦੇ ਵਿੱਚ ਮੈਂ ਕਿੰਨਾ ਕੁ ਕਾਮਯਾਬ ਹੋਇਆ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਔਰ ਮੈਨੂੰ ਅੰਤ ਦੇ ਵਿੱਚ ਇਹੋ ਹੀ ਮੈਂ ਕਹਿਣਾ ਚਾਹਾਂਗਾ ਕਿ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਜੁੜ ਕੇ ਔਰ ਮੈਂ ਸਾਰਿਆਂ ਦਾ ਤੁਹਾਡਾ ਹੈ ਬਹੁਤ ਬਹੁਤ ਧੰਨਵਾਦੀ ਹਾਂ। ਇਹਨਾਂ ਦੋ ਲਫ਼ਜ਼ਾਂ ਦੇ ਨਾਲ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ। ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ ਗੁਰਚਰਨ ਸੱਗੂ ਜੀ, ਤੁਸੀਂ ਹੌਸਲਾ ਅਫਜ਼ਾਈ ਕੀਤੀ ਔਰ ਸਾਡਾ ਮਾਣ ਰੱਖਿਆ ਕਿ ਤੁਸੀਂ ਸਾਡੇ ਸੈਮੀਨਾਰ 'ਚ ਜੁੜੇ ਹੋ। ਔਰ ਅਸੀਂ ਉਮੀਦ ਕਰਦੇ ਹਾਂ ਕਿ ਜੋ ਤੁਹਾਡੀ ਪੁਸਤਕ ਹੈ ਨਵੀਂ ਬੰਬਈ ਦੇ ਤੁਹਾਡੇ ਮਮਾਇਰਸ ਹੈ ਜਿਹੜੇ ਯਾਦਗਾਰੀ ਹੈ ਉਹ ਸਾਨੂੰ ਜਲਦੀ ਹੀ ਪ੍ਰਾਪਤ ਹੋਏਗੀ ਤੇ ਜ਼ਿਆਦਾ ਤੋਂ ਜ਼ਿਆਦਾ ਪਾਠਕਾਂ ਤੱਕ ਉਹ ਪਹੁੰਚੇਗੀ। ਹਾਂਜੀ, ਇੱਥੇ ਮੈਂ ਇਹ ਵੀ ਕਹਿ ਰਿਹਾ ਕਿ ਮੈਂ ਵੇਖਿਆ ਸ਼ਹਿਰ ਬੰਬਈ ਇਹ ਪਬਲਿਸ਼ ਹੋ ਗਈ ਆ। ਇਹ ਅਗਲੇ ਹਫਤੇ ਤਕਰੀਬਨ ਪੂਰਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਸਾਰੀ ਦੁਨੀਆ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਕਿ ਪਹੁੰਚੇ। ਇਹ ਇੱਕ ਐਸੀ ਕਹਾਣੀ ਦੇ ਆਧਾਰਿਤ ਹੈ, ਇੱਕ ਹੱਡਬੀਤੀ ਆ ਜਿਹੜੀ ਤੁਸੀਂ ਡਾਕਟਰ ਸਾਹਿਬ ਤੁਸੀਂ ਤੇ ਪੜ੍ਹੀ ਹੈ ਔਰ ਮੈਂ ਉਹਦੇ ਬਾਰੇ ਇੰਨਾ ਹੀ ਕਹਾਂਗਾ ਕਿ ਸਾਰੇ ਪਿਆਰੇ ਦੋਸਤਾਂ ਨੂੰ, ਸਾਹਿਤਕਾਰਾਂ ਨੂੰ, ਪਾਠਕਾਂ ਨੂੰ, ਜੋ ਵੀ ਵਿਦਿਆਰਥੀ ਇਸ ਕਹਾਣੀ ਨੂੰ ਮੈਂ ਵੇਖਿਆ ਸ਼ਹਿਰ ਬੰਬਈ ਜਰਾ ਜ਼ਰੂਰ ਆਪਣੀਆਂ ਨਜ਼ਰਾਂ ਦੇ ਵਿੱਚੋਂ ਕੱਢਿਓ। ਮੇਰੀ ਇਹ ਰਿਕੁਐਸਟ ਹੈ ਤੁਹਾਨੂੰ। ਇੱਕ ਦਰਦਨਾਕ ਕਹਾਣੀ, ਇੱਕ ਹੀਰੋ ਤੋਂ ਜ਼ੀਰੋ ਤੇ ਜ਼ੀਰੋ ਤੋਂ ਹੀਰੋ ਬਣਨ ਦਾ ਇੱਕ ਜੋ ਹੈ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਕਿੰਨਾ ਵੀ ਨੀਵਾਂ ਹੋ ਜਾਵੇ, ਕਿੰਨਾ ਵੀ ਲੋਸਟ ਹੋ ਜਾਵੇ, ਕਿੰਨਾ ਵੀ ਵਪਾਰ ਦੇ ਵਿੱਚ ਘਾਟੇ ਪੈ ਜਾਣ, ਪਰ ਇਨਸਾਨ ਨੂੰ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਆ ਉਹ ਆਪਣਾ ਵਿਲ ਪਾਵਰ ਜਿਹੜੀ ਹੈਗੀ ਉਹ ਨਹੀਂ ਖਤਮ ਕਰਨੀ ਚਾਹੀਦੀ। ਇਹੋ ਹੀ ਇਸ ਜਿਹੜੀ ਹੈ ਮੈਂ ਵੇਖਿਆ ਸ਼ਹਿਰ ਬੰਬਈ ਦੇ ਵਿੱਚ ਹੀ ਅੰਤ ਜਿਹੜਾ ਹੈਗਾ ਇਸ ਕਹਾਣੀ ਨੂੰ ਜਿਹੜਾ ਹੈ ਦੱਸਦਾ ਹੈ। ਤੇ ਪਲੀਜ਼ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰਦਾ, ਮੈਂ ਵੇਖਿਆ ਸ਼ਹਿਰ ਬੰਬਈ ਤੁਸੀਂ ਜ਼ਰੂਰ ਆਪਣੇ ਜਿਹੜੀ ਨਜ਼ਰਾਂ ਵਿੱਚੋਂ ਕੱਢਣਾ। ਇਹਦੇ ਵਿੱਚੋਂ ਬਹੁਤ ਕੁਛ ਨੌਲੇਜ ਸਿੱਖਣ ਨੂੰ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਥੈਂਕ ਯੂ। ਬਿਲਕੁਲ ਦਰੁਸਤ ਕਿਹਾ। ਅਸੀਂ ਇਹ ਵੀ ਸੋਚ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਪੁਸਤਕਾਂ ਨੂੰ ਇੱਥੇ ਅਸੀਂ ਆਪਣੇ ਪਾਠਕਾਂ ਨੂੰ ਔਰ ਜਿਹੜੇ ਅਕਾਦਮਿਕ ਸਰਕਲ 'ਚ ਹੈ ਉਹਨਾਂ ਨੂੰ ਦੇ ਕੇ ਤੇ ਉਹਨਾਂ ਉੱਪਰ ਜ਼ਰੂਰ ਗੋਸ਼ਟੀ ਵਗੈਰਾ ਜਿਹੜੀ ਹੈ ਨਾ ਅਸੀਂ ਉਹ
ਆਰਗੇਨਾਈਜ਼ ਕਰਾਂਗੇ, ਆਨਲਾਈਨ ਕਰਾਂਗੇ, ਜ਼ਿਆਦਾ ਵਧੀਆ ਰਹੇਗਾ। ਤੇ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਇੱਕ ਪਰਮ ਮਿੱਤਰ ਬਲਜਿੰਦਰ ਨਸਰਾਲੀ ਜੀ ਨੂੰ, ਜੋ ਕਿ ਬਹੁਤ ਸੁਹਿਰਦ ਲੇਖਕ ਨੇ, ਮਿੱਠ ਬੋਲੜੇ ਨੇ, ਤੇ ਇਸ ਸੈਮੀਨਾਰ 'ਚ ਜਿੱਥੇ ਸਾਹਿਤ ਦੇ ਸਿਰਜਣ ਦੀ ਵੀ ਗੱਲ ਹੈ, ਸਿਧਾਂਤ ਦੀ ਵੀ ਗੱਲ ਹੈ, ਇੱਕ ਪ੍ਰੋਫੈਸਰ ਦੇ ਤੌਰ 'ਤੇ ਵੀ ਇਹਨਾਂ ਦਾ ਸਿਧਾਂਤ ਵਾਲੇ ਪੱਖ ਨੂੰ ਵੀ ਦੇਖਣਾ ਇਹਨਾਂ ਦੇ ਹੁਨਰ ਦੇ ਵਿੱਚ ਹੈ, ਤੇ ਲਿਖਾਰੀ ਹੋਣ ਦੇ ਨਾਲ ਉਹ ਜੋ ਸੰਵੇਦਨਸ਼ੀਲਤਾ ਹੈ ਔਰ ਸਿਰਜਣਾਤਮਕਤਾ ਹੈ, ਉਹ ਵੀ ਪੱਖ ਇਹ ਬਹੁਤ ਗਹਿਰਾਈ ਨਾਲ ਦੇਖਦੇ ਆ। ਇਹਨਾਂ ਪੇਪਰਾਂ ਬਾਰੇ ਇਹਨਾਂ ਦੇ ਜੋ ਇਹਨਾਂ ਦੇ ਮਨ ਦੇ ਵਿੱਚ ਐਕਸਪ੍ਰੈਸ਼ਨਸ ਹੋਣਗੇ, ਅਸੀਂ ਉਹ ਇਹਨਾਂ ਤੋਂ ਹੁਣ ਸੁਣਾਂਗੇ। ਬਲਜਿੰਦਰ ਨਸਰਾਲੀ ਜੀ। ਹਾਂਜੀ, ਸ਼ੁਕਰੀਆ ਰਵਿੰਦਰ ਜੀ। ਬਹੁਤ ਹੀ ਸਤਿਕਾਰਯੋਗ ਚਾਂਸਲਰ ਪ੍ਰੋਫੈਸਰ ਜਗਬੀਰ ਸਿੰਘ ਜੀ, ਪ੍ਰੋਫੈਸਰ ਰਵਿੰਦਰ ਸਿੰਘ ਜੀ, ਡਾਕਟਰ ਹਰਮੀਤ ਕੌਰ ਜੀ, ਡਾਕਟਰ ਕਮਲਜੀਤ ਸਿੰਘ ਜੀ, ਡਾਕਟਰ ਆਤਮ ਰੰਧਾਵਾ ਜੀ, ਡਾਕਟਰ ਰਵਿੰਦਰ ਜੀ, ਡਾਕਟਰ ਇਕਬਾਲ ਜੀ, ਡਾਕਟਰ ਰਤਨ ਜੀ, ਲਖਵੰਤ ਸਿੰਘ, ਡਾਕਟਰ ਗੁਰਜੀਤ ਜੀ, ਤੇ ਹੋਰ ਮੇਰੇ ਸਾਥੀ ਗੁਰਚਰਨ ਸੱਗੂ ਜੀ, ਜਿਹੜੇ ਮੇਰੇ ਨਾਲ ਮੰਚ ਤੇ ਸ਼ਾਮਲ ਨੇ। ਸਭ ਤੋਂ ਪਹਿਲਾਂ ਰਵਿੰਦਰ ਜੀ, ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਸੈਮੀਨਾਰ, ਬਹੁਤ ਕੀਮਤੀ ਸੈਮੀਨਾਰ ਦੇ ਵਿੱਚ ਸ਼ਾਮਲ ਹੋਣ ਦਾ ਬੜਾ ਭਾਗ ਬਖਸ਼ਿਆ। ਤੇ ਹੁਣ ਮੈਂ ਗੱਲ ਕਰਾਂ ਤਾਂ 5 ਜਣਿਆਂ ਨੇ ਪੇਪਰ ਪੜ੍ਹੇ ਨੇ, ਜਿਨ੍ਹਾਂ ਵਿੱਚੋਂ 4 ਤਾਂ ਸਾਡੇ ਦਿੱਲੀ ਯੂਨੀਵਰਸਿਟੀ ਦੇ ਅਧਿਆਪਕ ਨੇ। ਤਾਂ ਮੈਨੂੰ ਇਹ ਗੱਲ ਸਾਂਝੇ ਤੌਰ ਤੇ ਚੰਗੀ ਲੱਗੀ ਸਾਰਿਆਂ ਦੇ ਵਿੱਚ, ਚਾਹੇ ਡਾਕਟਰ ਇਕਬਾਲ ਕੌਰ ਸੀ, ਚਾਹੇ ਡਾਕਟਰ ਹਰਵੰਤ ਸਿੰਘ ਜੀ, ਚਾਹੇ ਡਾਕਟਰ ਕਮਲਜੀਤ, ਚਾਹੇ ਡਾਕਟਰ ਲਖਵੰਤ ਸਿੰਘ, ਇਹਨਾਂ ਨੇ ਆਪਣੇ ਪੇਪਰ ਬਹੁਤ ਹੀ ਸਪਸ਼ਟਤਾ ਨਾਲ ਪੜ੍ਹੇ। ਤੇ ਮੇਰੇ ਦਿਮਾਗ 'ਚ ਜਿਹੜੀ ਗੱਲ ਆ ਰਹੀ ਸੀ ਕਿ ਇਹ ਪੜ੍ਹਾਉਂਦੇ ਵੀ ਇਸ ਤਰ੍ਹਾਂ ਹੀ ਹੋਣਗੇ, ਬਹੁਤ ਹੀ ਸਪਸ਼ਟਤਾ ਨਾਲ, ਸਾਫ਼ ਆਵਾਜ਼ ਦੇ ਨਾਲ, ਗੜਕੇ ਵਾਲੀ ਆਵਾਜ਼ ਦੇ ਨਾਲ, ਕਿਉਂਕਿ ਅਧਿਆਪਕ ਦੀ ਆਵਾਜ਼ ਆ ਜਿਹੜੀ ਬਹੁਤ ਗੜਕੇ ਵਾਲੀ ਹੋਣੀ ਚਾਹੀਦੀ ਆ। ਮੇਰੀ ਇਹ ਧਾਰਨਾ ਹੈ ਕਿ ਸਟੇਜ ਤੋਂ ਖੜੇ ਤੁਸੀਂ ਅੰਤਲੇ ਵਿਦਿਆਰਥੀ ਤੱਕ ਪੂਰੀ ਤਰ੍ਹਾਂ ਸੁਣਾਈ ਦਿੰਦੇ ਹੋਵੋ। ਤਾਂ ਡਾਕਟਰ ਇਕਬਾਲ ਹੋਰਾਂ ਨੇ ਆਪਣੇ ਪੇਪਰ ਦੇ ਵਿੱਚ ਜਿਹੜਾ ਪਾਕਿਸਤਾਨੀ ਪੰਜਾਬ ਹੈ, ਨਦੀਮ ਪਰਮਾਰ ਜੀ ਦੇ ਨਾਵਲ ਦੇ ਵਿੱਚ ਜੋ ਪੇਸ਼ ਹੋਇਆ, 47 ਦਾ ਸਮਾਂ ਜਿਹੜਾ ਹੈ ਉਹਨੂੰ ਉਹਨਾਂ ਨੇ ਨਾਵਲ 'ਚ ਪਕੜਿਆ ਹੈ। ਤੇ ਇਹਨਾਂ ਨੇ ਆਪਣੇ ਪੇਪਰ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਖਾਸ ਨੁਕਤੇ ਨੇ ਨਾਵਲ ਦੇ ਵਿੱਚ ਪੇਸ਼ ਹੋਏ। ਜਿਵੇਂ 47 ਵੇਲੇ, ਜਿਹੜੀ ਗੱਲ ਮੈਨੂੰ ਪਹਿਲਾਂ ਨਹੀਂ ਕਦੇ ਸੁਣਨ ਨੂੰ ਮਿਲੀ, ਵੀ 47 ਵੇਲੇ ਜਦੋਂ ਪਾਕਿਸਤਾਨ ਬਣ ਗਿਆ ਤਾਂ ਪਾਕਿਸਤਾਨੀਆਂ ਨੇ ਆਪਣੇ ਬੱਚੇ ਜਿਹੜੇ ਇੰਗਲੈਂਡ ਦੇ ਵਿੱਚ ਪੜ੍ਹਨ ਗਏ ਹੋਏ ਸੀ, ਉਹ ਫਟਾਫਟ ਵਾਪਸ ਬੁਲਾਏ, ਕਿਉਂਕਿ ਉਦੋਂ ਪਾਕਿਸਤਾਨੀ ਸਦਰ ਨੇ ਇੱਕ ਅਪੀਲ ਜਾਰੀ ਕੀਤੀ ਸੀ, ਭਾਰਤ ਦੇ ਵਿੱਚ ਵੀ ਅਪੀਲ ਆਈ ਸੀ ਕਿ ਜਿੰਨੇ ਵੀ ਵਿਦਿਆਰਥੀ BA ਪੜ੍ਹੇ ਹੋਏ ਨੇ ਉਹ ਸਾਰੇ ਪਾਕਿਸਤਾਨ 'ਚ ਆ ਜਾਓ। ਮੁਸਲਿਮ ਵਿਦਿਆਰਥੀ ਜਿਹੜੇ BA ਪਾਸ ਨੇ, ਮੈਂ ਉਹਨਾਂ ਨੂੰ ਡਿਪਟੀ ਕਮਿਸ਼ਨਰ ਲਗਾਵਾਂਗਾ। ਤੇ ਇਸ ਤਰ੍ਹਾਂ ਬਹੁਤ ਸਾਰੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹ ਉੱਥੇ ਪਹੁੰਚ ਗਏ। ਤਾਂ ਉਹਦੇ ਨਾਲ ਭਾਰਤ ਦੇ ਵਿੱਚ ਇੱਕ ਟ੍ਰੈਜਡੀ ਵਾਪਰੀ ਸੀ। ਉਹਦਾ ਟ੍ਰੈਜਡੀ ਦਾ ਵਰਣਨ ਜਿਹੜਾ ਰਾਹੀ ਮਸੂਮ ਰਜ਼ਾ ਦੇ ਨਾਵਲ ਆਧਾ ਗਾਉਂ ਦੇ ਵਿੱਚ ਪੇਸ਼ ਹੋਇਆ। ਆਧਾ ਗਾਉਂ ਦੇ ਵਿੱਚ ਇਹ ਹੁੰਦਾ ਵੀ ਸਾਰੇ ਮੁੰਡੇ ਮੁਸਲਿਮ ਨੇ ਜਿਹੜੇ ਖਾਸ ਕਰਕੇ ਅਲੀਗੜ੍ਹ ਯੂਨੀਵਰਸਿਟੀ ਤੋਂ ਪੜ੍ਹੇ ਹੋਏ, ਉਹ ਪਾਕਿਸਤਾਨ ਚਲੇ ਜਾਂਦੇ ਨੇ ਤੇ ਕੁੜੀਆਂ ਇੱਧਰ ਰਹਿ ਜਾਂਦੀਆਂ ਨੇ, ਤੇ ਕੁੜੀਆਂ ਨੂੰ ਵਿਆਹ ਵਾਸਤੇ ਮੁੰਡੇ ਨਹੀਂ ਲੱਭਦੇ ਹੈਗੇ। ਮੁਸਲਮਾਨਾਂ ਦੇ ਵਿੱਚ, ਭਾਰਤੀ ਮੁਸਲਮਾਨਾਂ ਦੇ ਵਿੱਚ ਇੱਕ ਸੰਕਟ ਆਇਆ ਸੀ। ਤਾਂ ਇਸ ਨਾਵਲ ਦੇ ਵਿੱਚ ਵੀ ਡਾਕਟਰ ਇਕਬਾਲ ਕੌਰ ਹੋਰਾਂ ਨੇ ਅਲੱਗ-ਅਲੱਗ ਪੱਖ ਨੇ ਜਿਹੜੇ ਪੜ੍ਹੇ ਨੇ। ਇਹ ਵੀ ਪੜ੍ਹਿਆ ਕਿ ਦਲਿਤ ਔਰਤਾਂ ਦੇ ਨਾਲ ਜੋ ਭਾਰਤੀ ਪੰਜਾਬ ਦੇ ਵਿੱਚ ਹੋ ਰਿਹਾ, ਉਹ ਕੁਛ ਪਾਕਿਸਤਾਨ ਦੇ ਵਿੱਚ ਵੀ ਹੋ ਰਿਹਾ। ਮੈਨੂੰ ਲੱਗਦਾ ਸੀ ਕਿ ਮੁਸਲਿਮ ਕਲਚਰ ਦੇ ਵਿੱਚ ਜਾਤ ਪਾਤ ਬਹੁਤੀ ਨਹੀਂ ਹੁੰਦੀ ਹੈਗੀ, ਪਰ ਉੱਥੇ ਵੀ ਕਲਾਸ ਜਿਹੜਾ ਫਰਕ ਹੈ, ਕਲਾਸਾਂ ਦਾ ਜਿਹੜਾ, ਜਮਾਤਾਂ ਦੀ ਵੰਡ ਹੈ ਜਿਹੜੀ, ਉਵੇਂ ਹੀ ਹੈ। ਤੇ ਉਸ ਤਰ੍ਹਾਂ ਹੀ ਉਹ ਔਰਤਾਂ ਸ਼ਿਕਾਰ ਹੁੰਦੀਆਂ ਨੇ ਖਾਂਦੀ ਪੀਂਦੀ ਕਲਾਸ ਦੀਆਂ। ਤਾਂ ਬਹੁਤ ਵਧੀਆ ਪੇਪਰ ਡਾਕਟਰ ਇਕਬਾਲ ਕੌਰ ਹੋਰਾਂ ਨੇ ਪੜ੍ਹਿਆ। ਉਸ ਤੋਂ ਬਾਅਦ ਡਾਕਟਰ ਹਰਬੰਸ ਹੋਰਾਂ ਨੇ ਰਾਣੀ ਨਗੇਂਦਰ ਦੇ ਕਹਾਣੀ ਸੰਗ੍ਰਹਿ ਬਾਰੇ, ਗ੍ਰੀਨ ਕਾਰਡ ਬਾਰੇ, ਨਿਊਯਾਰਕ ਦੇ ਜ਼ਿੰਦਗੀ ਦੇ ਹਵਾਲੇ ਨਾਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ। ਬਹੁਤ ਸਪਸ਼ਟਤਾ ਨਾਲ ਇਹਨਾਂ ਨੇ ਪੰਜਾਬੀ ਸਾਹਿਤ ਦੀਆਂ ਕਹਾਣੀਆਂ ਨਾਲ ਜੋੜ ਕੇ ਕਿਸਾਨੀ ਸੰਕਟ ਦੇ ਰਾਹੀਂ ਉਸ ਨਾਵਲ ਦੀ ਵਿਆਖਿਆ ਕੀਤੀ ਹੈ। ਤੀਸਰਾ ਪੇਪਰ ਡਾਕਟਰ ਕਮਲਜੀਤ ਸਿੰਘ ਹੋਰਾਂ ਦਾ, ਇਹਨਾਂ ਨੇ ਦਰਸ਼ਨ ਧੀਰ ਦੇ ਨਾਵਲਾਂ ਬਾਰੇ, ਇਹਨਾਂ ਨੇ ਵੀ ਇਹ ਜਾਤ ਪਾਤ ਦਾ ਜ਼ਿਕਰ ਕੀਤਾ ਕਿ ਇੰਗਲੈਂਡ ਦੇ ਵਿੱਚ ਵੀ ਜਿਹੜੇ ਪੰਜਾਬੀ ਰਹਿੰਦੇ ਨੇ, ਖਾਸ ਕਰਕੇ ਜਿਹੜੇ ਥੋੜੇ ਪਹਿਲਾਂ ਦੇ ਗਏ ਹੋਏ ਨੇ, ਉਹਨਾਂ ਦੇ ਵਿੱਚ ਜਾਤ ਪਾਤ ਦਾ ਉਸ ਤਰ੍ਹਾਂ ਹੀ ਹੈ ਪ੍ਰਚਲਨ ਜਿਵੇਂ ਪੰਜਾਬ ਦੇ ਵਿੱਚ ਸੀ। ਤਾਂ ਮੈਂ ਜਦੋਂ ਹਰਜੀਤ ਅਡਵਾਲ ਦੇ ਨਾਵਲ ਪੜ੍ਹ ਰਿਹਾ ਸੀ, ਮੈਂ ਉਹਦੇ ਵਿੱਚ ਵੀ ਉਹ ਦੇਖਿਆ ਤਾਂ ਇੱਕ ਉਹਦੇ ਵਿੱਚ ਡਾਇਲਾਗ ਆਉਂਦਾ, ਇੱਕ ਜੱਟ ਪਾਤਰ ਹੈ ਜਿਹੜਾ, ਜਿਹਦੀ ਕੁੜੀ ਇੱਕ ਹਰੀਜਨ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਤੇ ਉਹ ਐਲਾਨ ਕਰ ਦਿੰਦੀ ਹੈ ਕਿ ਮੈਂ ਵਿਆਹ ਕਰਾਉਂਗੀ। ਤਾਂ ਉਹ ਚੋਰੀ ਉਹ ਮੁੰਡੇ ਨੂੰ ਦੇਖਣ ਜਾਂਦਾ ਤੇ ਦੇਖ ਕੇ ਕਹਿੰਦਾ ਸੋਹਣਾ ਤਾਂ ਬਥੇਰਾ,
ਜੇ ਕਿਤੇ ਕੰਜਰ ਜੱਟਾਂ ਦਾ ਮੁੰਡਾ ਹੁੰਦਾ ਤਾਂ ਮੈਂ ਆਰਾਮ ਨਾਲ ਵਿਆਹ ਦਿੰਦਾ ਇਹਨੂੰ। ਤਾਂ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਸਾਨੂੰ ਚੰਗੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ, ਅਸੀਂ ਸਿੱਖਦੇ ਨਹੀਂ ਹੈਗੇ। ਹੁਣ ਜਦੋਂ ਪੰਜਾਬ ਦੇ ਵਿੱਚ ਕਦੇ ਕਦੇ ਖਬਰ ਪੜ੍ਹਨ ਨੂੰ ਮਿਲਦੀ ਆ, 2-3 ਮਹੀਨੇ ਬਾਅਦ ਇੱਕ ਖਬਰ ਇਸ ਤਰ੍ਹਾਂ ਦੀ ਆਉਂਦੀ ਹੈ ਕਿ ਕਿਸੇ ਪਿੰਡ ਦੇ ਲੋਕਾਂ ਨੇ ਜਿਹੜੇ 3 ਗੁਰਦੁਆਰੇ ਸੀ ਜਾਂ 4 ਗੁਰਦੁਆਰੇ ਸੀ, ਉਹਨਾਂ ਦੀ ਥਾਂ ਹੁਣ ਇੱਕ ਗੁਰਦੁਆਰਾ ਬਣਾ ਲਿਆ। ਸਾਰੇ ਲੋਕ ਇੱਕ ਗੁਰਦੁਆਰੇ ਦੇ ਵਿੱਚ, ਸਾਰੀਆਂ ਜਾਤਾਂ ਭਾਈਚਾਰੇ ਦੇ ਲੋਕ ਇੱਕ ਗੁਰਦੁਆਰੇ ਵਿੱਚ ਜਾਣਗੇ। ਤਾਂ ਮੈਨੂੰ ਚੰਗਾ ਲੱਗਦਾ, ਕਿਉਂਕਿ ਗੁਰਬਾਣੀ ਨੇ ਹੀ ਸਭ ਤੋਂ ਪਹਿਲਾਂ ਆਵਾਜ਼ ਉਠਾਈ ਸੀ, ਜਾਤ ਕਾ ਗਰਭ ਨਾ ਕਰ ਮੂਰਖ ਹੰਕਾਰਾ, ਇਸ ਗਰਭ ਸੇ ਚਲਤ ਬਹੁਤ ਵਿਕਾਰਾ। ਜਦੋਂ ਤੁਸੀਂ ਜਾਤ ਦਾ ਹੰਕਾਰ ਕਰਦੇ ਹੋ ਤਾਂ ਬਹੁਤ ਤੁਹਾਡੇ 'ਚ ਵਿਕਾਰ ਪੈਦਾ ਹੋ ਜਾਂਦੇ ਨੇ। ਤਾਂ ਉਹਨਾਂ ਦਰਸ਼ਨ ਬੁਲੰਦਵੀ ਜੀ ਵੀ ਦੁਬਾਰਾ ਆ ਗਏ ਨੇ, ਮੈਂ ਪਹਿਲਾਂ ਉਹਨਾਂ ਨੂੰ ਨਹੀਂ ਦਿਖਾਈ ਦਿੱਤੇ ਮੈਨੂੰ। ਬੁਲੰਦਵੀ ਜੀ ਦਾ ਵੀ ਮੈਂ ਧੰਨਵਾਦ ਕਰਦਾ ਕਿ ਸਾਡੇ ਨਾਲ ਸ਼ਾਮਲ ਨੇ। ਤਾਂ ਜਾਤ ਪਾਤ ਹੈ ਜਿਹੜੀ, ਉਹ ਪ੍ਰਵਾਸੀ ਨਾਵਲਾਂ, ਪ੍ਰਵਾਸੀ ਕਹਾਣੀਆਂ ਦੇ ਵਿੱਚ ਵੀ ਇੱਕ ਮੁੱਦਾ ਬਣੀ ਰਹਿੰਦੀ ਹੈ, ਜਿਹੜੀ ਕਿ ਨਹੀਂ ਬਣਨੀ ਚਾਹੀਦੀ ਸੀ, ਨਹੀਂ ਹੋਣੀ ਚਾਹੀਦੀ ਸੀ। ਪਰ ਸਾਡੇ ਕਹਾਣੀਕਾਰਾਂ ਨੇ, ਸਾਡੇ ਨਾਵਲਕਾਰਾਂ ਨੇ ਉਹਨਾਂ ਗੱਲਾਂ ਨੂੰ ਪਕੜਿਆ ਹੈ। ਤਾਂ ਚੌਥਾ ਪੇਪਰ ਡਾਕਟਰ ਲਖਵੰਤ ਸਿੰਘ ਜੀ ਦਾ ਸੱਚੇ ਮਾਰਗ ਚੱਲਦੇ ਆ। ਗੁਰਚਰਨ ਸੱਗੂ ਜੀ ਦਾ ਮੈਂ ਇਹ ਨਾਵਲ ਤਾਂ ਨਹੀਂ ਪੜ੍ਹਿਆ, ਪਰ ਮੁੰਬਈ ਬਾਰੇ ਜਿਹੜੀ ਕਿਤਾਬ ਬਾਰੇ ਕਹਿ ਰਹੇ ਸੀ ਕਿ ਹੁਣ ਛਪ ਗਈ ਹੈ, ਉਹ ਮੈਂ ਪੜ੍ਹਿਆ ਸੀ। ਉਹਨਾਂ ਦਾ ਕਾਫੀ ਲੰਬਾ ਬਿਰਤਾਂਤ ਹੈ। ਤਾਂ ਉਹ ਤਾਂ ਹਰ ਇੱਕ ਵਿਦਿਆਰਥੀ ਨੂੰ, ਹਰ ਇੱਕ ਪਾਠਕ ਨੂੰ ਪੜ੍ਹਨਾ ਹੀ ਚਾਹੀਦਾ, ਕਿਉਂਕਿ ਸਾਨੂੰ ਮੁੰਬਈ ਦੀ ਜ਼ਿੰਦਗੀ ਦੀਆਂ ਅੰਦਰਲੀਆਂ ਗੱਲਾਂ ਦਾ ਨਹੀਂ ਪਤਾ ਲੱਗਦਾ। ਉਹਦੇ ਵਿੱਚ ਕਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਸੱਗੂ ਜੀ ਦੇ ਘਰੇ ਵੱਡੇ ਵੱਡੇ ਐਕਟਰ ਤੇ ਐਕਟਰੈਸਾਂ ਨੇ ਜਿਹੜੀਆਂ ਜਾ ਕੇ ਰਹਿੰਦੀਆਂ ਨੇ, ਤੇ ਕਿਵੇਂ ਫਿਰ ਉਹ ਉਹਨਾਂ ਨੂੰ ਮਿਲਣ ਮੁੰਬਈ ਆਉਂਦਾ ਹੈ, ਤੇ ਮੁੰਬਈ ਦੇ ਵਿੱਚ ਆ ਕੇ ਉਹ ਆਪ ਫਿਲਮ ਬਣਾਉਣ ਦਾ ਨਿਸ਼ਚਾ ਕਰਦਾ ਹੈ, ਕਿ ਕਿਉਂਕਿ ਉਹ ਉਹਨੂੰ ਉਸ ਤਰ੍ਹਾਂ ਵੈਲਕਮ ਨਹੀਂ ਕਰਦੇ ਜਿਵੇਂ ਸੱਗੂ ਜੀ ਕਰਦੇ ਰਹੇ ਨੇ। ਤਾਂ ਮੁੰਬਈ ਦੇ ਲੋਕ ਜਿਹੜੇ ਫਿਲਮੀ ਲੋਕ ਨੇ, ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਜਦੋਂ ਮੈਂ ਪੜ੍ਹਿਆ ਸੀ ਤਾਂ ਮੈਨੂੰ ਕਈ ਐਕਟਰਾਂ ਨਾਲ ਤਾਂ ਨਫ਼ਰਤ ਹੀ ਹੋ ਗਈ ਪੜ੍ਹ ਕੇ। ਮੈਂ ਉਹਨਾਂ ਦੀ ਫਿਲਮ ਵੀ ਨਹੀਂ ਦੇਖ ਸਕਿਆ ਕਦੇ। ਮਤਲਬ ਮੈਂ ਜੇ ਦੇਖਿਆ ਸੀ ਇਹ ਬੰਦਾ ਫਿਲਮ ਦੇ ਵਿੱਚ ਹੈ ਜਿਹਨੇ ਸੱਗੂ ਜੀ ਨਾਲ ਇਸ ਤਰ੍ਹਾਂ ਕੀਤਾ ਸੀ, ਤਾਂ ਮੈਂ ਉਹ ਫਿਲਮ ਦੇਖਣੀ ਛੱਡਤੀ। ਖਾਸ ਕਰਕੇ ਸੱਗੂ ਸਾਹਿਬ ਉਹ ਬੰਦਾ ਜਿਹੜਾ ਤੁਹਾਡੇ ਤੋਂ ਆਪਣੀ ਕਾਰ ਦੇ ਟਾਇਰ ਮੰਗਵਾਉਂਦਾ ਹੁੰਦਾ, ਤੇ ਜਿਹੜਾ ਤੈਨੂੰ ਹੋਰ ਕੋਈ ਗੱਲ ਨਹੀਂ ਪੁੱਛਦਾ, ਜਿਹੜਾ ਆਉਂਦੀ ਸਾਰ ਪੁੱਛਦਾ ਕਿ ਟਾਇਰ ਲਿਆਂਦੇ ਮੇਰੇ। ਉਸ ਐਕਟਰ ਦੀ ਫਿਲਮ ਮੈਂ ਨਹੀਂ ਦੇਖ ਸਕਿਆ ਮੁੜ ਕੇ। ਤਾਂ ਸੋ ਇਸ ਨਾਵਲ ਨੂੰ ਵੀ ਜਲਦੀ ਪੜ੍ਹਾਂਗੇ। ਗੌਰਵ ਝੰਮਟ ਸਾਡਾ ਵਿਦਿਆਰਥੀ ਹੈ, ਰਵਿੰਦਰ ਹੋਰਾਂ ਦੇ ਕੋਲ PhD ਕਰ ਰਿਹਾ। ਤਾਂ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਰਨੈਲ ਸਿੰਘ ਦੀ ਕਹਾਣੀ ਦਾ ਨਿਕਟ ਅਧਿਐਨ ਹੈ ਜਿਹੜਾ ਉਹ ਪੇਸ਼ ਕੀਤਾ ਹੈਗਾ। ਬਹੁਤ ਵਧੀਆ ਤਰੀਕੇ ਨਾਲ ਉਹਦੀ ਪੇਸ਼ਕਾਰੀ ਕੀਤੀ ਆ। ਤੇ ਇੱਕ ਗੱਲ ਵਾਰ-ਵਾਰ ਹੁੰਦੀ ਰਹੀ ਕਿ ਸੱਚੀ ਘਟਨਾ ਦੀ ਇਹਦੇ ਵਿੱਚ ਪੇਸ਼ਕਾਰੀ ਹੁੰਦੀ ਹੈ। ਤਾਂ ਸੱਚੀ ਮੈਨੂੰ ਲੱਗਦਾ ਹੁੰਦਾ ਵੀ ਨਾਵਲ ਤੇ ਕਹਾਣੀਆਂ ਜਿਹੜੀਆਂ ਯਥਾਰਥਵਾਦੀ ਕਹਾਣੀਆਂ ਨੇ ਜਾਂ ਯਥਾਰਥਵਾਦੀ ਨਾਵਲ ਨੇ ਜਿਹੜੇ, ਉਹਨਾਂ ਦੇ ਵਿੱਚ ਸੱਚ ਹੀ ਪੇਸ਼ ਹੁੰਦਾ ਹੈ। ਬਸ ਨਾਮ ਬਦਲੇ ਜਾਂਦੇ ਨੇ, ਥਾਵਾਂ ਦੇ ਨਾਮ ਬਦਲੇ ਜਾਂਦੇ ਨੇ, ਘਟਨਾਵਾਂ ਦੀ ਤਰਤੀਬ ਬਦਲੀ ਜਾਂਦੀ ਹੈ, ਪਰਿਵਾਰ ਤੋੜ ਭੰਨ ਕੇ ਇੱਕ ਨਵੇਂ ਪਰਿਵਾਰ ਬਣਾਏ ਜਾਂਦੇ ਨੇ। ਤਾਂ ਲੋਕ ਉਹ ਜ਼ਿੰਦਗੀ ਦੇ ਵਿੱਚੋਂ ਹੀ ਹੁੰਦੇ ਨੇ ਜਿਹੜੇ ਅਸੀਂ ਨਾਵਲਾਂ ਕਹਾਣੀਆਂ 'ਚ ਪੜ੍ਹਦੇ ਹਾਂ। ਸੋ ਸਾਰੇ ਯਥਾਰਥਵਾਦੀ ਨਾਵਲ ਕਹਾਣੀਆਂ ਤਕਰੀਬਨ ਸੱਚੇ ਹੀ ਹੁੰਦੇ ਨੇ। ਉਹਨਾਂ ਦੇ ਵਿੱਚ ਕੋਈ ਕਾਲਪਨਿਕ ਗੱਲ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿ ਜਿਹੜੀ ਜ਼ਿੰਦਗੀ 'ਚ ਨਾ ਵਾਪਰ ਸਕਦੀ ਹੋਵੇ, ਕਿਉਂਕਿ ਜਿਹੜੀ ਗੱਲ ਜ਼ਿੰਦਗੀ 'ਚ ਨਹੀਂ ਵਾਪਰ ਸਕਦੀ ਉਹ ਯਥਾਰਥਵਾਦੀ ਸਾਹਿਤ ਦਾ ਹਿੱਸਾ ਨਹੀਂ ਬਣਦੀ ਹੈਗੀ। ਤਾਂ ਹੁਣ ਮੈਂ ਜੇ ਆਵਾਂ ਪ੍ਰਵਾਸ ਦਾ ਜਿਹੜਾ ਸਿਧਾਂਤਕ ਜਿਹੜਾ ਪੱਖ ਹੈਗਾ, ਪਿਛਲੇ ਦਿਨੀ ਹੀ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਕਾਸਮੋਪੋਲਿਟਨਿਜ਼ਮ, ਕਵਾਮੇ ਐਂਥੋਨੀ ਅਪੀਆ ਦੀ ਕਿਤਾਬ ਹੈ। ਤਾਂ ਉਹ ਗੱਲ ਕਰਦਾ, ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਬੜੀ ਪਿਆਰੀ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਹ ਬੜੀ ਡਿਬੇਟ ਚੱਲਦੀ ਰਹਿੰਦੀ ਹੈ ਕਿ ਪ੍ਰਵਾਸ ਹੋ ਰਿਹਾ ਪੰਜਾਬ 'ਚ, ਬਹੁਤ ਲੋਕ ਕੈਨੇਡਾ ਅਮਰੀਕਾ ਜਾ ਰਹੇ ਨੇ, ਠੀਕ ਹੈ ਕਿ ਗਲਤ ਹੈ। ਤਾਂ ਮੈਂ ਇੱਕ ਗੱਲ ਤਾਂ ਕਹਿਣਾ ਹੁੰਦਾ ਕਿ ਸਾਡੀ ਆਬਾਦੀ ਇੰਨੀ ਸੰਘਣੀ ਹੈ, ਸਾਡੇ ਲੋਕਾਂ ਦਾ ਜਾਣਾ ਕੋਈ ਮਾੜੀ ਗੱਲ ਨਹੀਂ ਹੈ। ਸਾਡੀ ਆਬਾਦੀ ਜਾਏਗੀ, ਕੁਛ ਇੱਥੇ ਮੁਕਲਾਪਣ ਪੈਦਾ ਹੋਏਗਾ, ਕੁਛ ਉੱਥੇ ਉਹ ਮੌਕੇ ਹਾਸਲ ਕਰਨਗੇ। ਉਹਦੇ ਨਾਲ ਪੰਜਾਬ ਕਲਚਰਲੀ ਅਮੀਰ ਹੋਏਗਾ, ਪੰਜਾਬ ਪੈਸੇ ਪੱਖੋਂ ਵੀ ਉਹ ਸਹਾਇਤਾ ਕਰਦੇ ਨੇ, ਤੇ ਹਰ ਤਰੀਕੇ ਨਾਲ ਪੰਜਾਬ ਨੂੰ ਪੰਜਾਬ ਤੋਂ ਹੋ ਰਹੇ ਪ੍ਰਵਾਸ ਦਾ ਫਾਇਦਾ ਹੋਏਗਾ। ਭਾਵੇਂ ਅਜੇ ਸਾਡੀਆਂ ਸਿੱਖਿਆ ਸੰਸਥਾਵਾਂ ਨੂੰ, ਦਿੱਲੀ ਦੇ ਵਿੱਚ ਤਾਂ ਨਹੀਂ ਸਾਨੂੰ ਇਹ ਸਮੱਸਿਆ ਆਉਂਦੀ, ਪਰ ਪੰਜਾਬ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਉਸ ਤਰੀਕੇ ਨਾਲ ਨਹੀਂ ਆ ਰਹੇ ਜਿਵੇਂ ਪਹਿਲਾਂ ਆਉਂਦੇ ਸੀ। ਘਟ ਗਏ ਨੇ ਵਿਦਿਆਰਥੀ ਪਹਿਲਾਂ ਨਾਲੋਂ, ਕਿਉਂਕਿ ਉਹ ਇੰਗਲੈਂਡ, ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਜਾ ਰਹੇ ਨੇ। ਤਾਂ ਅਬਾਮੇ ਇੱਕ ਗੱਲ ਲਿਖਦਾ ਹੈ, ਕਹਿੰਦਾ the urge to migrate is no less natural than the urge to settle। ਜਾਣੀ ਜਿਹੜੀ ਬੰਦੇ ਦੀ ਸੈਟਲ ਹੋਣ ਦੀ ਤਮੰਨਾ ਹੁੰਦੀ ਹੈ, ਘਰ ਬਣਾ ਕੇ ਇੱਕ ਥਾਂ ਰਹਿਣਾ, ਪੱਕੀ ਥਾਂ ਘਰ ਬਣਾ ਕੇ ਸਾਰੀਆਂ ਸਹੂਲਤਾਂ ਨਾਲ ਲੈਸ ਕਰਕੇ, ਨੌਕਰੀ ਕਰਕੇ ਘਰ ਦੇ ਵਿੱਚ ਰਹਿਣਾ ਚੰਗਾ ਲੱਗਦਾ ਬੰਦੇ ਨੂੰ। ਪਰ ਨਾਲ ਦੀ ਨਾਲ ਇਹ ਵੀ ਚੰਗਾ ਲੱਗਦਾ ਕਿ ਮੈਂ ਆਪਣੇ ਚੰਗੇ ਭਲੇ ਘਰ ਨੂੰ ਛੱਡ ਕੇ ਨਵੀਆਂ ਥਾਵਾਂ ਤੇ ਜਾਵਾਂ, ਸਿਰਫ ਘੁੰਮਣ ਫਿਰਨ ਨਾ ਜਾਵਾਂ। ਮਤਲਬ ਮਾਈਗ੍ਰੇਸ਼ਨ ਦਾ ਇੱਥੇ ਮਤਲਬ ਸਿਰਫ ਸਫ਼ਰਨਾਮਾ ਕਰਨਾ ਨਹੀਂ ਹੈਗਾ, ਸਫ਼ਰਨਾਮਾ ਲਿਖਣਾ ਨਹੀਂ ਹੈਗਾ, ਸਫ਼ਰ ਕਰਨਾ ਨਹੀਂ ਹੈਗਾ। ਨਵੀਂ ਥਾਂ ਤੇ ਜਾ ਕੇ ਵਸਣਾ, ਉਸ ਜ਼ਿੰਦਗੀ ਦਾ ਹਿੱਸਾ ਬਣਨਾ,
ਤੇ ਉਹ ਜ਼ਿੰਦਗੀ ਨੂੰ ਜਿਉਣਾ, ਜਿਹੜੀ ਜ਼ਿੰਦਗੀ ਇੰਗਲੈਂਡ ਦੇ ਲੋਕ ਜਿਉਂਦੇ ਨੇ, ਜਿਹੜੀ ਜ਼ਿੰਦਗੀ ਕੈਨੇਡਾ ਦੇ ਲੋਕ ਜਿਉਂਦੇ ਨੇ, ਤਾਂ ਜਿਹੜੀ ਸਾਡੀ ਅਰਜ਼ ਹੈ, ਇੱਛਾ ਹੈ ਸੈਟਲ ਹੋਣ ਦੀ, ਜੇ ਉਹ ਨੈਚੁਰਲ ਹੈ ਤਾਂ ਮਾਈਗ੍ਰੇਟ ਕਰਨ ਦੀ ਜਿਹੜੀ ਇੱਛਾ ਹੈ ਉਹ ਵੀ ਬੜੀ ਨੈਚੁਰਲ ਹੈ, ਕੁਝ ਲੋਕਾਂ 'ਚ ਹੁੰਦੀ ਹੈ, ਇਸ ਲਈ ਉਹ ਟਿੱਕੇ ਨਹੀਂ ਬਹਿੰਦੇ। ਮੈਂ ਖੁਦ ਆਪਣੀ ਗੱਲ ਕਰਾਂ ਤਾਂ ਮੈਂ ਚੰਗੀ ਭਲੀ ਪਬਲਿਕ ਕਾਲਜ ਸਮਾਣੇ ਦੇ ਵਿੱਚ ਪੱਕੀ ਨੌਕਰੀ ਕਰਦਾ ਸੀ, ਪਰ ਇੱਕ ਜਗ੍ਹਾ ਟਿਕਣਾ ਚੰਗਾ ਨਹੀਂ ਲੱਗਿਆ, ਜੰਮੂ ਯੂਨੀਵਰਸਿਟੀ ਚਲਿਆ ਗਿਆ, ਜੰਮੂ ਕੁਛ ਸਾਲ ਲਾਏ, ਦਿੱਲੀ ਆ ਗਿਆ। ਤਾਂ ਮਾਈਗ੍ਰੇਸ਼ਨ ਦੀ ਜਿਹੜੀ ਭਾਵਨਾ ਕੁਝ ਲੋਕਾਂ 'ਚ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਿਰ ਉਹ ਸਫ਼ਰ ਕਰਦੇ ਨੇ, ਦੂਜੀਆਂ ਥਾਵਾਂ ਤੇ ਜਾ ਕੇ ਵਸਦੇ ਨੇ। ਤਾਂ ਜਦੋਂ ਅਸੀਂ ਦੂਜੀ ਥਾਂ ਤੇ ਜਾ ਕੇ ਵਸਦੇ ਹਾਂ, ਇੱਥੇ ਮੈਂ WC ਵਾਟਸਨ, ਜਿਹੜਾ ਕਿ ਤੁਹਾਡੇ ਇੰਗਲੈਂਡ ਦੇ ਇੱਕ ਐਂਥਰੋਪੋਲੋਜਿਸਟ ਨੇ, ਉਹਨਾਂ ਦੀ ਕਿਤਾਬ ਆ ਮਲਟੀਕਲਚਰਿਜ਼ਮ, ਉਹਦੇ ਹਵਾਲੇ ਨਾਲ ਗੱਲ ਕਰੂੰਗਾ। ਤਾਂ ਉਹ ਕਹਿੰਦਾ ਵੀ ਜਿਹੜੀ ਪਹਿਲੀ ਸਟੇਜ ਹੁੰਦੀ ਆ ਮਾਈਗ੍ਰੇਸ਼ਨ ਦੀ, ਪ੍ਰਵਾਸੀਆਂ ਦੀ ਜਿਹੜੀ ਪਹਿਲਾ ਪੜਾਅ ਹੈ, ਉਹਦੇ ਵਿੱਚ ਉਹਨਾਂ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ, ਨਸਲੀ ਵਿਤਕਰੇ ਦੇ ਰੂਪ ਦੇ ਵਿੱਚ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਜਿਹਨੂੰ ਕਹਿੰਦੇ ਆ, ਤੇ ਉਹਦੇ ਵਿੱਚ ਸਾਨੂੰ ਆਰਥਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ, ਉਹਦੇ ਵਿੱਚ ਸਾਨੂੰ ਘਰ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ। ਅਸੀਂ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਕਿਸੇ ਹੱਦ ਤੱਕ ਜਿਉਂਦੇ ਆ ਤੇ ਬਹੁਤ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਹੈ ਜਿਹੜਾ ਸਾਡੀਆਂ ਰਚਨਾਵਾਂ ਦੇ ਵਿੱਚ ਹੋਇਆ, ਜਿਹਦੇ ਵਿੱਚੋਂ ਕੁਝ ਰਚਨਾਵਾਂ ਦਾ ਜ਼ਿਕਰ ਅੱਜ ਵੀ ਹੋਇਆ। ਪਰ ਪਹਿਲਾ ਪੜਾਅ ਜਿਹੜਾ ਹੈ ਉਹਦਾ ਸਭ ਤੋਂ ਵਧੀਆ ਚਿੱਤਰਨਾ ਜਿਹੜਾ ਉਹ ਸਾਧੂ ਸਿੰਘ ਧਾਮੀ ਦੇ ਨਾਵਲ ਮਲੂਕਾ ਦੇ ਵਿੱਚ ਹੋਇਆ, ਜਿਹੜੇ 1920-25 ਦੇ ਵਿੱਚ ਪੰਜਾਬੀ ਕੈਨੇਡਾ ਗਏ ਸੀ। ਉਹਨਾਂ ਨੂੰ ਕਿਸ ਤਰ੍ਹਾਂ ਦੀ ਉੱਥੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹਦੀ ਪੇਸ਼ਕਾਰੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ। ਤਾਂ ਵਾਟਸਨ ਕਹਿੰਦਾ ਕਿ ਦੂਜੀ ਸਟੇਜ ਹੈ ਜਿਹੜੀ ਪ੍ਰਵਾਸ ਦੀ, ਦੂਜੀ ਸਟੇਜ ਦੇ ਵਿੱਚ ਸਵੀਕ੍ਰਿਤੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ, ਪ੍ਰਵਾਸੀਆਂ ਨੂੰ ਸਵੀਕਾਰ ਕਰ ਲਿਆ ਜਾਂਦਾ ਮੂਲ ਵਾਸੀਆਂ ਵੱਲੋਂ, ਤੇ ਨਸਲੀ ਵਿਤਕਰਾ ਹੈ ਜਿਹੜਾ ਉਹ ਕਿਉਂਕਿ ਨਸਲੀ ਵਿਤਕਰੇ ਦੇ ਖਿਲਾਫ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪੜ੍ਹਾਇਆ ਗਿਆ। ਉਹਨਾਂ ਲੋਕਾਂ ਨੇ ਬਹੁਤ ਯਤਨ ਕੀਤਾ ਕਿ ਜਿਹੜੇ ਬਾਹਰੋਂ ਆਏ ਨੇ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ, ਸਾਨੂੰ ਇਹਨਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਇਸ ਲਈ ਉਹਨਾਂ ਦਾ ਦ੍ਰਿਸ਼ਟੀਕੋਣ ਬਦਲ ਕੇ ਕੀ ਹੋ ਗਿਆ, ਹੁਣ ਉਹ ਸੱਭਿਆਚਾਰਕ ਵਿਤਕਰੇ ਵਾਲਾ ਬਣ ਗਿਆ। ਹੁਣ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਜਗ੍ਹਾ ਕਲਚਰਲ ਡਿਸਕ੍ਰਿਮੀਨੇਸ਼ਨ ਹੈ ਜਿਹੜਾ ਉਹ ਦਿਖਾਈ ਦਿੰਦਾ। ਉਹ ਕਹਿੰਦੇ ਨੇ ਆ ਤਾਂ ਗਏ ਨੇ, ਚੰਗੀ ਗੱਲ ਹੈ, ਪਰ ਇਹਨਾਂ ਦਾ ਜਿਹੜਾ ਕਲਚਰ ਹੈ ਉਹ ਬੜਾ ਮਤਲਬ ਇਸ ਤਰ੍ਹਾਂ ਦਾ ਹੈ। ਜਿਵੇਂ ਅਟਵਾਲ ਸਾਹਿਬ ਦੇ ਨਾਵਲ ਦੇ ਵਿੱਚੋਂ ਇੱਕ ਹਵਾਲਾ ਦੇਵਾਂ ਤਾਂ ਇੱਕ ਅੰਗਰੇਜ਼ ਜਿਹਦਾ ਵਿਆਹ ਪੰਜਾਬਣ ਕੁੜੀ ਨਾਲ ਹੋਇਆ, ਉਹ ਇੱਕ ਅੰਗਰੇਜ਼ ਕੁੜੀ ਨੂੰ ਪੁੱਛਦਾ ਜਿਹਦਾ ਪਤੀ ਪੰਜਾਬੀ ਆ, ਤੇ ਉਹ ਅੰਗਰੇਜ਼ ਕੁੜੀ ਨੂੰ ਕਹਿੰਦਾ ਕਿ ਤੇਰਾ ਵਿਆਹ ਪੰਜਾਬੀ ਨਾਲ ਹੋਇਆ, ਤੇਰਾ ਕੀ ਤਜਰਬਾ ਇਹਨਾਂ ਬਾਰੇ? ਤੇ ਉਹ ਕਹਿੰਦੀ ਤੂੰ ਆਪਣਾ ਦੱਸ ਪਹਿਲਾਂ। ਤਾਂ ਉਹ ਕਹਿੰਦਾ ਮੈਂ ਦੇਖਿਆ ਕਿ ਇਹਨਾਂ ਦੀਆਂ ਰਿਸ਼ਤੇਦਾਰੀਆਂ ਬਹੁਤ ਹੁੰਦੀਆਂ ਨੇ, ਤੁਰ ਹੀ ਰਹਿੰਦੇ ਨੇ ਤੇ ਮੈਨੂੰ ਵੀ ਨਾਲ ਜਾਣਾ ਪੈਂਦਾ, ਤੇ ਇੱਕ ਤਿਉਹਾਰ ਬਹੁਤ ਮਨਾਉਂਦੇ ਨੇ, ਇਹ ਹਰ ਹਫ਼ਤੇ, ਹਰ 15 ਦਿਨ, ਹਰ ਮਹੀਨੇ ਇਹਨਾਂ ਦਾ ਤਿਉਹਾਰ ਹੁੰਦਾ। ਤਾਂ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਉਹ ਨਾਵਲ ਦੇ ਵਿੱਚ ਪੇਸ਼ ਹੁੰਦੀਆਂ ਨੇ। ਜਾਂ ਕਈ ਵਾਰ ਅਸੀਂ ਵੈਸੇ ਸੁਣਨ ਦੇ ਵਿੱਚ ਕਈ ਵਾਰ ਸੁਣਦੇ ਹੁੰਦੇ ਆ ਵੀ ਕਈ ਪੰਜਾਬੀ ਕੀ ਕਰਦੇ ਨੇ, ਜੇ ਉੱਪਰ ਵਾਲੀ ਮੰਜ਼ਿਲ ਵਾਲਾ ਕੋਈ ਗੋਰਾ ਹੈ ਉਹਨੂੰ ਭਜਾਉਣਾ ਹੈ ਤਾਂ ਉਹ ਕਈ ਵਾਰ ਸਾਗ ਬਣਾਉਣ ਲੱਗ ਜਾਂਦੇ ਨੇ, ਕਿਉਂਕਿ ਗੋਰਿਆਂ ਨੂੰ ਸਾਗ ਦੀ ਜਿਹੜੀ ਸਮੈਲ ਹੈ ਜਿਹੜੀ ਉਹ ਬਹੁਤ ਭੈੜੀ ਲੱਗਦੀ ਆ। ਫਿਰ ਉਹ ਆਪਣਾ ਫਲੈਟ ਵੇਚ ਜਾਂਦੇ ਨੇ ਜਾਂ ਬਦਲ ਲੈਂਦੇ ਨੇ, ਸਸਤਾ ਵੇਚ ਜਾਂਦੇ ਨੇ ਕਈ ਵਾਰ। ਤਾਂ ਇਹ ਸਾਡੀ ਸੱਭਿਆਚਾਰਕ ਪ੍ਰੋਬਲਮ ਆ ਕਿ ਅਸੀਂ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਤੰਗ ਕਰਦੇ ਆ, ਤੇ ਉਹ ਫਿਰ ਉਹ ਸੱਭਿਆਚਾਰਕ ਵਿਤਕਰੇ ਦੇ ਨਾਂ ਤੇ ਵਾਟਸਨ ਕਹਿੰਦਾ ਵੀ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਸੱਭਿਆਚਾਰਕ ਟਕਰਾਅ ਇਹਦੇ ਵਿੱਚ ਆਉਂਦੇ ਨੇ। ਤੇ ਕਈ ਜਿਹੜੇ ਪ੍ਰਵਾਸੀ ਨੇ ਉਹਨਾਂ ਦੀਆਂ ਵੀ 3 ਸ਼੍ਰੇਣੀਆਂ ਮੈਂ ਹਰਜੀਤ ਅਟਵਾਲ ਦੇ ਨਾਵਲਾਂ ਦੇ ਅਧਿਐਨ ਕਰਦੇ ਵੇਲੇ ਦੇਖੀਆਂ ਸੀ ਕਿ ਇੱਕ ਪੰਜਾਬੀ ਉਹ ਨੇ ਜਿਹੜੇ ਉੱਥੇ ਪੱਕੇ ਨੇ, ਬਹੁਤ ਪੁਰਾਣੇ ਨੇ, ਇੱਕ ਪੰਜਾਬੀ ਉਹ ਨੇ ਜਿਹੜੇ ਪੱਕੇ ਨੇ ਪਰ ਉਮਰ ਦੇ ਮੱਧ ਵਿੱਚ ਨੇ, 40-50 ਸਾਲ ਦੇ ਨੇ, ਪੜ੍ਹੇ ਲਿਖੇ ਨੇ, ਚੰਗੇ ਬੰਦੇ ਨੇ, ਤੇ ਤੀਜੀ ਕਿਸਮ ਦੇ ਜਿਹੜੇ ਪੰਜਾਬੀ ਨੇ ਉਹ 2 ਤਰ੍ਹਾਂ ਦੇ ਨੇ। ਇੱਕ ਤਾਂ ਉਹ ਪੰਜਾਬ ਤੋਂ ਨਵੇਂ ਆਏ ਨੇ, ਜਾਂ ਤਾਂ ਉਹ ਪੜ੍ਹੇ ਨੇ, ਪੜ੍ਹਨ ਵਾਲੇ ਵਿਦਿਆਰਥੀ ਨੇ, ਜਾਂ ਫਿਰ ਉਹ ਫੌਜੀ ਨੇ, ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਦਾ ਕੋਈ ਜਿਹੜੇ ਕੱਚੇ ਤੌਰ ਤੇ ਆਏ ਹੋਏ ਨੇ, ਜਿਨ੍ਹਾਂ ਦਾ ਕੋਈ ਠਿਕਾਣਾ ਨਹੀਂ ਹੈਗਾ, ਇਸ ਕਰਕੇ ਉਹਨਾਂ ਨੂੰ ਫੌਜੀ ਕਿਹਾ ਜਾਂਦਾ। ਇਹਦੇ ਬਾਰੇ ਗੀਤ ਵੀ ਆਇਆ ਸੀ ਇੱਕ, ਫੌਜੀ ਮੇਰਾ ਭੱਜ ਗਿਆ, ਫੌਜੀ ਮੇਰਾ ਭੱਜ ਗਿਆ, ਫਰੈਸ਼ੀ ਮੇਰਾ ਭੱਜ ਗਿਆ, ਫੌਜੀ ਤੜਕੇ ਬੜੇ ਲਗਾਉਂਦਾ ਸੀ, ਕੋਈ ਮੋੜ ਲਿਆਵੋ ਨਹੀਂ, ਫੌਜੀ ਮੇਰਾ ਭੱਜ ਗਿਆ। ਤਾਂ ਇਹ ਨਵੀਂ ਤਰ੍ਹਾਂ ਦੀ 3 ਤਰ੍ਹਾਂ ਦੀ ਕੈਟਾਗਰਾਈਜੇਸ਼ਨ ਜਿਹੜੀ ਹੈਗੀ ਆ ਪ੍ਰਵਾਸੀ ਸਾਹਿਤ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਹੈ। ਤਾਂ ਤੀਜੀ ਸਟੇਜ ਹੈ ਜਿਹੜੀ ਮੈਂ ਹੁਣ ਜਿਹੜੀ ਨਵੀਂ ਕਿਤਾਬ ਪੜ੍ਹ ਰਿਹਾ ਸੀ ਅਵਾਮੇ ਦੀ ਕੋਸਮੋਪੋਲਿਟਨਿਜ਼ਮ, ਉਹਦੇ ਵਿੱਚੋਂ ਕਹਿੰਦਾ ਵੀ ਤੀਜੀ ਸਟੇਜ ਦੇ ਉੱਪਰ ਜਿਹੜੇ ਹੋਸਟ ਕੰਟਰੀ ਨੇ, ਕੈਨੇਡਾ, ਇੰਗਲੈਂਡ, ਅਮਰੀਕਾ ਵਗੈਰਾ, ਉਹ ਸਵਾਗਤ ਕਰਨ ਲੱਗ ਜਾਂਦੇ ਨੇ। ਜਿਵੇਂ ਟਰੂਡੋ ਇੰਡੀਆ ਦੇ ਵਿੱਚ ਆਉਂਦਾ ਹੈ, ਦਿੱਲੀ ਦੇ ਵਿੱਚ ਉਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਇੱਕ ਹਾਲ ਦੇ ਵਿੱਚ, ਤੇ ਕਹਿੰਦਾ ਤੁਸੀਂ ਕੈਨੇਡਾ ਆਵੋ, ਉੱਥੇ ਪੜ੍ਹਾਈ ਕਰੋ ਤੇ ਉੱਥੇ ਸੈਟਲ ਹੋਵੋ। ਮਤਲਬ ਹੁਣ ਹਾਲਤ ਇੱਥੇ ਤੱਕ ਪਹੁੰਚ ਗਈ 100 ਸਾਲਾਂ ਬਾਅਦ, ਜਿੱਥੇ 100 ਸਾਲ ਪਹਿਲਾਂ ਮਲੂਕਾ ਨਾਵਲ ਦੇ ਵਿੱਚ
ਸਾਨੂੰ ਰੋਕਿਆ ਜਾਂਦਾ ਸੀ ਉੱਥੇ ਜਾਣ ਤੋਂ, ਜਿਹਦੇ ਨਾਲ ਗਦਰ ਲਹਿਰ ਦੀ ਵੀ ਅੱਜ ਗੱਲ ਹੋਈ ਹੈ। ਸਾਡਾ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਰੋਕਿਆ ਗਿਆ, ਪਰ ਹੁਣ 100 ਸਾਲਾਂ ਬਾਅਦ ਉਹਨਾਂ ਦਾ ਪ੍ਰਧਾਨ ਮੰਤਰੀ ਖੁਦ ਇੱਥੇ ਆਉਂਦਾ ਹੈ ਤੇ ਕਹਿੰਦਾ ਹੈ ਆ ਕੇ ਕੈਨੇਡਾ ਦੇ ਵਿੱਚ ਪੜ੍ਹੋ ਤੇ ਉੱਥੇ ਸੈਟਲ ਹੋਵੋ। ਇੱਕ ਤਾਂ ਸਵਾਗਤ ਬਣ ਜਾਂਦਾ ਹੈ ਤੀਜੀ ਸਟੇਜ ਦੇ ਉੱਪਰ, ਤੇ ਦੂਸਰੀ ਗੱਲ ਸਾਰੀ ਧਰਤੀ ਸਾਂਝੀ ਮੰਨੀ ਜਾਂਦੀ ਹੈ ਵੀ ਸਾਰੀ ਧਰਤੀ ਜਿਹੜੀ ਹੈਗੀ ਹੈ ਸਾਂਝੀ ਹੈ, ਕੋਈ ਬੰਦਾ ਕਿਤੇ ਵੀ ਜਾ ਕੇ ਵੱਸ ਸਕਦਾ ਹੈ ਤੇ ਕਿਸੇ ਦੇ ਪਿਓ ਦੀ ਨਹੀਂ ਹੁੰਦੀ ਕਿ ਕੋਈ ਵੀ ਧਰਤੀ। ਤੇ ਮੈਨੂੰ ਬੜਾ ਮੈਂ ਇਸ ਕਰਕੇ ਪੰਜਾਬੀ ਬੁੱਧੀਜੀਵੀਆਂ ਨਾਲੋਂ ਥੋੜਾ ਜਿਹਾ ਡਿਫਰ ਕਰਦਾ ਕਿ ਜਦੋਂ ਭਾਰਤ ਸਰਕਾਰ ਨੇ ਜਿਹੜੀ ਸ਼੍ਰੀਲੰਕਾ ਦੇ ਵਿੱਚ ਸ਼੍ਰੀਨਗਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਧਾਰਾ ਹੈ 370 ਜਦੋਂ ਤੋੜੀ, ਤਾਂ ਮੈਨੂੰ ਲੱਗਦਾ ਸੀ ਕਿ ਚੰਗੀ ਗੱਲ ਹੋਈ। ਹੁਣ ਕੋਈ ਵੀ ਪੰਜਾਬੀ ਉੱਥੇ ਜਾ ਸਕਦਾ, ਕੋਈ ਵੀ ਭਾਰਤੀ ਉੱਥੇ ਜਾ ਸਕਦਾ ਤੇ ਕੋਈ ਵੀ ਕਿਤੇ ਜਾ ਕੇ ਵੱਸ ਸਕਦਾ। ਧਰਤੀ ਕਿਸੇ ਦੇ ਮਾਂ-ਬਾਪ ਦੀ ਨਹੀਂ ਹੁੰਦੀ ਹੈਗੀ। ਮੈਨੂੰ ਲੱਗਦਾ ਵੀ ਇਹ ਸਾਰੀਆਂ ਜਿਹੜੀਆਂ ਪੋਲੀਟੀਕਲ ਬਾਉਂਡਰੀਜ਼ ਨੇ ਟੁੱਟਣੀਆਂ ਚਾਹੀਦੀਆਂ ਨੇ, ਜਿਵੇਂ ਯੂਰਪ ਦੇ ਵਿੱਚ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਨੇ, ਇਵੇਂ ਖੁੱਲਣੀਆਂ ਚਾਹੀਦੀਆਂ ਨੇ। ਤੇ ਵੈਸੇ ਵੀ ਅਸੀਂ ਸਾਰੇ ਪ੍ਰਵਾਸੀ ਹਾਂ, ਕੋਈ ਬੰਦਾ ਇੱਥੋਂ ਦਾ ਕਿਸੇ ਵੀ ਧਰਤੀ ਦਾ ਸਾਊਥ ਅਫਰੀਕਾ ਨੂੰ ਛੱਡ ਕੇ ਓਰੀਜਨਲ ਨਹੀਂ ਹੈਗਾ। ਬੰਦਾ ਸਾਊਥ ਅਫਰੀਕਾ 'ਚ ਪੈਦਾ ਹੋਇਆ, ਸਾਊਥ ਅਫਰੀਕਾ 'ਚ ਪੈਦਾ ਹੋ ਕੇ ਉਹ ਸਾਰੇ ਅਫਰੀਕਾ ਦੇ ਵਿੱਚ ਫੈਲਿਆ ਪਹਿਲਾਂ, ਅਗਲੀ ਸਟੇਜ ਤੇ ਉਹ ਸਾਰੇ ਐਫਰੋ ਯੂਰੇਸ਼ੀਆ ਦੇ ਵਿੱਚ, ਯਾਨੀ ਕਿ ਅਫਰੀਕਾ, ਏਸ਼ੀਆ ਤੇ ਯੂਰਪ ਤਿੰਨਾਂ ਨੂੰ ਐਫਰੋ ਯੂਰੇਸ਼ੀਆ ਕਹਿੰਦੇ ਨੇ ਜੀਓਗ੍ਰਾਫੀ ਵਾਲੇ ਜਾਂ ਹਿਸਟਰੀ ਵਾਲੇ। ਐਫਰੋ ਯੂਰੇਸ਼ੀਆ ਦੇ ਵਿੱਚ ਪੂਰੇ 'ਚ ਫੈਲਿਆ, ਬਾਅਦ ਦੇ ਵਿੱਚ ਉਹ ਅਮਰੀਕਾ ਜਾਂ ਆਸਟ੍ਰੇਲੀਆ ਵਗੈਰਾ ਵੀ ਪਹੁੰਚ ਗਿਆ। ਤੇ ਇੱਕ ਬੰਦਾ ਇੱਕ ਪਰਿਵਾਰ 'ਚ, ਜਾਣੀ ਬੰਦੇ ਦੀ ਨਸਲ ਹੈ ਜਿਹੜੀ ਹੋਮੋਸੇਪੀਅਨ ਨਸਲ ਹੈ ਜਿਹੜੀ, ਇੱਕ ਪਰਿਵਾਰ 'ਚ ਪੈਦਾ ਹੋਈ ਅਫਰੀਕਾ ਦੇ ਵਿੱਚ ਤੇ ਹੌਲੀ ਹੌਲੀ ਸਾਰੇ ਉਹ ਕੰਟੀਨੈਂਟਾਂ ਦੇ ਵਿੱਚ ਜਾ ਕੇ ਫੈਲ ਗਿਆ। ਸਭ ਤੋਂ ਪਹਿਲਾ ਪ੍ਰਵਾਸ ਹੈ ਜਿਹੜਾ ਹੋਮੋਸੇਪੀਅਨ ਨਸਲ ਨਾਂ ਦੇ ਬੰਦੇ ਨੇ ਕੀਤਾ ਸੀ, ਤੇ ਉਹ ਪ੍ਰਵਾਸ ਹੈ ਜਿਹੜਾ ਹੁਣ ਨਵੇਂ ਰੂਪਾਂ ਦੇ ਵਿੱਚ ਸਾਹਮਣੇ ਆ ਰਿਹਾ। ਤਾਂ ਸਾਨੂੰ ਇਹਨੂੰ ਵੈਲਕਮ ਕਰਨਾ ਚਾਹੀਦਾ। ਤੇ ਸੋ ਕੁੱਲ ਮਿਲਾ ਕੇ ਸਾਰੇ ਪੇਪਰ ਬਹੁਤ ਵਧੀਆ ਸੀ। ਮੈਂ ਤਾਂ 2 ਸੈਸ਼ਨ ਸੁਣੇ ਨੇ ਬਲਕਿ, ਤੇ ਦੋਨੋਂ ਸੈਸ਼ਨ ਬਹੁਤ ਵਧੀਆ ਸੀ। ਤੇ ਮੈਡਮ ਦਵਿੰਦਰ ਵੀ ਲਗਾਤਾਰ ਬਣੇ ਹੋਏ ਨੇ। ਮੈਂ ਉਹਨਾਂ ਦੀ ਸਵੈ ਜੀਵਨੀ ਦੇ ਵਿੱਚ ਵੀ ਪ੍ਰਵਾਸ ਦੇ ਵਰਤਾਰੇ ਨੂੰ ਦੇਖਿਆ ਹੈ। ਤੋ ਬਹੁਤੀਆਂ ਗੱਲਾਂ ਅੱਜ ਨਾਵਲ, ਕਹਾਣੀ ਜਾਂ ਕਵਿਤਾ ਦੇ ਸੰਦਰਭ 'ਚ ਹੋਈਆਂ ਨੇ। ਤੋ ਬਹੁਤ ਜ਼ਿਆਦਾ ਵਧਾਈ ਦੇ ਹੱਕਦਾਰ ਨੇ ਪ੍ਰੋਫੈਸਰ ਰਵਿੰਦਰ ਜੀ ਤੇ ਉਹਨਾਂ ਦੀ ਸਾਰੀ ਪ੍ਰਬੰਧਕੀ ਟੀਮ ਹੈ ਜਿਹੜੀ ਦਿਆਲ ਸਿੰਘ ਕਾਲਜ ਦੀ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸ਼ੁਕਰੀਆ ਮੌਕਾ ਦਿੱਤਾ ਮੈਨੂੰ। ਧੰਨਵਾਦ। ਬਹੁਤ ਬਹੁਤ ਧੰਨਵਾਦ ਰਾਜਿੰਦਰ ਨਸਾਰੀ ਜੀ। ਸੈਸ਼ਨ ਦੇ ਪ੍ਰਧਾਨਗੀ ਸ਼ਬਦਾਂ ਤੋਂ ਬਾਅਦ ਹੋਰ ਕੁਝ ਕਹਿਣ ਦੀ ਗੁੰਜਾਇਸ਼ ਨਹੀਂ ਹੁੰਦੀ। ਮੈਂ ਇਸ ਸੈਸ਼ਨ ਦੇ ਵਿੱਚ ਮੌਜੂਦ ਰਹੇ ਸਾਡੇ ਪ੍ਰਵਾਸੀ ਲੇਖਕ ਗੁਰਚਰਨ ਸੱਗੂ ਜੀ ਦਾ, ਜਿਨ੍ਹਾਂ ਨੇ ਇਸ ਸੈਸ਼ਨ ਦੇ ਵਿੱਚ ਮਹਿਮਾਨ ਬਣ ਰਹੇ, ਤੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਇੰਦਰ ਚੰਦਨ ਜੀ ਤੇ ਦਰਸ਼ਨ ਬਦਲੀ ਜੀ, ਤੁਹਾਡਾ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।